ਅੱਜ ਆਪਾਂ 305 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਜਿਹੜੀ ਗੌੜੀ ਰਾਗ ਦੀ ਵਾਰ ਚੌਥੀ ਪਾਤਸ਼ਾਹੀ ਦੀ ਵਾਰ ਹੈਗੀ ਆ, ਉਹ 11ਵੀਂ ਪੌੜੀ ਲੈਣੀ ਆ ਉਹਦੀ। ਸ਼ਲੋਕ ਮਹੱਲਾ ਚੌਥਾ। ਅੱਗੋਂ ਦੇ ਸਤ ਭਾਵ ਨਾ ਦੀਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਭਾਵੈ। ਇਹਦੇ ਵਿੱਚ ਮਹਾਰਾਜ ਜਿਹੜੇ ਚੌਥੀ ਪਾਤਸ਼ਾਹੀ ਆਪਾਂ ਨੂੰ ਦੱਸ ਰਹੇ, ਗਿਆਨ ਦੇ ਰਹੇ ਆ ਬਈ ਸਾਧ ਸੰਗਤ, ਗੁਰੂ ਦੀ ਸੰਗਤ, ਬ੍ਰਹਮ ਗਿਆਨੀ ਦੀ ਸੰਗਤ ਕਰਨੀ ਹੈਗੀ ਆਪਾਂ ਨੇ, ਤੇ ਉਹਦੇ ਵਾਸਤੇ ਭਾਈ ਪੂਰਾ ਚੌਕਸ ਰਹਿਣਾ ਪੈਂਦਾ ਹੈ। ਜਦ ਬ੍ਰਹਮ ਗਿਆਨੀ ਬੋਲਦੇ, ਗੁਰੂ ਬੋਲਦੇ ਆ, ਜਦ ਆ ਬਾਣੀ ਆਪਾਂ ਵਿਚਾਰਦੇ ਆ, ਇਹ ਗੁਰੂ ਬੋਲਦੇ ਆ ਭਾਈ। ਹਾਂ, ਹੁਣ ਚੌਥੀ ਪਾਤਸ਼ਾਹੀ ਬੋਲ ਰਹੀ ਹੈ, ਕਹਿੰਦੇ ਜਦ ਇਹ ਬੋਲਦੇ ਆ ਉਦੋਂ ਪੂਰਾ ਚੌਕਸ ਰਹਿਣਾ ਪੈਂਦਾ ਆ। ਸਤ ਭਾਵ ਪੂਰਾ ਦਾ ਪੂਰਾ ਅਟੈਂਸ਼ਨ ਔਰ ਸੱਚੀ ਭਾਵਨਾ ਦੇ ਨਾਲ। ਅੱਗੋਂ ਦੇ ਸਤ ਭਾਵਨਾ ਦੀਚੇ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਪਿੱਛੋਂ ਫਿਰ ਭਾਵੇਂ ਜੋ ਮਰਜ਼ੀ ਬੋਲਦੇ ਰਹੋ ਭਾਈ, ਤੇ ਉਹਦਾ ਆਖਿਆ ਕੰਮ ਨਹੀਂ ਆਉਣਾ ਭਾਈ। ਜਦ ਗੁਰੂ ਬੋਲਦਾ ਹੈ, ਜਦ ਬ੍ਰਹਮ ਗਿਆਨੀ ਬੋਲਦੇ ਆ, ਜਦ ਜਿਹੜੇ ਹੈਗੇ ਆ, ਉਦੋਂ ਜੇ ਆਪਾਂ ਨਹੀਂ ਭਾਵਨਾ ਹੈਗੀ, ਆਪਣੀ ਗੱਲ ਨਹੀਂ ਸੁਣੀ, ਤੇ ਫਿਰ ਬਾਅਦ ਵਿੱਚ ਭਾਈ ਜੋ ਮਰਜ਼ੀ ਬੋਲਦੇ ਰਹੋ, ਉਹ ਗੱਲ ਨਹੀਂ ਬਣੇਗੀ ਭਾਈ। ਕਿਉਂਕਿ ਗੁਰੂ ਨੇ ਭੇਤ ਦੱਸਣੇ ਆ ਔਰ ਆਪਾਂ ਨੇ ਧਿਆਨ ਨਹੀਂ ਦਿੱਤਾ, ਭਾਵਨਾ ਨਹੀਂ ਹੈਗੀ ਆਪਣੀ, ਆਪਾਂ ਨੇ ਗੱਲ ਸੁਣੀ ਨਹੀਂ, ਅੱਧ ਵਿਚਾਲੇ ਜਿਹੜਾ ਹੈਗਾ, ਕਹਿੰਦੇ ਫਿਰ ਪਿੱਛੋਂ ਦੇ ਬਾਅਦ ਵਿੱਚ ਨਹੀਂ ਗੱਲ ਬਣਨੀ ਭਾਈ। ਜਿੱਥੇ ਸਾਧ ਸੰਗਤ ਹੈ, ਜਿੱਥੇ ਗੁਰੂ ਬੋਲਦਾ ਹੈ, ਪੂਰੀ ਦੀ ਪੂਰਾ ਆਪਣਾ ਮਨ ਉੱਥੇ ਰੱਖਣਾ ਪੈਣਾ ਹੈ, ਸੁਰਤ ਉੱਥੇ ਟਿਕਾਉਣੀ ਪੈਣੀ ਹੈ। ਅੱਗੋਂ ਦੇ ਸਤ ਭਾਵ ਨਾ ਦੀਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੈ। ਕਹਿੰਦੇ ਮਨਮੁਖ ਵਿਚਾਰਾ ਜਿਹੜਾ ਹੈਗਾ, ਅੱਧ ਵਿਚਾਲੇ ਨਾ ਇੱਧਰ ਨਾ ਉੱਧਰ, ਅੱਧ ਵਿਚਾਲੇ ਜੇ ਹੈਗਾ, ਆਉਂਦਾ ਵੀ ਹੈਗਾ ਤੇ ਜਾਂਦਾ ਵੀ ਹੈਗਾ ਭਾਈ। ਸੰਗਤ ਦੇ ਵਿੱਚ ਆ ਵੀ ਰਿਹਾ ਆ, ਪਰ ਜਿਹੜਾ ਹੈਗਾ ਉਹ ਗੱਲ ਜਿਹੜੀ ਹੈਗੀ ਗੌਰ ਹੀ ਨਹੀਂ ਕੀਤੀ ਉਹਨੇ ਗੱਲ ਦੇ ਨਾਲ। ਗੁਰੂ ਦੀ ਗੱਲ, ਗੁਰੂ ਦੀ ਮੱਤ ਜਿਹੜੀ ਹੈਗੀ, ਉਹਨੂੰ ਉਸ 'ਤੇ ਗੌਰ ਹੀ ਨਹੀਂ ਕਰ ਰਿਹਾ, ਉਸ 'ਤੇ ਭਾਵਨਾ ਹੀ ਨਹੀਂ ਹੈ, ਸੱਚੀ ਭਾਵਨਾ ਹੀ ਹੈ ਨਹੀਂ ਉਹਦੇ ਅੰਦਰ, ਵਿਸ਼ਵਾਸ ਹੀ ਨਹੀਂ ਹੈਗਾ। ਅੱਧ ਵਿੱਚ ਫਿਰ ਹੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਕਹਿੰਦੇ ਗੱਲਾਂ ਦੇ ਨਾਲ ਥੋੜ੍ਹੀ ਨਾ ਸੁੱਖ ਮਿਲਣਾ ਹੈ ਭਾਈ। ਗੱਲ ਜਿੰਨਾ ਮਰਜ਼ੀ ਜਿਹੜੀ ਹੈਗੀ ਗੁਰੂ ਦੀ ਗੱਲ, ਗੁਰੂ ਦੀ ਬਾਣੀ ਆਪਾਂ ਬੋਲੀ ਜਾਓ, ਉਹਦੇ ਨਾਲ ਸੁੱਖ ਤਾਂ ਹੋਣ ਵਾਲਾ ਨਹੀਂ ਹੈਗਾ। ਜਦ ਤੱਕ ਕਿ ਬਾਣੀ ਜੋ ਕਹਿ ਰਹੀ ਆ ਉਹ ਕੰਮ ਨਹੀਂ ਕਰਦੇ ਆਪਾਂ, ਜਦ ਤੱਕ ਜੋ ਗੁਰੂ ਕਹਿ ਰਿਹਾ ਹੈ ਉਹਨੂੰ ਆਪਾਂ ਇੰਪਲੀਮੈਂਟ ਨਹੀਂ ਕਰਦੇ, ਗੱਲਾਂ ਦੇ ਨਾਲ ਸੁੱਖ ਨਹੀਂ ਮਿਲ ਸਕਦਾ ਭਾਈ। ਚੌਥੀ ਪਾਤਸ਼ਾਹੀ ਕਹਿ ਰਹੀ ਹੈ, ਅੱਗੋਂ ਦੇ ਸਤ ਭਾਵ ਨਾ ਦੀਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਕਹਿੰਦੇ ਬਿਲਕੁਲ ਅਟੈਂਸ਼ਨ ਜਦ ਗੁਰੂ ਬੋਲਦੇ ਆ, ਬ੍ਰਹਮ ਗਿਆਨ, ਜਿੱਥੋਂ ਬ੍ਰਹਮ ਗਿਆਨ ਮਿਲਦਾ ਹੈ ਭਾਈ, ਉੱਥੇ ਪੂਰਾ ਦਾ ਪੂਰਾ ਹਾਜ਼ਰ ਰਹਿਣਾ ਪੈਂਦਾ ਹੈ। ਅੱਗੋਂ ਦੇ ਸਤ ਭਾਵ ਨਾ ਦੀਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਮਾਇਆ ਬਹੁਤ ਤਗੜੀ ਹੈਗੀ ਆ, ਉਹਨੇ ਡਿੱਗ ਦੇਣਾ ਹੈ ਫਿਰ। ਔਰ ਅੱਧ ਦੇ ਵਿੱਚ ਜਿਹੜਾ ਜਾਂ ਇਸ ਪਾਰ ਜਾਂ ਉਸ ਪਾਰ ਭਾਈ, ਅੱਧ ਵਿਚਾਲੇ ਜਿਹੜਾ ਦੋ ਨਾਵਾਂ ਦੇ ਵਿੱਚ, ਦੋ ਬੋਟ ਦੇ ਵਿੱਚ ਭਾਈ, ਉਹਨੇ ਡੁੱਬਣਾ ਹੀ ਡੁੱਬਣਾ, ਕਿਤੇ ਜਾਣਾ ਹੀ ਨਹੀਂ ਉਹਨੇ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ। ਕਹਿੰਦੇ ਜਿਹਦੇ ਅੰਦਰ ਪਿਆਰ ਹੀ ਨਹੀਂ ਹੈਗਾ ਗੁਰੂ ਦੇ ਨਾਲ, ਗੁਰੂ ਦਾ ਪਿਆਰ ਹੀ ਨਹੀਂ ਹੈ, ਗੁਰੂ ਦੇ ਨਾਲ ਆਦਰ ਹੀ, ਗੁਰੂ ਦਾ ਰਿਸਪੈਕਟ ਹੀ ਨਹੀਂ ਹੈ ਉਹਦੇ ਅੰਦਰ, ਉਹ ਤਾਂ ਫਿਰ ਸੰਗਤ ਦੇ ਵਿੱਚ ਆਉਂਦਾ ਹੈ, ਗੁਰੂ ਦੇ ਕੋਲ ਆਉਂਦਾ ਹੈ, ਕੂੜਾ ਹੀ ਆਉਂਦਾ ਹੈ ਤੇ ਕੂੜਾ ਹੀ ਜਾਂਦਾ ਹੈ ਭਾਈ। ਕੁਛ ਨਾ ਤਾਂ ਉਹਦਾ ਕੁਛ, ਨਾ ਤਾਂ ਕੋਈ ਕੂੜਾ ਘਟਣਾ ਹੈ ਉਹਦਾ, ਨਾ ਤਾਂ ਉਹਦੇ ਅਵਗੁਣ ਜਾਣੇ ਹੈ, ਤੇ ਨਾ ਜਿਹੜੇ ਹੈਗੇ ਉਹਦੇ ਅੰਦਰ ਜਿਹੜਾ ਹੈਗਾ ਕੋਈ ਫਾਇਦਾ ਹੋਣਾ ਹੈ।
ਗੁਰਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ 305 ਅੰਗ ਦੇ ਉੱਤੇ ਹੈਗੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਸਾਧ ਸੰਗਤ ਤੁਸੀਂ ਨਾ ਬੁਲਾਇਓ, ਲੇਟ ਹੋ ਗਏ। 305 ਅੰਗ। ਹਾਂਜੀ ਹਾਂਜੀ 11ਵੀਂ ਜਿਹੜੀ ਪੌੜੀ ਲੈ ਰਹੇ ਹਾਂ ਆਪਾਂ, ਉਹਦਾ ਸ਼ਲੋਕ ਲੈ ਰਹੇ ਹਾਂ। ਇਹਦੇ ਵਿੱਚ ਮਹਾਰਾਜ ਦੱਸ ਰਿਹਾ ਕਿ ਬਈ ਗੁਰੂ ਬ੍ਰਹਮ ਗਿਆਨੀ ਜਦ ਬੋਲਦੇ ਹੁੰਦੇ ਆ, ਜੇ ਕੋਈ ਇਨਸਾਨ ਜਿਹੜਾ ਹੈਗਾ ਭਾਵਨਾ ਹੀ ਨਹੀਂ ਹੈਗੀ, ਸੱਚੀ ਭਾਵਨਾ ਹੀ ਨਹੀਂ ਉਹਦੇ ਅੰਦਰ ਹੈਗੀ ਆ, ਗੁਰੂ ਦੇ ਪ੍ਰਤੀ ਸ਼ਰਧਾ ਹੀ ਨਹੀਂ ਹੈਗੀ ਆ, ਜੇ ਉਹ ਤੇ ਫਿਰ ਕਹਿੰਦੇ ਆ ਗੱਲ ਬਣਨ ਵਾਲੀ ਨਹੀਂ ਹੈ। ਸ਼ਲੋਕ ਮਹਲਾ ਚੌਥਾ, ਅੱਗੋਂ ਦੇ ਸੱਤ ਭਾਵਨਾ ਦੀਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਕਹਿੰਦੇ ਪਹਿਲਾਂ ਹੀ ਜਦ ਜਿਹੜਾ ਹੈਗਾ ਤੁਸੀਂ ਸੰਗਤ ਦੇ ਵਿੱਚ ਜਾਂਦੇ ਹੋ, ਅਟੈਂਸ਼ਨ ਰਹਿਣਾ ਪੈਂਦਾ ਹੈ, ਪੂਰੀ ਭਾਵਨਾ ਸੱਚੀ ਭਾਵਨਾ ਹੋਣੀ ਚਾਹੀਦੀ ਆ, ਤੇ ਮਗਰੋਂ ਫਿਰ ਜਿਹੜਾ ਹੈਗਾ ਮਗਰੋਂ ਦਾ ਆਖਿਆ ਕਹਿੰਦੇ ਕੰਮ ਨਹੀਂ ਆਉਂਦਾ ਭਾਈ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਤੇ ਜਿਹੜਾ ਮਨਮੁਖ ਹੈਗਾ ਮਨ ਦੇ ਪਿੱਛੇ ਚੱਲ ਰਿਹਾ ਆ, ਉਹ ਜਿਹੜਾ ਉਹਨੇ ਡਾਇਲੂਟ ਕਰ ਦੇਣਾ ਹੈ ਗੁਰੂ ਦੀ ਗੱਲ ਨੂੰ। ਕਹਿੰਦੇ ਉਹ ਅੱਧ ਵਿਚਾਲੇ ਜੇ ਜਿਹੜਾ ਹੈਗਾ ਨਾ ਇੱਧਰ ਦਾ ਤੇ ਨਾ ਉੱਧਰ ਦਾ ਪਾਈ, ਉਹ ਧੋਬੀ ਕਾ ਕੁੱਤਾ ਘਰ ਕਾ ਨਾ ਘਾਟ ਕਾ। ਤੇ ਕਹਿੰਦੇ ਉਹਨੇ ਸੁਖੀ ਕਿਸ ਤਰ੍ਹਾਂ ਹੋ ਜਾਣਾ ਹੈ ਭਾਈ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੈ ਕੂੜੀ ਜਾਵੈ। ਕਹਿੰਦੇ ਜਿਹਦੇ ਅੰਦਰ ਪਿਆਰ ਹੀ ਨਹੀਂ ਹੈ, ਸ਼ਰਧਾ ਹੀ ਨਹੀਂ ਹੈ, ਭਾਵਨਾ ਹੀ ਨਹੀਂ ਹੈਗੀ ਗੁਰੂ ਦੇ ਪ੍ਰਤੀ, ਤੇ ਸੰਗਤ ਦੇ ਵਿੱਚ ਆਉਂਦਾ ਹੈ ਤੇ ਜਾਂਦਾ ਹੈ ਭਾਈ, ਕੂੜਾ ਹੀ ਆਉਂਦਾ ਹੈ, ਕੂੜਾ ਹੀ ਚਲੇ ਜਾਂਦਾ ਹੈ। ਜਿਵੇਂ ਕੂੜਾ ਲੈ ਕੇ ਆਇਆ ਸੀਗਾ, ਜੇ ਜਿਹਾ ਮਨ ਲੈ ਕੇ ਆਇਆ ਸੀ ਉਹ ਜਿਹਾ ਮਨ ਲੈ ਕੇ ਚਲੇ ਜਾਂਦਾ ਹੈ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੈ। ਜੇ ਕਿਤੇ ਮਾਲਕ ਪਰਮਾਤਮਾ ਕਿਰਪਾ ਕਰਦਾ ਹੈ ਤੇ ਸਤਿਗੁਰੂ ਜਿਹੜੇ ਹੈਗੇ ਬ੍ਰਹਮ ਗਿਆਨੀ, ਆ ਬ੍ਰਹਮ ਗਿਆਨ ਹੈ, ਚੌਥੀ ਪਾਤਸ਼ਾਹੀ ਬੋਲ ਰਹੀ ਹੈ, ਇਹ ਫਿਰ ਪਾਰ ਬ੍ਰਹਮ ਪਰਮਾਤਮਾ ਦਾ ਬੋਲ ਨਜ਼ਰ ਆਉਣ ਉਹਨੂੰ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਉਹ ਪਰਮਾਤਮਾ ਦਾ ਰੂਪ ਨਜ਼ਰ ਆਏ ਜੇ ਕਿਰਪਾ ਕਰਦਾ ਹੈ। ਤਾਂ ਆਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੇ। ਤਾਂ ਆਪਿਓ ਕਹਿੰਦੇ ਅੰਮ੍ਰਿਤ ਨੂੰ, ਤਾਂ ਅੰਮ੍ਰਿਤ ਪੀਣ ਨੂੰ ਮਿਲ ਜੂਗਾ ਭਾਈ। ਤਾਂ ਉਹ ਸ਼ਬਦ ਜਿਹੜਾ ਹੈਗਾ ਜੋ ਗੁਰੂ ਕਹਿ ਰਿਹਾ, ਜੋ ਧਿਆਨ ਕਹਿ ਰਿਹਾ, ਉਹ ਕਾਰਵਾਈ ਕਰੂਗਾ ਤੇ ਸਾਰਾ ਉਹਦਾ ਕੱਢਣਾ ਤੇ ਸਾਰੇ ਹੀ ਉਹਦਾ ਝੁਰਨਾ, ਸਾਰੇ ਉਹਦੇ ਜਿਹੜੇ ਹੈਗੇ ਆ ਉਹਦੇ ਵਿਚਾਰ, ਸਾਰੇ ਦੇ ਸਾਰੇ ਜਿਹੜੇ ਹੈਗੇ ਇਹ ਮਾਇਆ ਦੀਆਂ ਲਹਿਰਾਂ, ਇਹ ਭਰਮ, ਇਹ ਧੋਖਾ, ਇਹ ਸਾਰਾ ਚੁੱਕ ਜਾਏਗਾ। ਸਦਾ ਆਨੰਦੇ ਰਹੇ ਦਿਨ ਰਾਤੀ, ਜਨ ਨਾਨਕ ਅਨਦਿਨ ਹਰ ਗੁਣ ਗਾਵੇ। ਔਰ ਹਮੇਸ਼ਾ ਹੀ ਜਿਹੜਾ ਹੈਗਾ ਉਸ ਤੋਂ ਆਨੰਦ ਹੀ ਆਨੰਦ ਦੇ ਵਿੱਚ ਰਹੇਗਾ, ਦਿਨ ਰਾਤ ਭਗਤੀ ਕਰੇਗਾ ਪਰਮੇਸ਼ਰ ਦੀ, ਔਰ ਗੁਣ ਗਾਵੇ ਮਤਲਬ ਪਿਆਰ ਦੇ ਨਾਲ ਭਗਤੀ ਕਰੇਗਾ, ਤੇ ਉਹਦੇ ਅੰਦਰ ਖੁਸ਼ੀ ਕਿਹੜਾ ਹਮੇਸ਼ਾ ਦਿਨ ਰਾਤ ਵੱਧਦਾ ਹੀ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਕਹਿੰਦੇ ਆ ਕਿ ਜਦੋਂ ਜ਼ਰੂਰਤ ਸੀ ਉਦੋਂ ਤੇ ਉਹ ਕਦਰ ਨਹੀਂ ਕਰਦਾ, ਤੇ ਪਿੱਛੋਂ ਬਾਅਦ ਦੇ ਵਿੱਚ ਜੇਕਰ ਉਹਦੀ ਕਦਰ ਪਾਉਣ ਦੀ ਕੋਸ਼ਿਸ਼ ਵੀ ਕਰੇ ਤੇ ਫਾਇਦਾ ਨਹੀਂ, ਕਿਉਂਕਿ ਚੀਜ਼ ਦਾ ਟਾਈਮ ਸੀ, ਉਹ ਚੀਜ਼ ਤੇ ਲੰਘ ਗਈ। ਹਾਂ, ਉਹ ਜਿਹੜੀ ਜਦ ਗੁਰੂ ਬੋਲਦਾ ਸੀਗਾ, ਗੁਰੂ ਨੇ ਜਿਹੜਾ ਗਿਆਨ ਦੇਣਾ ਸੀ ਉਸ ਟਾਈਮ ਲਿਆ ਨਹੀਂ ਗਿਆਨ, ਔਰ ਨਾ ਉਹਦੇ ਅਨੁਸਾਰ ਆਪਣੇ ਆਪ ਨੂੰ ਚੇਂਜ ਕੀਤਾ ਹੈ, ਤੇ ਬਸ ਗੱਲ ਬਣਨੀ ਨਹੀਂ ਹੈ ਫਿਰ। ਹਾਂਜੀ ਵੀਰ ਜੀ। ਸਾਧ ਸੰਗਤ ਜੀ ਦੇਖੋ, ਇੱਕ ਚੀਜ਼ ਨੂੰ ਆਪ ਸਮਝੋ, ਬਾਣੀ 'ਚ ਇੱਕ ਜਗ੍ਹਾ ਤੇ ਲਿਖਿਆ ਪੜ ਗੱਡੇ ਲੱਦੀਏ। ਗੱਡੀ ਲੱਦੀਏ, ਪੜ ਗੱਡੀ ਲੱਦੀਏ। ਹਾਂ, ਗੱਡੀ ਲੱਦ ਲਓ, ਜਿੱਦਾਂ ਮਤਲਬ ਕਿਸੇ ਨੇ ਗ੍ਰੰਥਾਂ ਦੇ ਗੱਡੇ ਭਰ ਲਏ, ਗਿਆਨ ਲੋੜ ਤੋਂ ਜ਼ਿਆਦਾ ਇਕੱਠਾ ਕਰ ਲਿਆ, ਉਹ ਸਿਰ ਦਰਦ ਬਣ ਜਾਂਦਾ ਮੁੜ ਕੇ। ਔਰ ਬਹੁਤ ਲੋਕ ਇੱਥੇ ਫਸੇ ਹੋਏ ਨੇ। ਲੋਕੀ ਪਹਿਲਾਂ ਜ਼ਮਾਨਿਆਂ ਦੇ ਵਿੱਚ ਗ੍ਰੰਥਾਂ ਦੇ ਗਿਆਨ ਨੂੰ ਹੀ ਪੜ੍ਹਨਾ ਹੀ ਆਪਣੇ ਆਪ ਨੂੰ ਗਿਆਨੀ ਸਮਝ ਲੈਂਦੇ ਸੀ। ਉਹ ਤਾਂ ਕੱਢ ਜਾਂਦੇ ਆ ਗੁਰਕੀ ਸਾਹਿਬ, ਦੁੱਧ ਕੜਿਆ ਹੋਇਆ ਤਾਂ ਫਿਰ ਦੇਖੋ ਉਹ ਤਾਂ ਕੌੜਾ ਹੋ ਜਾਂਦਾ ਹੈ। ਹਾਂ, ਉਹ ਚੀਜ਼ ਨੂੰ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਉਹ ਕਿੱਦਾਂ ਹੁੰਦਾ ਹੈ। ਦੇਖੋ, ਆਪ ਨੇ ਖੁਰਾਕ ਖਾਣੀ ਹੈ, ਜ਼ਰੂਰੀ ਹੈ, ਪਰ ਕੀ ਇਕੱਲੀ ਖੁਰਾਕ ਖਾਣ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਹੋ ਜਾਏਗਾ? ਨਹੀਂ। ਤੁਹਾਨੂੰ ਵਰਜਿਸ਼ ਕਰਨੀ ਪਵੇਗੀ, ਚੱਲਣਾ ਪਊਗਾ, ਦੌੜਨਾ ਪਊਗਾ। ਉਸ ਤੋਂ ਬਾਅਦ ਉਹ ਜਿਹੜੀ ਖਾਧੀ ਖੁਰਾਕ ਆ ਉਹ ਹਜਮ ਹੋਣੀ ਹੈ। ਹਜਮ ਹੋਊਗੀ, ਤੁਹਾਡੇ ਸਰੀਰ ਦਾ ਹਿੱਸਾ ਬਣੂਗੀ, ਮਸਲ ਬਣੂਗੀ, ਜਿਹੜੀਆਂ ਤੁਹਾਡੀਆਂ ਨਾੜਾਂ ਨੇ ਜਾਂ ਸਕਿਨ ਆ ਜਾਂ ਹੋਰ ਤੁਹਾਡੀਆਂ ਜਿਹੜੀਆਂ ਕਰਮ ਇੰਦਰੀਆਂ ਨੇ, ਇਹਨਾਂ ਨੂੰ ਮਜ਼ਬੂਤੀ ਦੇਵੇਗੀ। ਬਿਲਕੁਲ। ਤੇ ਜੇ
ਆਪਾਂ ਨਹੀਂ ਐਕਸਰਸਾਈਜ਼ ਕਰਦੇ ਉਦਾਂ ਹੀ ਖਾਈ ਜਾਵਾਂਗੇ ਤੇ ਫਿਰ ਤੁਸੀਂ ਅਮਰੀਕਾ 'ਚ ਵੇਖੋ ਕਿੱਡੇ ਕਿੱਡੇ ਲੋਕ ਮੋਟੇ ਬੈਠੇ ਉੱਥੇ। ਪੰਜਾਬ 'ਚ ਵੀ ਬਹੁਤ ਲੋਕ ਮੋਟੇ ਤੁਹਾਨੂੰ ਮਿਲਣਗੇ, ਲੋੜ ਤੋਂ ਜ਼ਿਆਦਾ ਲੋਕ ਖਾ ਲੈਂਦੇ ਨੇ। ਔਰ ਫਿਰ ਕੀ ਹੁੰਦਾ ਹੈ, ਕਿਸੇ ਦਾ ਕੋਲੇਸਟ੍ਰੋਲ ਵਧਿਆ, ਕਿਸੇ ਦਾ BP ਵਧਿਆ, ਕਿਸੇ ਦਾ ਕੁਝ ਤੇ ਕਿਸੇ ਦਾ ਕੁਝ। ਮੈਂ ਅੱਜ ਬੈਠਾ ਗੁਰਬੀਰ ਨਾਲ ਸਲਾਹ ਕਰਦੇ ਆ, ਮੈਂ ਗੁਰਬੀਰ ਦੇਖ ਇਹ ਜਾਨਵਰਾਂ ਦੇ ਲਈ, ਕੋਈ ਮੱਛੀਆਂ ਦੇ ਲਈ, ਕੋਈ ਕਬੂਤਰਾਂ, ਘੁੱਗੀਆਂ, ਕਟਾਰਾਂ ਦੇ ਲਈ ਕੋਈ ਹਸਪੀਟਲ ਹੈਗਾ ਨਾ? ਕੋਈ ਇਹਨਾਂ ਜਾਨਵਰਾਂ ਚੋਂ ਕੋਈ ਮੋਟਾ ਜਾਨਵਰ ਤੁਹਾਨੂੰ ਅਜੇ ਤੱਕ ਮਿਲਿਆ ਨਹੀਂ। ਕੋਈ ਜਿਹੜੀ ਕਬੂਤਰੀ ਵੇਖੋ ਜਾਂ ਕਬੂਤਰ ਵੇਖੋ ਜਿਹਨੂੰ ਫੈਟ ਹੋ ਗਈ ਹੋਵੇ ਜਾਂ ਜਿਹਦਾ ਕੋਲੇਸਟ੍ਰੋਲ ਵੱਧ ਗਿਆ ਹੋਵੇ? ਨਾ, ਨਹੀਂ, ਕੋਈ ਨਹੀਂ ਹੈਗੇ। 84 ਲੱਖ ਜੂਨ ਚ ਕੋਈ ਪ੍ਰੋਬਲਮ ਨਹੀਂ ਆ, ਇਕੱਲੇ ਬੰਦੇ ਨੂੰ ਹੀ ਪ੍ਰੋਬਲਮ ਹੈ। ਇਹਦਾ ਮਤਲਬ ਕੁਛ ਤੇ ਗੜਬੜ ਕਰ ਰਿਹਾ ਨਾ। ਬਿਲਕੁਲ। ਕਿਉਂਕਿ ਕੀ ਕਰਦਾ, ਆਪਣੇ ਖਾਣੇ 'ਚ ਵੀ ਗਲਤ ਚੀਜ਼ਾਂ ਮਿਲਾ ਦਿੰਦਾ ਲੋਕਾਂ ਦੇ ਲਈ, ਪੈਸੇ ਕਮਾਉਣ ਦੇ ਲਈ। ਬੰਦਾ ਕੀ ਕਰਦਾ, ਖਾਣੇ 'ਚ ਵੀ ਗਲਤ ਚੀਜ਼ਾਂ ਪਾ ਦਿੰਦਾ। ਬੜਾ ਸ਼ਰਾਰਤੀ ਇਨਸਾਨ, ਬਹੁਤ ਖਤਰਨਾਕ ਜਾਨਵਰ ਹੈਗਾ। ਤਾਈਓ ਤੇ ਬਾਣੀ ਕਹਿ ਕੇ ਗਈ, ਅਸੰਖ ਚੋਰ ਹਰਾਮ ਖੋਰ ਅਸੰਖ। ਬਹੁਤ ਜ਼ਿਆਦਾ ਲੋਕ ਨੇ ਏਦਾਂ ਦੇ। ਇੱਥੇ ਆਪਾਂ ਚੀਜ਼ ਨੂੰ ਸਮਝ ਗਏ ਕਿ ਚੀਜ਼ ਨੂੰ ਖਾਣਾ ਹੈ ਔਰ ਉਸ ਤੋਂ ਬਾਅਦ ਉਹਨੂੰ ਹਜਮ ਕਰਨਾ ਹੈ। ਆਪਣੇ ਗੁਰੂਆਂ ਨੇ ਜਿੰਨਾ ਵੀ ਜੀਵਨ ਬਤੀਤ ਕੀਤਾ ਹੈ, ਉਹਨਾਂ ਨੇ ਹਜਮ ਕਰਕੇ ਸਾਨੂੰ ਦਿਖਾਇਆ ਵੀ ਹੈ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਦੁਨੀਆ ਭਰ ਦੇ ਸੰਤਾਂ ਦੀ, ਬਾਬਿਆਂ ਦੀ ਬਾਣੀ ਭਰੀ ਹੈ, ਉਹਦਾ ਕਾਰਨ ਹੀ ਇਹੋ ਆ, ਉਹਨਾਂ ਨੇ ਹਜਮ ਕੀਤਾ ਇਹਨੂੰ। ਕੇਵਲ ਗੱਲਾਂ ਨਹੀਂ ਕੀਤੀਆਂ। ਬਾਣੀ ਕਹਿੰਦੀ ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ। ਉਹਨਾਂ ਨੇ ਅਚਾਰਾਂ 'ਚ ਵੀ ਉਸ ਜਿਹੜਾ ਮਾਪਦੰਡ ਸੀ, ਜਿਹੜਾ ਪੈਰਾਮੀਟਰ ਸੀ, ਉੱਥੇ ਖਰੇ ਉਤਰੇ ਨੇ ਉਹ। ਬਿਲਕੁਲ। ਕੇਵਲ ਗੱਲਾਂ ਨਹੀਂ ਕੀਤੀਆਂ, ਉਹ ਪ੍ਰੈਕਟੀਕਲ 'ਚ ਜਦੋਂ ਲੋੜ ਪਈ ਹੈ ਤੇ ਉੱਥੇ ਕੁਰਬਾਨੀ ਦਿੱਤੀ ਹੈ। ਠੀਕ ਹੈ ਜੀ। ਬਿਲਕੁਲ। ਸੋ ਇਹ ਜਿਹੜੀ ਚੀਜ਼ ਚੱਲਦੀ ਹੈ, ਧਾਰਾ ਚੱਲਦੀ ਹੈ। ਹੁਣ ਦੇਖੋ, ਇੱਕ ਨਲਕੇ ਦਾ ਪਾਣੀ ਨਿਕਲਦਾ ਪਿਆ, ਤੁਸੀਂ ਉਹਨੂੰ ਪੀ ਲਓ, ਉਹ ਬਹੁਤ ਤੁਹਾਨੂੰ ਸ਼ਕਤੀ ਦੇਵੇਗਾ। ਇੱਕ ਪਾਣੀ ਜਿਹੜਾ ਨਿੱਜਰ ਸਾਹਿਬ ਤੁਸੀਂ ਟੈਂਕ 'ਚ ਸਟੋਰ ਕਰ ਲਿਆ, ਫਰਕ ਤੇ ਪੈ ਗਿਆ ਨਾ। ਕਿ ਜਦ ਤਾਜ਼ਾ ਨਿਕਲਦਾ। ਹੁਣ ਦੁੱਧ ਵੇਖ ਲਓ, ਗਾਂ ਦਾ, ਮੱਝ ਦਾ, ਤੁਸੀਂ ਚੋਂਦੇ ਨੂੰ ਭਾਵੇਂ ਉਦਾਂ ਹੀ ਪੀ ਲਓ। ਪਰ ਜਦੋਂ ਦੁੱਧ ਨੂੰ ਤੁਸੀਂ ਸਟੋਰ ਕਰ ਲਿਆ, ਸਮੇਂ ਦੇ ਲਈ ਹੋਰ ਪ੍ਰੀਜ਼ਰਵ ਕੀਤਾ, ਤੇ ਉਹਦੀ ਗੁਣਵੱਤਾ ਉਨੀ ਨਹੀਂ ਰਹਿ ਜਾਂਦੀ। ਔਰ ਇਸੇ ਹੀ ਤਰ੍ਹਾਂ ਜਦੋਂ ਇਹ ਦੇਖੋ ਬ੍ਰਹਮ ਗਿਆਨੀ ਧਰਤੀ ਤੇ ਆਉਂਦੇ ਆ, ਉਹ ਗਿਆਨ ਦਿੰਦੇ ਆ। ਔਰ ਜੇਕਰ ਤੁਹਾਡਾ ਕੋਈ ਭਰਮ ਹੈ, ਤੁਹਾਡਾ ਕੋਈ ਸਵਾਲ ਹੈ, ਤੇ ਉਹਨਾਂ ਦੇ ਜਵਾਬ ਵੀ ਮਿਲਦੇ ਆ, ਕਿਉਂਕਿ ਉਹ ਜਵਾਬ ਬੜਾ ਜ਼ਰੂਰੀ ਹੈ ਨਾ। ਕਈ ਵਾਰੀ ਬੰਦਾ ਕਨਫਿਊਜ਼ਨ 'ਚ ਆ ਜਾਂਦਾ ਹੈ। ਉਹ ਕਹਿੰਦਾ ਮੈਂ ਸੱਜੇ ਜਾਵਾਂ, ਮੈਂ ਖੱਬੇ ਜਾਵਾਂ, ਮੈਂ ਅੱਗੇ ਜਾਵਾਂ ਕਿ ਮੈਂ ਪਿੱਛੇ ਜਾਵਾਂ। ਕਈ ਏਦਾਂ ਦੇ ਸਵਾਲ ਹੁੰਦੇ ਆ, ਤੇ ਉਸ ਟਾਈਮ ਤੇ ਉਹ ਸਵਾਲ ਹੱਲ ਕੀਤੇ ਜਾ ਸਕਦੇ ਆ। ਹੁਣ ਉਸ ਟਾਈਮ ਤੇ ਆਪਾਂ ਧਿਆਨ ਨਾ ਦਈਏ, ਮੁੜ ਕੇ ਆਪਾਂ ਤੁਰੇ ਫਿਰੀਏ, ਉਹ ਫਿਰ ਕੀ ਹੁੰਦਾ ਕਿ ਵੇਲੇ ਉਹ ਬੰਦਾ ਘੁੱਸ ਜਾਂਦਾ। ਠੀਕ ਹੈ ਨਾ ਜੈਸਾ? ਬਿਲਕੁਲ ਬਈ, ਗੁਰੂ ਦੇ ਬਚਨਾਂ ਤੇ ਉਸ ਟਾਈਮ ਤਾਂ ਆਪਾਂ ਨੇ ਸਤਿਕਾਰ ਕੀਤਾ ਹੀ ਨਹੀਂ। ਗੁਰੂ ਜੋ ਬੋਲ ਰਿਹਾ ਹੈ, ਗੱਲ ਨੂੰ ਗੌਰ ਕੀਤਾ ਹੀ ਨਹੀਂ। ਮਗਰੋਂ ਬਾਅਦ ਵਿੱਚ ਜਿਹੜਾ ਹੈਗਾ, ਤੁਸੀਂ ਬਾਅਦ ਚ ਜੋ ਮਰਜ਼ੀ ਕਰਦੇ ਹੋ, ਗੱਲ ਥੋੜੀ ਨਾ ਬਣਨੀ ਹੈ। ਹਾਂ, ਮੁੜ ਕੇ ਫਿਰ ਉਹ ਫਿਰ ਗੱਲ ਨਹੀਂ ਬਣਦੀ, ਹਨਾ। ਮੁੜ ਕੇ ਤੁਸੀਂ ਚੀਜ਼ ਨੂੰ ਡੈਮੇਜ ਕਰ ਲਿਆ। ਹੁਣ ਤੁਹਾਨੂੰ ਅਗਲਾ ਕਹਿੰਦਾ ਕਿ ਗੱਡੀ ਨੂੰ ਸਹੀ ਤਰ੍ਹਾਂ ਚਲਾਓ। ਹੁਣ ਤੁਸੀਂ ਉਦੋਂ ਤੇ ਧਿਆਨ ਨਹੀਂ ਦਿੱਤਾ। ਹੁਣ ਸਾਲ 2 ਸਾਲ ਬਾਅਦ ਤੁਹਾਨੂੰ ਪਤਾ ਲੱਗਾ ਗੱਡੀ 'ਚ ਕਈ ਨੁਕਸ ਪੈ ਗਿਆ, ਉਹਦਾ ਇੰਜਨ ਵੀ ਖਰਾਬ, ਟਾਇਰ ਵੀ ਖਰਾਬ ਆ। ਹੁਣ ਤੁਸੀਂ ਸੋਚੋ ਕਿ ਉਹ ਜਿਹੜਾ ਫਲਾਨਾ ਬੰਦਾ ਸੀ, ਉਹ ਕਹਿੰਦਾ ਸੀ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ, ਪਰ ਹੁਣ ਸੋਚਣ ਦੇ ਨਾਲ ਕੀ ਹੋਊਗਾ ਨਿੱਜਰ ਸਾਹਿਬ? ਬਿਲਕੁਲ, ਡੈਮੇਜ ਤਾਂ ਆਲਰੇਡੀ ਹੋ ਚੁੱਕਿਆ। ਇਸ ਕਰਕੇ ਜਿਵੇਂ ਬਾਣੀ ਸਾਨੂੰ ਕੋਈ ਚੀਜ਼ ਸਮਝਾਉਂਦੀ ਆ, ਪਲੀਜ਼ ਇਸ ਨੂੰ ਨੋਟ ਕਰੋ ਔਰ ਇੰਪਲੀਮੈਂਟ ਕਰ ਦਿਓ, ਕਿਉਂਕਿ ਸ਼ਬਦ ਪ੍ਰਮਾਣ ਹੈਗਾ। ਸ਼ਬਦ ਪ੍ਰਮਾਣ ਉਹਨਾਂ ਬ੍ਰਹਮ ਗਿਆਨੀਆਂ ਦੇ ਵੱਲੋਂ ਜਿਹੜੇ ਆਪ ਮੁਕਤ ਹੋ ਗਏ ਨੇ, ਤੇ ਸਾਨੂੰ ਮੁਕਤੀ ਦੇ ਲਈ ਰਾਜ ਦੱਸ ਕੇ ਗਏ ਨੇ ਕਿ ਇਹ ਰਸਤਾ ਹੈਗਾ। ਹੁਣ ਜੋ ਕੁਝ ਉਹ ਕਹਿ ਕੇ ਗਏ ਨੇ, ਅੱਖਾਂ ਬੰਦ ਕਰਕੇ ਵਿਸ਼ਵਾਸ ਕਰੋ, ਔਰ ਜਿਹੜੇ ਵੀ ਨਕਲੀ ਕੱਚ ਹੈਗੇ ਸੁੱਟ ਦੋ ਉਹਨਾਂ ਨੂੰ। ਠੀਕ ਹੈ ਜੀ? ਬਿਲਕੁਲ। ਅੱਗੇ ਚੱਲੀ ਨਿੱਜਰ ਸਾਹਿਬ। ਅੱਧ ਵਿੱਚ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਤੇ ਮਨਮੁਖ ਜਿਹੜਾ ਹੁੰਦਾ, ਜਿਹੜਾ ਆਪਣੇ ਮਨ ਦੀ ਮੰਨਦਾ ਹੈ ਪਾਈ, ਉਹ ਤਾਂ ਫਿਰ ਨਾ ਇੱਧਰ ਦਾ ਤੇ ਨਾ ਉੱਧਰ ਦਾ ਪਾਈ, ਅੱਧ ਦੇ ਵਿੱਚ ਹੀ ਫਿਰਦਾ ਹੈ ਕਹਿੰਦੇ। ਪਰ ਗੱਲਾਂ ਬਾਤਾਂ ਦੇ ਨਾਲ ਜਿਹੜਾ ਹੈਗਾ ਸੁੱਖ ਤਾਂ ਮਿਲ ਨਹੀਂ ਸਕਦਾ, ਜਦ ਤੱਕ ਕਿ ਉਹ ਕੰਮ ਨਹੀਂ ਕਰਾਂਗੇ ਤਦ ਤੱਕ। ਹਾਂਜੀ ਵੀਰ ਜੀ। ਦੇਖੋ, ਕੇਵਲ ਗਿਆਨ ਨੂੰ ਪੜ੍ਹਨ ਦੇ ਨਾਲ ਤੁਹਾਡੇ ਅੰਦਰ ਦੇ ਜਿਹੜੇ ਮਨਮੁਖ ਦੇ ਔਗਣ ਆ, ਉਹ ਨਸ਼ਟ ਨਹੀਂ ਹੋਣੇ। ਇਹ ਚੀਜ਼ ਨੂੰ ਆਪਣੀ ਅੰਡਰਸਟੈਂਡ ਕਰੋ। ਗੱਲ ਬੜੀ ਸਿੰਪਲ ਜੀ ਆ। ਇੱਕ ਲਾਈਨ ਦੇ ਵਿੱਚ ਮੈਂ ਸਾਰਾ ਬ੍ਰਹਮ ਗਿਆਨ ਤੁਹਾਡੇ ਗਾੜੀ ਧਰ ਦਾਂਗਾ। ਭਗਤੀ ਤੋਂ ਭਾਵ ਹੈ ਆਪਣੇ ਆਪ ਨੂੰ ਪ੍ਰਮਾਤਮਾ ਦੇ ਚਰਨਾਂ 'ਚ ਲੈ ਕੇ ਜਾਣਾ, ਕਿਉਂਕਿ ਉਹ ਪਾਰਸ ਹੈ, ਉਹਦੇ ਚਰਨਾਂ 'ਚ ਜਾਣਾ। ਠੀਕ ਹੈ? ਉਹਦੇ ਚਰਨਾਂ 'ਚ ਜਾਣ ਦੇ ਲਈ ਇੱਕ ਵਿਧੀ ਹੈ, ਉਹ ਹੈ ਨਿਰਵਿਚਾਰ ਅਵਸਥਾ।
ਨਿਰਵਿਚਾਰ ਦੇ ਵਿੱਚ ਕੀ ਹੁੰਦੇ, ਜੋ ਤੁਹਾਡੇ ਜਿਹੜੇ ਕਰਮ ਇੰਦਰੀਆਂ, ਗਿਆਨ ਇੰਦਰੀਆਂ ਆਪਣੇ ਮੂਲ ਸਰੋਤ 'ਚ ਸਥਿਰ ਹੋ ਜਾਂਦੀਆਂ, ਨਸ਼ਟ ਨਹੀਂ ਹੁੰਦੀਆਂ, ਉੱਥੇ ਰਹਿੰਦੀਆਂ ਨੇ। ਤੇ ਮਨ ਕੀ ਕਰਦਾ, ਮਨ ਅਕਿਰਿਆ ਅਵਸਥਾ 'ਚ ਆਪਣੇ ਆਪ 'ਚ ਸਥਿਰ ਹੋ ਜਾਂਦਾ, ਚਿੱਤ ਆਪਣੀ ਅਕਿਰਿਆ ਅਵਸਥਾ 'ਚ ਸਥਿਰ ਹੋ ਜਾਂਦਾ, ਬੁੱਧੀ ਆਪਣੀ ਅਕਿਰਿਆ ਅਵਸਥਾ ਦੇ ਵਿੱਚ ਸਥਿਰ ਹੋ ਜਾਂਦੀ ਹੈ, ਅੱਖਾਂ ਆਪਣੀ ਅਕਿਰਿਆ ਅਵਸਥਾ 'ਚ ਸਥਿਰ ਹੋ ਜਾਂਦੀਆਂ, ਤੇ ਤੁਹਾਡੇ ਕੰਨ, ਤੁਹਾਡਾ ਮੂੰਹ, ਤੁਹਾਡੀ ਨਾਸਿਕਾ, ਇਹ ਸਾਰੇ, ਤੁਹਾਡੀਆਂ ਲੱਤਾਂ, ਤੁਹਾਡੇ ਪੈਰ, ਇਹ ਸਭ ਅਕਿਰਿਆ ਅਵਸਥਾ 'ਚ ਸਥਿਰ ਹੋ ਜਾਂਦੇ ਆ। ਉਸ ਟਾਈਮ ਤੇ ਤੁਸੀਂ ਕਰਦੇ ਜੋ, ਤੁਸੀਂ ਪ੍ਰਮਾਤਮਾ ਦੇ ਚਰਨਾਂ 'ਚ ਚੱਲ ਜਾਂਦੇ। ਬਿਲਕੁਲ ਸਹੀ ਗੱਲ ਆ, ਕਿਉਂਕਿ ਦੇਖੋ ਗੁਰਕੀ ਸਾਹਿਬ, ਮਨ ਜਿਹੜਾ ਹੈਗਾ, ਇਹਦੀਆਂ ਅੱਖਾਂ, ਹੱਥ ਪੈਰ ਆਪਾਂ ਨੇ ਮਨ ਦੇ ਖੋਲੇ ਆ, ਮਨ ਨਹੀਂ ਤੁਰ ਸਕਦਾ। ਹੁਣ ਮਨ ਕ੍ਰਿਪਲ ਹੋ ਗਿਆ, ਪੰਗ ਹੋ ਗਿਆ ਮਨ। ਹਾਂ, ਫਿਰ ਕਹਿੰਦੇ ਕਤ ਜਾਈਏ ਰੇ ਘਰ ਲਾਗੋ ਰੰਗ। ਮੈਂ ਜਦੋਂ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਮੂਲ ਸਰੋਤ 'ਚ ਲੈ ਕੇ ਚਲਾ ਗਿਆ, ਉਸ ਤੋਂ ਬਾਅਦ ਕੀ ਹੋਇਆ, ਮੈਨੂੰ ਰੰਗ ਲੱਗ ਗਿਆ। ਕਿਹਦਾ ਰੰਗ ਲੱਗ ਗਿਆ? ਪ੍ਰਮਾਤਮਾ ਦਾ। ਬਿਲਕੁਲ। ਔਰ ਉਹ ਰੰਗ ਚੜ ਗਿਆ ਤੁਹਾਡੇ ਤੇ, ਹੁਣ ਤੁਹਾਡੇ ਤੇ ਚੜਦਾ ਪਿਆ ਰੰਗ, ਵੇਖੋ ਚੜਦਾ। ਉਹ ਵੱਖਰੀ ਗੱਲ ਹੈ, ਨਾ ਚੜਾਓ, ਭਾਵੇਂ 20 ਸਾਲ ਲਾਓ, ਭਾਵੇਂ ਕਰੋੜ ਜਨਮ ਲਾਓ, ਉਹ ਤੁਹਾਡੀ ਮਰਜ਼ੀ ਆ। ਪਰ ਇਸ ਟਾਈਮ ਮੌਕਾ ਹੈਗਾ ਜੀ 101%। ਬਿਲਕੁਲ। ਕੋਈ ਇਹ ਰਹਿ ਜੇ ਵੱਖਰੀ ਗੱਲ ਆ। ਉਹ ਗੱਲਾਂ ਆਪਾਂ ਨਹੀਂ ਬਿਲੀਵ ਕਰਦੇ, ਅਸੀਂ ਤੇ ਉਹ ਚੀਜ਼ ਨੂੰ ਜੀ ਰਹੇ ਹਾਂ। ਬਹੁਤ ਆਨੰਦ ਆ, ਮੈਂ ਝੂਠ ਨਹੀਂ ਬੋਲ ਸਕਦਾ ਤੁਹਾਡੇ ਨਾਲ। ਉਸ ਚੀਜ਼ ਨੂੰ ਮੈਂ ਹੰਢਾ ਰਿਹਾ ਵਾਂ, ਦਿਨੇ ਰਾਤ ਹਰ ਪਲ ਉਸ ਜੀਵਨ ਦੇ ਵਿੱਚ ਬੈਠਾ ਮੈਂ। ਔਰ ਮੈਂ ਚਾਹੁੰਦਾ ਕਿ ਉਸ ਜੀਵਨ ਨੂੰ ਤੁਸੀਂ ਵੀ ਹੰਢਾਓ। ਇਹ ਮਨ ਦੀ ਅਕਿਰਿਆ ਅਵਸਥਾ ਦੇ ਵਿੱਚ ਜਿਹੜਾ ਜੀਵਨ ਬਤੀਤ ਕਰਨਾ, ਉਹ ਤੇ ਇੰਨਾ ਸੁੱਖ ਆ। ਸਭ ਕੁਝ ਤਾਂ ਬੰਦ ਹੋ ਗਿਆ। ਕਿੱਥੇ ਜਾਣਾ ਹੈ? ਜਿੱਥੇ ਜਾਣਾ, ਉਹ ਕਹਿੰਦੇ ਮੈਂ ਚੱਲ ਗਿਆ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ। ਕਬੀਰ ਸਾਹਿਬ ਜੀ ਦੇ ਜਿਹੜੇ ਗੁਰੂ ਸਾਹਿਬ, ਉਹ ਕਹਿ ਰਹੇ ਨੇ, ਰਾਮਾਨੰਦ, ਉਹ ਗੁਰੂ ਨਾਨਕ ਪਾਤਸ਼ਾਹ ਵੀ ਉਹ ਕਹਿ ਰਹੇ ਨੇ, ਬਾਕੀ ਸਾਰੇ ਗੁਰੂ ਆਪਣੇ ਉਹ ਕਹਿ ਰਹੇ ਨੇ, ਕਬੀਰ ਸਾਹਿਬ ਵੀ ਕਹਿ ਰਹੇ ਨੇ। ਹਰ ਇੱਕ ਜਿਹੜਾ ਬ੍ਰਹਮ ਗਿਆਨੀ ਆ, ਉਹ ਕਹਿੰਦਾ ਕਿ ਅਨਮਨੀ ਅਵਸਥਾ ਨੂੰ ਮੈਂ ਮਾਣ ਰਿਹਾ ਵਾਂ। ਹੁਣ ਨਹੀਂ ਚੱਲਦਾ ਮਨ। ਕਿੱਥੇ ਚੱਲਣਾ ਹੈ? ਜਿੱਥੇ ਜਾ ਕੇ ਉਸਨੇ ਆਪਣੇ ਆਪ ਦਾ ਭਰਮ, ਆਪਣੇ ਆਪ ਦਾ ਅਗਿਆਨ ਜਿਹੜਾ ਹੈ ਦੂਰ ਕਰ ਲਿਆ। ਕਹਿੰਦੇ ਮਨ ਕੋ ਜਨਮ ਜਨਮ ਕੀ ਮਨ ਲੱਗੀ, ਕਾਲਾ ਹੁਆ ਸਵਾ। ਇਹ ਜਦੋਂ ਮਨ ਜਿੱਦਾਂ ਹੀਰੇ ਤੇ ਗੰਦ ਮੰਦ ਲੱਗ ਜੇ, ਮਿੱਟੀ ਲੱਗ ਜੇ, ਤੇ ਹੀਰਾ ਜਿਹੜਾ ਹੈ ਉਹਦੀ ਖੂਬਸੂਰਤੀ ਦਿਖਾਈ ਨਹੀਂ ਦਿੰਦੀ, ਕਿਉਂਕਿ ਕਵਰ ਕਰ ਲਿਆ ਹੈ ਮਲੀਨਤਾ ਨੇ। ਇਸੇ ਹੀ ਤਰ੍ਹਾਂ ਜਿਹੜੇ ਔਗਣ ਨੇ, ਉਹ ਤੁਹਾਡੇ ਅੰਦਰ ਜਿਹੜਾ ਹੀਰਾ ਹੈ ਨਾ, ਉਹਨੂੰ ਕਵਰ ਕਰ ਲਿਆ ਉਹਨਾਂ ਨੇ। ਔਰ ਉਸ ਮਲੀਨਤਾ ਨੂੰ ਬਾਣੀ 'ਚ ਵੀ ਕਹਿੰਦੇ ਮੂਤ ਪਲੀਤੀ ਕੱਪੜ ਹੋਈਏ, ਦਈਏ ਸਾਬਣ ਲਈਏ ਧੋਈਏ। ਹਾਂਜੀ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਮ ਹੈ ਕੇ ਰੰਗ। ਉਹ ਨਾਵੇਂ ਕੇ ਰੰਗ। ਨਾਮ ਦਾ ਮਤਲਬ ਇੱਥੇ ਉਹੀ ਆ, ਨਿਰਵਿਚਾਰ ਹੋ ਕੇ ਬ੍ਰਹਮ 'ਚ ਲੀਨ ਹੋ ਜਾਣਾ। ਔਰ ਬ੍ਰਹਮ ਕੀ ਕਰਦਾ ਹੈ? ਉਹ ਸਾਡੀ ਮਲੀਨਤਾ ਸਾਡੇ ਤੋਂ ਖੋਹ ਲੈਂਦਾ ਹੈ, ਕਿਉਂਕਿ ਉਹ ਆਪ ਬੜਾ ਪਵਿੱਤਰ ਹੈ। ਔਰ ਉਹ ਚਾਹ ਕੇ ਵੀ ਰੋਕ ਥੋੜੀ ਸਕਦਾ ਹੈ, ਕਿਉਂਕਿ ਆਪਾਂ ਬਹੁਤ ਅੱਗੇ ਆ ਗਏ ਹਾਂ। ਮਨ ਤੋਂ ਅੱਗੇ ਚੱਲ ਗਏ ਹਾਂ। ਮਨ ਤੋਂ ਅੱਗੇ ਚੱਲ ਜਾਣਾ ਮਤਲਬ ਪ੍ਰਕਿਰਤੀ ਤੋਂ ਅੱਗੇ ਚੱਲ ਗਏ ਤੁਸੀਂ। ਉੱਥੇ ਤੇ ਬ੍ਰਹਮ ਹੈ, ਨਿਰਗੁਣ ਬ੍ਰਹਮ। ਬ੍ਰਹਮ ਕੀ ਕਹਿੰਦੇ? ਬ੍ਰਹਮ ਦੀ ਕੀ ਪਛਾਣ ਹੈ? ਉਹ ਕਹਿੰਦੇ ਅਮਾਵਸ ਦੀ ਰਾਤ ਵਾਂਗੂ ਹੈ। ਪਹਿਲਾਂ ਆਇਆ ਸੀ ਨਾ। ਬਿਲਕੁਲ। ਕਹਿੰਦੇ ਸੀ ਕਿੱਦਾਂ ਦਾ ਬ੍ਰਹਮ ਹੈ? ਉਹ ਕਹਿੰਦੇ ਅਮਾਵਸ ਦੀ ਰਾਤ। ਕਹਿੰਦੇ ਕਿੱਦਾਂ ਪਤਾ ਲੱਗੂ? ਕਹਿੰਦੇ ਜਦੋਂ ਨਿਰਵਿਚਾਰ ਹੋ ਕੇ ਅੰਦਰ ਅਮਾਵਸ ਦੀ ਰਾਤ ਬਣ ਗਈ, ਜਿੱਥੇ ਸਭ ਕੁਝ ਸਟਾਪ ਹੋ ਗਿਆ, ਕਾਲਾ ਸਵਾਹ ਹੋ ਗਿਆ, ਬਿਲਕੁਲ ਸਭ ਕੁਝ ਸ਼ੂਨਯ ਹੋ ਗਿਆ, ਉੱਥੇ ਧਰਤੀ ਨਾ ਸੂਰਜ ਨਾ ਚੰਦ ਨਾ ਤਾਰੇ, ਸਮਝ ਲਾ ਤੂੰ ਪਹੁੰਚ ਗਿਆ। ਉੱਥੇ ਇੰਦਰੀਆਂ ਨਹੀਂ ਹੈਗੀਆਂ, ਪਰ ਉਸ ਨੂੰ ਅਨੁਭਵ ਕਰਨ ਦੇ ਲਈ ਤੇਰੇ ਅੰਦਰ ਇੱਕ ਦੀਪਕ ਹੈ, ਉਹ ਤੇਰੀ ਸੁਰਤੀ ਹੈ। ਉਹ ਸੁਰਤੀ ਜਦੋਂ ਆਪਣੇ ਮੂਲ ਸਰੋਤ 'ਚ ਸਥਿਰ ਹੋ ਜਾਂਦੀ ਹੈ, ਜਿੱਦਾਂ ਦੀਪਕ ਦਾ ਪ੍ਰਕਾਸ਼ ਆਪਣੇ, ਦੇਖੋ ਜਦੋਂ ਦੀਪਕ ਦਾ ਪ੍ਰਕਾਸ਼ ਹਿਲਦਾ ਹੈ ਨਾ, ਤਾਂ ਗੱਲ ਨਹੀਂ ਬਣਦੀ। ਤੇ ਜਦੋਂ ਉਸਨੂੰ ਇੱਕ ਐਸੀ ਜਗ੍ਹਾ 'ਚ ਬਿਠਾ ਦੋ ਜਿੱਥੇ ਉਹਨੂੰ ਹਵਾ ਨਾ ਲੱਗੇ, ਫਿਰ ਉਸਦੀ ਜਿਹੜੀ ਜੋਤੀ ਹੈ ਨਾ, ਆਪਣੇ ਆਪ 'ਚ ਸਥਿਰ ਹੋ ਜਾਂਦੀ ਹੈ। ਬਿਲਕੁਲ। ਇਸੇ ਹੀ ਤਰ੍ਹਾਂ ਤੁਹਾਡੀ ਜਿਹੜੀ ਅੰਦਰਲੀ ਚੇਤਨਾ ਹੈ, ਆਪਣੇ ਆਪ 'ਚ ਜਦੋਂ ਸਥਿਰ ਹੋ ਗਈ, ਤੇ ਫਿਰ ਜਿਸ ਚੀਜ਼ ਨੇ ਤੁਹਾਨੂੰ ਘੇਰਿਆ ਹੋਇਆ ਹੈ ਨਾ, ਉਹੀ ਪ੍ਰਮਾਤਮਾ ਜੀ। ਕੋਈ ਹੋਰ ਪ੍ਰਮਾਤਮਾ ਨਹੀਂ। ਕੋਈ ਪੱਥਰ ਨਹੀਂ ਹੈਗਾ, ਉਹ ਕੋਈ ਮੂਰਤੀ ਨਹੀਂ ਹੈ, ਕੋਈ ਦਰਖਤ ਨਹੀਂ ਹੈ, ਕੋਈ ਦੇਵੀ ਦੇਵਤਾ ਨਹੀਂ ਹੈ, ਨਾ ਹੋਰ ਕੋਈ ਉਹ ਗੁਰੂ ਹੈ, ਕੁਛ ਵੀ ਨਹੀਂ ਹੈਗਾ। ਉਹ ਨਿਰਗੁਣ ਬ੍ਰਹਮ ਆ। ਬਹੁਤ ਸ਼ੁੱਧ ਹੈ, ਇੰਨਾ ਸ਼ੁੱਧ ਆ ਕਿ ਉਹਦੇ ਕੰਪੇਅਰ ਕਰਨ ਵਾਸਤੇ ਕੋਈ ਚੀਜ਼ ਨਹੀਂ ਹੈਗੀ। ਤੁਸੀਂ ਸੋਨਾ ਵੀ ਨਹੀਂ ਕਹਿ ਸਕਦੇ। ਵੇਖਿਆ ਨਾ 99.99% ਲਿਖਿਆ ਹੁੰਦਾ ਹੈ। ਅਜੇ ਤੱਕ ਧਰਤੀ ਤੇ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ 100% ਸ਼ੁੱਧ ਹੋਵੇ। ਨਿਜਰ ਸਾਹਿਬ, ਕੋਈ ਵੀ ਚੀਜ਼ ਸ਼ੁੱਧ ਨਹੀਂ ਹੋ ਸਕਦੀ, ਪਰ ਪ੍ਰਮਾਤਮਾ 100% ਜੀ। ਠੀਕ ਹੈ ਜੀ। ਬਿਲਕੁਲ। ਆਪ ਕੁਛ ਕਹਿ ਰਹੇ ਸੀ? ਨਹੀਂ, ਠੀਕ ਹੈ ਵੀਰ ਜੀ। ਅੱਛਾ, ਹਾਂ,
ਉਸ ਤੋਂ ਬਾਅਦ ਫਿਰ ਕੀ ਹੋਣਾ ਹੈ ਕਿ ਜਦੋਂ ਤੁਸੀਂ ਬਾਰ-ਬਾਰ ਉਸ ਨਿਰਵਿਚਾਰ ਸਮਾਧੀ 'ਚ ਜਾ ਕੇ ਉਸ ਆਤਮਾ ਤੱਤ ਨੂੰ ਬਾਰ-ਬਾਰ ਦੇਖਿਆ ਔਰ ਉਸ ਤੋਂ ਬਾਅਦ ਕੀ ਪ੍ਰਾਪਤੀ ਹੋਣੀ ਹੈ, ਉਹ ਜਿਹੜਾ ਮਨ ਜਿਹੜਾ ਕਾਲਾ ਸਵਾਹ ਹੋਇਆ ਨਾ, ਉਹਦੀ ਮਲੀਨਤਾ ਘਟਣੀ ਸ਼ੁਰੂ ਹੋ ਜਾਣੀ ਹੈ। ਜਦੋਂ ਕੋਈ ਚੀਜ਼ ਜ਼ਿਆਦੀ ਵੇਖੋ, ਕੋਈ ਚੀਜ਼ ਜ਼ਿਆਦੀ ਗੰਦੀ ਹੋ ਜਾਂਦੀ, ਜ਼ਿਆਦੀ ਮਲੀਨ ਹੋ ਜਾਂਦੀ ਹੈ ਤੇ ਉਹਨੂੰ ਸਾਫ਼ ਕਰਨ ਦੇ ਲਈ ਥੋੜਾ ਟਾਈਮ ਲੱਗਦਾ। ਇਸ ਕਰਕੇ ਬਾਣੀ 'ਚ ਕਿਹਾ ਕਿ ਸੁਨਿਆਰੇ ਤੇ ਵਾਂਗੂ ਧੀਰਜ ਰੱਖਣਾ ਹੈ, ਕਾਲੇ ਨਹੀਂ ਪੈਣਾ। ਬਿਲਕੁਲ, ਕਿਉਂਕਿ ਇੱਥੇ ਕਾਲਿਆਂ ਦਾ ਕੰਮ ਨਹੀਂ ਹੈਗਾ, ਬਿਲਕੁਲ ਹੀ ਸ਼ਾਂਤ ਬੰਦਾ। ਜਿਹੜਾ ਬੰਦਾ ਹੌਲੀ ਚੱਲਦਾ ਹੈ ਉਸ ਨੂੰ ਆਤਮਾ ਗਿਆਨ ਪਹਿਲਾਂ ਪ੍ਰਾਪਤ ਹੋ ਜਾਂਦਾ ਹੈ, ਤੇ ਜਿਹੜਾ ਬੰਦਾ ਬਹੁਤੀ ਕਾਹਲੀ ਕਰਦਾ ਹੈ ਉਸ ਨੂੰ ਆਤਮ ਗਿਆਨ ਦੀ ਪ੍ਰਾਪਤੀ ਕਾਫੀ ਦੇਰ ਬਾਅਦ ਹੁੰਦੀ ਜੇ। ਇੱਥੇ ਕੋਈ ਜਲਦੀ ਦਾ ਮਾਰਗ ਨਹੀਂ ਹੈਗਾ, ਠੀਕ ਹੈ। ਬਿਲਕੁਲ, ਬਾਰ-ਬਾਰ ਤੁਸੀਂ ਅੰਦਰ ਆਤਮਾ ਦੇ ਅੰਦਰ ਆਪਣੀ ਸੁਰਤੀ ਨੂੰ ਇਕਾਗਰ ਕੀਤਾ ਤੇ ਤੁਹਾਡੇ ਅੰਦਰ ਇੱਕ ਵਿਵੇਕ ਬੁੱਧੀ ਦਾ ਪ੍ਰਕਾਸ਼ ਹੋ ਜਾਣਾ ਹੈ। ਬਾਣੀ 'ਚ ਕਿਹਾ ਗਿਆ ਹੈ ਕਿ ਦੀਜੇ ਬੁੱਧ ਵਿਵੇਕਾਂ, ਠੀਕ ਹੈ। ਉਹ ਵਿਵੇਕ ਬੁੱਧੀ ਦਾ ਤੁਹਾਨੂੰ ਇੱਕ ਪ੍ਰਕਾਸ਼ ਮਿਲੇਗਾ। ਉਹ ਜਿਵੇਂ ਜਿਵੇਂ ਪ੍ਰਕਾਸ਼ ਵਧੇਗਾ, ਅਗਿਆਨ ਤੁਹਾਡੇ ਜੀਵਨ 'ਚੋਂ ਘਟੇਗਾ, ਸੱਚਾਈ ਸ਼ੁੱਧਤਾ ਤੁਹਾਡੇ ਜੀਵਨ 'ਚ ਆ ਜਾਏਗੀ, ਮਲੀਨਤਾ ਘਟੇਗੀ, ਚੰਗਿਆਈ ਤੁਹਾਡੇ ਜੀਵਨ 'ਚ ਆਏਗੀ। ਫਿਰ ਇੱਕ ਸਮਾਂ ਆਏਗਾ ਜਿਹੜੀ ਇਹ ਭਵ ਸਾਗਰ ਦੀ ਜਿਹੜੀ ਯਾਤਰਾ ਹੈ ਨਾ, ਤੁਸੀਂ ਉਸ ਵਿਵੇਕ ਬੁੱਧੀ ਦੀ ਰੂਪੀ ਕਿਸ਼ਤੀ 'ਚ ਬਹਿ ਕੇ ਇਸ ਨੂੰ ਪਾਰ ਕਰ ਜਾਣਾ ਹੈ। ਮਲੀਨਤਾ ਦਾ ਮਤਲਬ ਹੀ ਹੈ ਕਿ ਤੁਸੀਂ ਸੰਸਾਰ 'ਚ ਹੀ ਰਹੋਗੇ। ਮੈਂ ਇੱਕ ਚੀਜ਼ ਆਪ ਜੀ ਨੂੰ ਕਲੀਅਰਲੀ ਸਮਝਾਉਣਾ ਚਾਹੁੰਦਾ ਹਾਂ, ਜੇਕਰ ਤੁਸੀਂ ਮਲੀਨ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦੁਵੇਸ਼, ਜੇਕਰ ਇਹਨਾਂ ਔਗਣਾਂ 'ਚ ਤੁਸੀਂ ਭਟਕ ਰਹੇ ਜੋ ਤੇ ਤੁਸੀਂ ਸਮਝ ਲਓ ਕਿ ਹਜੇ ਇੱਥੇ ਭਵ ਸਾਗਰ ਤੋਂ ਅੱਗੇ ਨਹੀਂ ਲੰਘੇ। ਇਹ ਭਵ ਸਾਗਰ ਦੀਆਂ ਰੱਸੀਆਂ ਨੇ, ਬਿਲਕੁਲ, ਤੁਸੀਂ ਨਹੀਂ ਲੰਘ ਸਕਦੇ। ਪਲੀਜ਼ ਅੰਡਰਸਟੈਂਡ ਕਰੋ। ਇਟ ਡਜ਼ਨਟ ਮੈਟਰ ਤੁਸੀਂ ਕਿਹੜੇ ਬਾਬੇ, ਕਿਹੜੇ ਧਾਰਮਿਕ ਸਥਾਨ, ਕਿਹੜਾ ਗ੍ਰੰਥ ਪੜ੍ਹਿਆ, ਕੋਈ ਮੈਟਰ ਨਹੀਂ ਕਰਦਾ। ਵੈਰੀ ਕਲੀਅਰ ਮੈਂ ਤੁਹਾਨੂੰ ਕਹਿ ਦੇਣਾ ਚਾਹੁੰਦਾ, ਇਹਨਾਂ ਦੇ ਵਿੱਚ ਜੇਕਰ ਰੱਸੀਆਂ ਕੋਈ ਕਮਜ਼ੋਰ ਹੋ ਗਈਆਂ ਤੇ ਸਮਝ ਲਓ ਕਿ ਤੁਹਾਡੀ ਕਿਸ਼ਤੀ ਚੱਲ ਪਈ ਹੈ। ਬਿਲਕੁਲ, ਤੇ ਜੇ ਰੱਸੀਆਂ ਸਾਰੀਆਂ ਖਤਮ ਹੋ ਗਈਆਂ ਤੇ ਇਹਦਾ ਮਤਲਬ ਤੁਸੀਂ ਕਿਤੇ ਪਹੁੰਚ ਗਏ ਜੋ। ਇੱਕ ਸਿੰਪਲ ਜੀ ਗੱਲ, ਕਿਸੇ ਕੋ ਪੁੱਛਣ ਦੀ ਲੋੜ ਨਹੀਂ ਆ। ਆਹ ਗੱਲ ਮੇਰੀ ਯਾਦ ਰੱਖ ਲੈਣੀ ਆ। ਜੇਕਰ ਇਹਨਾਂ ਦੇ ਤੱਤਾਂ ਦੀ ਕਮਜ਼ੋਰੀ ਆਈ ਆ ਤੇ ਇਹ ਸਮਝੋ ਕਿ ਤੁਸੀਂ ਜਿਹੜਾ ਬੱਸ ਸਟਾਪ ਹੈ ਨਿਜਰ ਸਾਹਿਬ, ਯੂ ਲੈਫਟ ਦਾ ਬੱਸ ਸਟਾਪ, ਯੂ ਆਲਰੇਡੀ ਇਨ ਦਾ ਜਰਨੀ। ਬਿਲਕੁਲ ਠੀਕ ਹੈ ਗੌਰ ਕਿਤਾਬ। ਦੇਖ ਲਓ, ਜਿਸ ਤਰ੍ਹਾਂ ਇੱਕ ਖਲੂਸ ਹੁੰਦਾ, ਗੁਬਾਰਾ ਹੁੰਦਾ, ਗੁਬਾਰਾ ਜਿਹੜਾ ਹੈਗਾ ਉਹਨੂੰ ਜੇ ਰੱਸੀਆਂ ਬੰਨ੍ਹ ਕੇ ਵੇਟ ਲਟਕਾਏ ਹੋਣ, ਤੁਸੀਂ ਇੱਕ ਇੱਕ ਵੇਟ ਕੱਟੀ ਜਾਓ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ, ਦੁਵੇਸ਼ ਵੇਟ ਕੱਢ ਦੋ ਤੇ ਗੁਬਾਰਾ ਉੱਡ ਜਾਏਗਾ ਉੱਪਰ ਨੂੰ। ਹਾਂ, ਤੇ ਜੇ ਗੁਬਾਰਾ ਉੱਥੇ ਖਲੋਤਾ ਹੈ, ਟਸ ਤੋਂ ਮਸ ਨਹੀਂ ਹੋ ਰਿਹਾ, ਤੇ ਫਿਰ ਬਾਣੀ ਪੜ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕਿਸੇ ਨੂੰ ਧੋਖਾ ਨਹੀਂ ਦੇ ਰਹੇ, ਪਰ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਇਹ ਬੜਾ ਸਿੰਪਲ ਜਿਹਾ ਗਿਆਨ ਆ। ਬਾਕੀ ਔਖਾ ਕਰਨਾ ਤੇ ਜਿੰਨਾ ਮਰਜ਼ੀ ਕਰ ਲਓ, ਠੀਕ ਹੈ ਨਜਰ ਸਾਹਿਬ। ਅੱਗੇ ਚੱਲੀਏ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੈ ਕੂੜੀ ਜਾਵੈ। ਕਹਿੰਦੇ ਜਿਹਦੇ ਅੰਦਰ ਪਿਆਰ ਹੀ ਨਹੀਂ ਹੈ ਗੁਰੂ ਦੇ ਨਾਲ, ਸ਼ਰਧਾ ਹੀ ਨਹੀਂ ਹੈਗੀ, ਤੇ ਉਹ ਸਾਧ ਸੰਗਤ, ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ ਤੇ ਕੂੜਾ ਹੀ ਆਉਂਦਾ ਹੈ ਤੇ ਕੂੜਾ ਹੀ ਜਾਏਗਾ ਭਾਈ। ਉਹਦੇ ਅੰਦਰ ਕੋਈ ਪਰਿਵਰਤਨ ਨਹੀਂ ਆਏਗਾ। ਹਾਂਜੀ ਗੋਗੀ ਸਾਹਿਬ, ਬਿਲਕੁਲ ਸਹੀ ਜੀ। ਜੇ ਕੋਈ ਬੰਦਾ ਆਤਮਾ ਤੱਤ ਨੂੰ ਅਨੁਭਵ ਨਹੀਂ ਕਰ ਰਿਹਾ ਤੇ ਡਜ਼ਨਟ ਮੈਟਰ। ਹੁਣ ਪਾਣੀ ਦੇ ਸੰਗ 'ਚ ਆਪਾਂ ਬਰਤਨ ਨੂੰ ਪਾਉਂਦੇ ਆ, ਤੇ ਜੇ ਉਹ ਬਰਤਨ ਦੀ ਮਲੀਨਤਾ ਨਹੀਂ ਜਾ ਰਹੀ ਤੇ ਇਹਦਾ ਮਤਲਬ ਤੇ ਕੁਛ ਤੇ ਗੜਬੜ ਹੈਗੀ ਹੈ ਨਾ। ਹਾਂ, ਉਹਦੀ ਮਲੀਨਤਾ ਜਾਣੀ ਬੜੀ ਜ਼ਰੂਰੀ ਹੈ। ਇਹਦਾ ਮਤਲਬ ਜਿੱਦਾਂ ਦਾ ਤੁਸੀਂ ਬਰਤਨ ਪਾਇਆ ਉਦਾਂ ਦਾ ਤੁਸੀਂ ਵਾਪਸ ਕੱਢ ਲਿਆ, ਗੱਲ ਤੇ ਖਤਮ ਹੋ ਗਈ। ਬਿਲਕੁਲ, ਹਾਂ, ਬਿਲਕੁਲ ਸਹੀ ਗੱਲ ਹੈ। ਹੁਣ ਸੰਗਤ ਦੇ ਵਿੱਚ ਤੁਸੀਂ ਆਏ ਜੋ, ਹਰ ਦਿਨ ਤੁਸੀਂ ਸੰਗਤ 'ਚ ਆਉਂਦੇ, ਇੱਥੇ ਕਰਨ ਕੀ ਆਉਂਦੇ ਜੋ? ਇਹ ਮਲੀਨਤਾ ਦੂਰ ਹੋ ਰਹੀ ਹੈ ਤੁਹਾਡੇ ਅੰਦਰੋਂ, ਤੁਹਾਡੇ ਸੂਖਮ ਦੇ ਅੰਦਰ ਜਿਹੜਾ ਆਪਾਂ ਕੰਮ ਕਰ ਰਹੇ ਹਾਂ, ਜੋ ਬਾਣੀ ਦੇ ਰਾਹੀਂ ਆਪ ਜੋ ਵੀ ਤੁਹਾਡੇ ਅੰਦਰ ਜਾ ਰਿਹਾ, ਪਲੀਜ਼ ਅੰਡਰਸਟੈਂਡ ਕਰੋ। ਕੱਪੜੇ ਦੇ ਵਿੱਚ ਸਰਫ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਕੱਪੜਾ ਮਲੀਨਤਾ ਦਾ ਤਿਆਗ ਕਰਦਾ ਹੈ, ਠੀਕ ਹੈ ਨਜਰ ਸਾਹਿਬ? ਬਿਲਕੁਲ। ਇਹ ਬਾਣੀ ਚਲੋ ਗੁਰੂਆਂ ਨੇ ਬੋਲੀ, ਆਪਾਂ ਬੋਲ ਰਹੇ ਹਾਂ, ਆਪਾਂ ਇਕੱਠੇ ਬਹਿ ਕੇ ਸੰਗ ਕਰ ਰਹੇ ਹਾਂ, ਤੇ ਬਾਣੀ ਕੋਈ ਸਾਡੇ ਅੰਦਰ ਵੀ ਜਾ ਰਹੀ ਹੈ, ਤੁਹਾਡੇ ਅੰਦਰ ਵੀ ਜਾ ਰਹੀ ਹੈ। ਹਾਂਜੀ, ਠੀਕ ਹੈ ਨਜਰ ਸਾਹਿਬ। ਤੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਜ਼ਰੀ ਆਵੇ। ਆ ਲਓ, ਦੇਖ ਲਓ। ਕਹਿੰਦੇ ਜੇ ਕਿਤੇ ਗੁਰੂ ਦੇ ਉੱਤੇ ਸ਼ਰਧਾ ਆ ਗਈ, ਜੇ ਬੋਲਾਂ ਦੇ ਉੱਤੇ ਸ਼ਰਧਾ ਆ ਗਈ ਭਾਈ, ਇਹ ਗੁਰਬਾਣੀ ਗੁਰੂ ਦੀ ਮੱਤ ਦੇ ਉੱਤੇ ਸ਼ਰਧਾ ਆ ਗਈ, ਤੇ ਫਿਰ ਇਹ ਜਿਹੜਾ ਹੈਗਾ ਪਾਰ ਬ੍ਰਹਮ ਪਰਮਾਤਮਾ ਨਜ਼ਰ ਆਏਗਾ ਭਾਈ। ਇਹ ਸਤਿਗੁਰੂ ਜਿਹੜਾ ਹੈਗਾ, ਸਤਿਗੁਰੂ ਨਹੀਂ ਨਜ਼ਰ ਆਏਗਾ, ਫਿਰ ਮਾਲਕ ਪਰਮਾਤਮਾ ਨਜ਼ਰ ਆਏਗਾ ਭਾਈ, ਉਹਦਾ ਰੂਪ ਨਜ਼ਰ ਆਏਗਾ। ਇਹ ਕਿਰਪਾ ਹੋ ਗਈ ਮਾਲਕ ਦੀ। ਓਹੋ, ਸੁਖਵਿੰਦਰ ਜੀ ਤੁਸੀਂ ਮਾਈਕ ਔਨ ਕਰ ਲਿਆ, ਆਪ ਕੁਝ ਕਹਿਣਾ ਚਾਹੁੰਦੇ ਜੋ? ਨਹੀਂ ਵੀਰ ਜੀ। ਹਾਂਜੀ, ਠੀਕ ਹੈ ਜੀ। ਹੁਣ ਦੇਖੋ, ਜੇ ਕਿਰਪਾ ਕਰੇ ਮੇਰਾ ਹਰ
ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਮਤਲਬ ਵੀ ਮਾਲਕ ਨੇ ਮਿਹਰ ਕਰ ਦਿੱਤੀ। ਜੇ ਤਾਂ ਮਿਹਰ ਹੋ ਗਈ ਤੇ ਜਿਹੜੇ ਬ੍ਰਹਮ ਗਿਆਨੀ ਹੈਗੇ, ਜੋ ਗੁਰੂ ਹੈਗੇ ਆ, ਜੋ ਸਤਿਗੁਰੂ ਹੈਗੇ, ਤੇ ਉਹ ਪਰਮੇਸ਼ਰ ਦਾ ਰੂਪ ਨਜ਼ਰ ਆਉਣਗੇ। ਉਹਨਾਂ ਦੀ ਗੱਲ ਜਿਹੜੀ ਹੈਗੀ ਇਮੀਡੀਏਟਲੀ ਬੰਦਾ ਮੰਨੇਗਾ, ਇਮੀਡੀਏਟਲੀ ਆਪਣੇ ਅੰਦਰ ਚੇਂਜ ਕਰ ਲਏਗਾ। ਹਾਂਜੀ ਬਿਲਕੁਲ ਸਹੀ ਹੈ ਜੀ। ਉਹਨਾਂ ਨੇ ਕਿਹਾ ਪੱਥਰ ਸੁੱਟ ਦੋ ਤੇ ਨਾ ਸੁੱਟ ਤੇ ਵਿਮਲ ਕੀਰਤੀ ਵਾਲੀ ਅਵਸਥਾ ਬਣ ਜਾਏਗੀ ਜੀ। ਹਾਂ ਬਿਲਕੁਲ, ਆਇਆ ਕਿਰਪਾ। ਔਨ ਦਾ ਸਪੌਟ ਐਕਸ਼ਨ ਕਰਤਾ, ਜੋ ਕਹਿਤਾ ਮੰਨ ਲਿਆ, ਔਗਣਿਆ ਤੇ ਤਿਆਗ ਕਰਤਾ, ਛੱਡ ਕੇ ਬਾਹਰ ਆ ਗਏ। ਠੀਕ ਹੈ ਜੀ। ਹਾਂ, ਇਹ ਸਮਝ ਲਓ ਜੇ ਤੁਸੀਂ ਇਸ ਅਵਸਥਾ ਤੇ ਪਹੁੰਚ ਗਏ ਜੋ, ਸਮਝ ਲਓ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਜੀ। ਬਸ ਅੱਗੇ ਦੇਖੋ, ਅੱਗੇ ਤੇ ਕਹਿੰਦੇ ਅੰਮ੍ਰਿਤ ਤੁਹਾਡੇ ਅੰਦਰ, ਅੰਮ੍ਰਿਤ ਦਾ ਝਰਨਾ ਖੋਲਣਾ ਚਾਹੀਦਾ ਹੈ। ਤਾਂ ਆਪਿਓ ਪੀਵੈ ਤਾਂ ਅੰਮ੍ਰਿਤ ਪੀਊਗਾ। ਸ਼ਬਦ ਗੁਰ ਘੇਰਾ, ਤੇ ਧਿਆਨ ਸਿਮਰਨ ਦੇ ਨਾਲ, ਭਗਤੀ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਸਭ ਕਾੜਾ ਅੰਦੇਸਾ ਭਰਮ ਚੁਕਾਵੇ। ਸਾਰਾ ਦੀ ਸਾਰੀ ਮਾਇਆ ਤੇ ਕੱਢਣਾ ਜਿਹੜਾ ਹੈਗਾ, ਸਾਰੇ ਵਿਚਾਰ ਤੇ ਸਾਰਾ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਹੈਗਾ ਸਹਿਮ, ਸਾਰਾ ਦਾ ਸਾਰਾ ਚੁੱਕ ਜਾਏਗਾ ਭਾਈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਜਦੋਂ ਤੁਸੀਂ ਇਸ ਤਰ੍ਹਾਂ ਜੀਵਨ ਬਤੀਤ ਕੀਤਾ, ਜੋ ਉਹਨਾਂ ਨੇ ਕਿਹਾ ਤੇ ਮੰਨ ਲਿਆ, ਅੱਗੇ ਚੱਲਦੇ ਗਏ। ਉਹਨਾਂ ਨੇ ਕਿਹਾ ਭਗਤੀ ਕਰਨੀ, ਤੁਸੀਂ ਭਗਤੀ ਸ਼ੁਰੂ ਕਰਤੀ, ਤੇ ਇੱਕ ਸਮਾਂ ਆਊਗਾ ਅੰਦੇਸ਼ੇ ਭਰਮ ਤੇ ਖਤਮ ਹੋ ਜਾਣਗੇ, ਤੁਸੀਂ ਨਿਜ ਸਰੂਪ ਚ ਆ ਕੇ ਬਹਿ ਜਾਓਗੇ। ਬਿਲਕੁਲ ਬਿਲਕੁਲ। ਰਾਮਾਨੰਦ ਜੀ ਕਹਿੰਦੇ ਨੇ ਕਤ ਜਾਈਏ ਰੇ ਕਰ ਲਾਗੋ ਰੰਗ ਲੱਗ ਜਾਏਗਾ ਤੁਹਾਨੂੰ ਜੀ। ਤੁਸੀਂ ਘਰੇ ਬੈਠੇ ਕਿਸੇ ਕੋ ਪੁੱਛਣ ਦੀ ਲੋੜ ਨਹੀਂ। ਹੁਣ ਪਾਣੀ ਪੀ ਕੇ ਪਿਆਸ ਬੁੱਝ ਜਾਂਦੀ ਹੈ, ਤੁਸੀਂ ਕਿਸੇ ਯੂਨੀਵਰਸਿਟੀ ਕੋ ਪੁੱਛਣ ਜਾਂਦੇ ਜੋ ਕਿ ਮੇਰੀ ਪਿਆਸ ਬੁੱਝ ਗਈ? ਨਹੀਂ, ਉਹਦੇ ਪੀਣ ਦੇ ਨਾਲ ਤੁਹਾਡੇ ਅੰਦਰ ਜਿਹੜੀ ਆ ਉਹ ਜਿਹੜੀ ਪਿਆਸ ਬੁੱਝ ਜਾਂਦੀ ਹੈ। ਇਸੇ ਹੀ ਤਰ੍ਹਾਂ ਜਦੋਂ ਤੁਹਾਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ ਨਾ, ਤੇ ਕਿਸੇ ਕੋ ਪੁੱਛਣ ਦੀ ਲੋੜ ਨਹੀਂ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੈਂ ਪਹੁੰਚ ਗਿਆ ਕਿਤੇ। ਬਿਲਕੁਲ, ਅਗਲੀ ਲਾਈਨ ਸਰਟੀਫਾਈ ਕਰ ਰਹੀ ਹੈ, ਸਦਾ ਆਨੰਦ ਰਹੇ ਦਿਨ ਰਾਤੀ, ਜਨ ਨਾਨਕ ਅਨਦਿਨ ਹਰ ਗੁਣ ਗਾਵੇ। ਕਹਿੰਦੇ ਹਮੇਸ਼ਾ ਦਿਨ ਰਾਤ ਖੁਸ਼ੀ ਖੇੜਾ, ਅੰਦਰ ਸ਼ਾਂਤੀ ਬਰਕਰਾਰ, ਤੇ ਅਨਦਿਨ ਹੁਣ ਭਗਤੀ ਜਿਹੜੀ ਹੈਗੀ ਬੜੀ ਖੁਸ਼ੀ ਦੇ ਨਾਲ, ਹੁਣ ਅਨਦਿਨ ਹਰ ਗੁਣ ਗਾਵੇ। ਕਹਿੰਦੇ ਅਨਦਿਨ ਖੁਸ਼ੀ ਦੇ ਨਾਲ ਭਗਤੀ ਕਰਦਾ ਹੈ, ਉਛਲ ਕੇ ਛਾਲਾ ਮਾਰਦਾ ਹੋਇਆ ਜਾਂਦਾ ਹੈ ਅੱਗੇ ਮਾਲਕ ਵੱਲ ਨੂੰ। ਹਾਂਜੀ ਵੀਰ ਜੀ, ਬਿਲਕੁਲ ਜੀ। ਫਿਰ ਤੁਹਾਡਾ ਜੀਵਨ ਹੀ ਆਨੰਦ ਦੇ ਨਾਲ ਭਰ ਜਾਣਾ ਹੈ। ਤੁਸੀਂ ਜੋ ਵੀ ਕਰੋਗੇ ਉਹ ਸਭ ਆਨੰਦ ਦੇ ਵਿੱਚ ਹੀ ਹੋਵੇਗਾ। ਤੇ ਜੇ ਹਜੇ ਵੀ ਰੌਲਾ ਰੱਪਾ ਚੱਲ ਰਿਹਾ ਹੈ, ਆਨੰਦ ਦੀ ਅਨੁਭੂਤੀ ਨਹੀਂ ਹੋ ਰਹੀ, ਇਹਦਾ ਮਤਲਬ ਇਹੋ ਹੀ ਹੈ ਕਿ ਤੁਸੀਂ ਪਲੀਜ਼ ਜਿੱਥੋਂ ਦਵਾਈ ਖਾ ਰਹੇ ਜੋ, ਉਹ ਜਗ੍ਹਾ ਦੀ ਪੁੱਛ ਪੜਤਾਲ ਕਰੋ, ਕੁਛ ਗੜਬੜ ਹੈਗੀ। ਠੀਕ ਹੈ, ਕਿਉਂਕਿ ਬਾਣੀ ਤੇ ਇਹ ਕਹਿੰਦੀ ਹੈ ਕਿ ਜਦੋਂ ਤੁਸੀਂ ਔਗੁਣਾਂ ਦਾ ਤਿਆਗ ਕੀਤਾ ਤੇ ਤੁਹਾਡੇ ਅੰਦਰ ਜਿਹੜਾ ਆਤਮਾ ਦਾ ਆਨੰਦ ਪੈਦਾ ਹੋਣਾ ਬਹੁਤ ਜ਼ਰੂਰੀ ਹੈ। ਸੱਚ ਚਿੱਤ ਆਨੰਦ, ਪਰਮਾਤਮਾ ਸੱਚ ਚਿੱਤ ਆਨੰਦ ਹੈ। ਬਿਲਕੁਲ। ਜੇ ਆਨੰਦ ਨਹੀਂ ਮਿਲ ਰਿਹਾ, ਉਹ ਬਾਣੀ ਨਹੀਂ ਕਹਿੰਦੀ ਕਿ ਤੈਨੂੰ ਮਰਨ ਤੋਂ ਬਾਅਦ ਆਨੰਦ ਮਿਲੂਗਾ। ਇਹ ਲੋਕ ਜਿਹੜੇ ਤੁਹਾਨੂੰ ਭਰਮਾਂ ਚ ਪਾਉਂਦੇ, ਉਹ ਕਹਿੰਦੇ ਸਤਿਗੁਰੂ ਤੁਹਾਨੂੰ ਲੈ ਕੇ ਜਾਊਗਾ। ਬਾਣੀ ਕਹਿੰਦੀ ਹੈ ਪਲੀਜ਼ ਅੰਡਰਸਟੈਂਡ ਕਰੋ। ਹੁਣ ਮੈਨੂੰ ਨਹੀਂ ਪਤਾ ਰਾਧਾ ਸਵਾਮੀ ਵਾਲੇ ਕਿੰਨੇ ਹੈਗੇ ਆ। ਰਾਧਾ ਸਵਾਮੀ ਵਾਲਿਆਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਹੈ ਕਿ ਬਾਣੀ ਚ ਕਿਤੇ ਕੋਈ ਡਿਟੇਲ ਨਹੀਂ ਆਈ। ਆਪਾਂ ਕਿੰਨੇ ਸਾਲ ਹੋ ਗਏ ਨੇ ਜੈਸਾ 2-2.5 ਸਾਲ ਤੇ ਹੋਈ ਚੱਲੇ ਮੈਨੂੰ ਲੱਗਦਾ। ਬਿਲਕੁਲ। ਤੇ ਬਾਣੀ ਚ ਇੱਕ ਤੁਕ ਨਹੀਂ ਆਈ ਕਿ ਤੁਹਾਨੂੰ ਮਰਨ ਤੋਂ ਬਾਅਦ ਆਨੰਦ ਮਿਲੂਗਾ। ਉਹ ਕਹਿੰਦੇ ਜਿਉਂਦੇ ਜੀ ਆਨੰਦ ਮਿਲਣਾ ਜ਼ਰੂਰੀ ਆ। ਬਿਲਕੁਲ, ਜੋ ਕੁਛ ਹੋਣਾ ਜਿਉਂਦੇ ਜੀ ਹੋਣਾ। ਮਰਨ ਨੇ ਮੁਕਤ ਕਿਨ ਪਾਈ, ਬਾਣੀ ਤਾਂ ਕਹਿੰਦੀ ਮਰਨ ਤੋਂ ਬਾਅਦ ਮੁਕਤੀ ਕਿਹਨੂੰ ਮਿਲੀ ਪਾਏ? ਮਰਨ ਤੋਂ ਬਾਅਦ ਤਾਂ ਤੁਹਾਡਾ ਚਾਂਸ ਹੀ ਖਤਮ ਹੋ ਗਿਆ। ਹਾਂ, ਨਿੱਜਾ ਸਾਹਿਬ ਕਿਸੇ ਸਤਿਗੁਰ ਦੀ ਗੱਲ ਆਉਂਦੀ ਹੈ ਕਿ ਸਤਿਗੁਰ ਤੁਹਾਨੂੰ ਕੱਢ ਕੇ ਲੈ ਕੇ ਜਾਊਗਾ ਉੱਥੋਂ ਨਹਿਰ ਦੇ ਵਿੱਚੋਂ? ਨਹੀਂ, ਆਪਣੇ ਆਪ ਜਾਣਾ ਪਊਗਾ। ਆਪਣੀ ਜਰਨੀ ਆਪਣੀ ਆ ਭਾਈ। ਆਪਣੇ ਆਪ ਆਪਣੇ ਅੰਦਰ ਮਾਲਕ ਨੇ ਪ੍ਰਗਟ ਹੋਣਾ। ਆਤਮਾ ਆਪਣੇ ਅੰਦਰ ਹੈਗੀ, ਆਤਮ ਦੇ ਦਰਸ਼ਨ ਕਰਨੇ ਆਪਾਂ ਨੇ। ਹਾਂ, ਕਿਸੇ ਸਤਿਸੁਤ ਗੁਰੂ ਨੇ ਤੁਹਾਡੇ ਕੋਲ ਆਉਣਾ, ਉੱਥੇ ਤੁਹਾਨੂੰ ਖੁਦ ਜਾਣਾ ਪੈਣਾ ਵਾ। ਹਾਂ, ਸਤਿਗੁਰੂ ਗਿਆਨ ਦੇ ਸਕਦੇ ਆ ਭਾਈ, ਜਿਹੜੇ ਮਰਜੀ ਬ੍ਰਹਮ ਗਿਆਨ ਦੇ ਸਕਦੇ। ਬ੍ਰਹਮ ਗਿਆਨ ਵੀ ਕੀ ਹੈਗਾ ਵੀ ਆਪਣੇ ਅੰਦਰ ਵੜ ਪਾਏ, ਆਪਣੇ ਵਿਚਾਰ ਕਿਵੇਂ ਬੰਦ ਕਰਨੇ ਆ, ਕਿਵੇਂ ਸੁਣਨ ਦੇ ਵਿੱਚ ਜਾਣਾ, ਆਹ ਗਿਆਨ ਚਾਹੀਦਾ ਹੈ। ਹਾਂਜੀ ਵੀਰ ਜੀ, ਕਿਤਾਬਾਂ ਦੇ ਬਾਰੇ ਤੁਹਾਨੂੰ ਦੱਸਣਗੇ, ਗ੍ਰੰਥਾਂ 'ਚ ਕੀ ਲਿਖਿਆ ਹੈ, ਉਹ ਰਸਤਾ ਕਿੱਦਾਂ ਤੈਅ ਕਰਨਾ ਇਹ ਦੱਸਣਗੇ। ਬਾਕੀ ਸਫ਼ਰ ਤੇ ਭਾਈ ਤੁਹਾਡਾ ਖੁਦ ਦਾ ਹੈ, ਕਿਉਂਕਿ ਤੁਸੀਂ ਉਹਦੇ ਅੰਦਰ ਬੈਠੇ ਜੋ ਆਪਣੇ ਅੰਦਰ। ਔਰ ਤੁਹਾਡੇ ਤੋਂ ਇਲਾਵਾ ਤੁਹਾਡੇ ਅੰਦਰ ਕੋਈ ਜਾ ਨਹੀਂ ਸਕਦਾ। ਜਿੱਦਾਂ ਇੱਕ ਕਮਰਾ ਹੈ ਨਾ, ਉਹ ਕਹਿੰਦੇ ਕਮਰੇ ਦੇ ਅੰਦਰ ਤੂੰ ਲੋਕ ਮਾਰਿਆ, ਬਾਹਰਲੇ ਤੁਹਾਨੂੰ ਇਹ ਕਹਿ ਸਕਦੇ ਕਿ ਦਰਵਾਜ਼ਾ ਕਿੱਦਾਂ ਖੋਲਣਾ ਹੈ, ਏਦਾਂ ਕਰ, ਆਓ ਚਾਬੀ ਲੈ, ਲੋਕ ਤੇਰੇ ਸੱਜੇ ਬੰਨੇ ਖੱਬੇ ਬੰਨੇ, ਇਹ ਦੱਸ ਸਕਦੇ ਆ। ਤੇ ਜੇ ਕੋਈ ਇਹ ਸੋਚਦਾ ਹੈ ਕਿ ਬਾਬਾ ਆ ਕੇ, ਕੋਈ ਸੰਤ ਆ ਕੇ ਅੰਦਰੋਂ ਮੇਰਾ ਲੋਕ ਖੋਲ ਦੂਗਾ,
ਉਹ ਬੰਦਾ ਭਰਮ 'ਚ ਬੈਠਾ ਜੀ। ਬਿਲਕੁਲ। ਜੇ ਗੱਲ ਇਹ ਹੁੰਦੀ ਨਾ ਤੇ ਮਹਾਤਮਾ ਬੁੱਧ ਨੇ ਆਪਣੇ ਭਰਾ ਦਾ ਦਰਵਾਜ਼ਾ ਸਭ ਤੋਂ ਪਹਿਲਾਂ ਜਾ ਕੇ ਖੋਲ ਦੇਣਾ ਹੈ। ਬਿਲਕੁਲ, ਇਹ ਤਾਂ ਪਰਮਾਤਮਾ ਦਾ ਕਾਨੂੰਨ ਹੈ ਗੁਰਕੀ ਸਾਹਿਬ ਕਿ ਜਿਹੜਾ ਬੰਦਾ ਜਾਂ ਕੋਈ ਵੀ ਜਿਹੜਾ ਹੈਗਾ, ਇਹ ਮਾਇਆ ਨੂੰ ਵਰਦਾਨ ਹੈਗਾ, ਕੋਈ ਵੀ ਬੰਦਾ ਕਿਸੇ ਦੂਸਰੇ ਨੂੰ ਨਹੀਂ ਤਾਰ ਸਕਦਾ, ਮੋਢੇ ਤੇ ਹੱਥ ਰੱਖ ਕੇ ਨਹੀਂ ਲਿਜਾ ਸਕਦਾ, ਉਹਨੂੰ ਆਪਣੇ ਆਪ ਗਿਆਨ ਦੇ ਸਕਦਾ, ਟ੍ਰੇਨਿੰਗ ਦੇ ਸਕਦਾ ਹੈ। ਅੱਗੇ ਮਾਇਆ ਦੀ ਜਿਹੜੀ ਲੜਾਈ ਹੈ ਯੂਨੀਵਰਸਲ ਹੈਗੀ, ਸਾਰਿਆਂ ਨੂੰ ਇੱਕੋ ਜਿਹੀ ਲੜਾਈ ਹੈਗੀ ਆ, ਨਹੀਂ ਤਾਂ ਫਿਰ ਇਹ ਤਾਂ ਭੇਦਭਾਵ ਹੋ ਗਿਆ ਭਾਈ, ਇਹਨੂੰ ਉਹਨੂੰ ਹੱਥ ਰੱਖ ਕੇ ਹੀ ਲੈ ਗਿਆ ਭਾਈ ਖਿੱਚ ਕੇ, ਐਵੇਂ ਤਾਂ ਗੱਲ ਬਣਨੀ ਨਹੀਂ ਹੈ ਭਾਈ, ਇਹੋ ਜਿਹਾ ਕਾਨੂੰਨ ਨਹੀਂ ਹੈ ਮਾਲਕ ਪਰਮਾਤਮਾ ਦਾ। ਹਾਂਜੀ ਠੀਕ ਹੈ ਜੀ, ਠੀਕ ਹੈ ਜੀ। ਹੁਣ ਇਹ ਚੀਜ਼ਾਂ ਆਪਾਂ ਸਮਝੀਏ, ਬਾਣੀ ਆਪਾਂ ਨੂੰ ਕਲੀਅਰ ਕਹਿੰਦੀ ਆ। ਬਾਕੀ ਜੇ ਕੋਈ ਆਪਣੀ ਮਨਮਤ ਚੱਲਦਾ ਹੈ, ਕੋਈ ਬੰਦਾ ਅਗਿਆਨੀ ਹੈ ਕਿ ਕੋਈ ਬੰਦਾ ਆਪਣੇ ਆਪ ਨੂੰ ਕਿਸੇ ਗਲਤ ਧਾਰਨਾ ਨਾਲ ਬੰਨ੍ਹ ਕੇ ਰੱਖਣਾ ਚਾਹੁੰਦਾ ਹੈ, ਤੇ ਬਾਣੀ 'ਚ ਪਈ ਏਦਾਂ ਦਾ ਅੰਧ ਵਿਸ਼ਵਾਸ ਵਾਸਤੇ ਕੋਈ ਗੱਲ ਨਹੀਂ ਹੈਗੀ। ਉਹਨਾਂ ਇੱਕ ਲਾਈਨ ਨਹੀਂ ਕਹੀ ਕਿ ਅੱਖਾਂ ਬੰਦ ਕਰਕੇ ਜੋ ਵੀ ਕੋਈ ਕਹਿ ਰਿਹਾ ਉਹ ਤੇ ਵਿਸ਼ਵਾਸ ਕਰੋ। ਬਾਣੀ ਅੱਜ ਤੱਕ ਮੈਂ ਜਿੰਨੀ ਵੀ ਪੜ੍ਹੀ ਆ, ਬਾਰ-ਬਾਰ ਸਾਨੂੰ ਇਹ ਸਮਝਾ ਰਹੀ ਆ ਕਿ ਜਿੱਥੇ ਤੂੰ ਚਰਨਜੀਤ ਪੈਰ ਰੱਖ ਰਿਹਾ, ਪਲੀਜ਼ ਚੈੱਕ ਕਰ ਜਗ੍ਹਾ। ਹਾਂ, ਕਿਉਂਕਿ ਇੱਥੇ ਨਿੱਜਰ ਸਾਹਿਬ ਨਕਲੀ ਗਿਆਨ ਵੀ ਹੈਗਾ ਵਾ, ਪੰਗਾ ਤੇ ਆ ਮਾਇਆ ਦੇ ਵਿੱਚ। ਹਾਂ ਬਿਲਕੁਲ ਬਿਲਕੁਲ ਹੈਗਾ, ਔਰ ਬਹੁਤ ਵੱਡੇ ਲੈਵਲ ਤੇ ਜੀ। ਬਿਲਕੁਲ, ਬਾਣੀ ਤਾਂ ਕਹਿੰਦੀ ਖੰਨਿਓ ਤਿੱਖੀ ਵਾਲੋਂ ਨਿੱਕੀ ਬਾਈ, ਇੰਨੀ ਬਰੀਕ ਤੁਰਨਾ ਪੈਣਾ ਤੈਨੂੰ। ਹਾਂ ਬਿਲਕੁਲ ਸਹੀ ਜੀ। ਅੱਗੇ ਚਲੀ ਨਿੱਜਰ ਸਾਹਿਬ, ਸਦਾ ਆਨੰਦ ਰਹੇ। ਅਗਲੇ ਆ ਜਾਓ। ਹਾਂਜੀ, ਦਿਨ ਰਾਤੀ ਜਨ ਨਾਨਕ ਆਂਦੇ ਹਰ ਗੁਣ ਗਾਵੇ। ਇਸ ਤੋਂ ਅੱਗੇ ਤਾਂ ਬਹੁਤ ਕਮਾਲ ਦਾ ਸ਼ਬਦ ਆ ਰਿਹਾ ਹੈ ਜੀ, ਆਪਣੀ ਜਿਹੜੀ ਹੈਗੀ ਸ਼ਲੋਕ ਆ ਰਿਹਾ। ਇਹਦੇ 'ਚ ਮਹਾਰਾਜ ਦੱਸ ਰਹੇ ਆ ਬਈ ਜਿਹੜੇ ਗੁਰੂ ਦੇ ਬ੍ਰਹਮ ਗਿਆਨੀ ਸਤਿਗੁਰੂ ਦੇ ਜਿਹੜੇ ਸਿੱਖ ਹੁੰਦੇ ਆ, ਉਹਨਾਂ ਦੇ ਕੀ ਲੱਛਣ ਹੈਗੇ ਆ, ਸਿੱਖ ਕਿਹੋ ਜਿਹਾ ਹੁੰਦਾ ਹੈ, ਸਿੱਖ ਦੀ ਡੈਫੀਨੇਸ਼ਨ ਹੈਗੀ। ਆਹ ਕੈਲੰਡਰ ਹੈਗਾ ਸਿੱਖ ਦਾ ਭਾਈ, ਇਹ ਕੈਲੰਡਰ ਆਪਾਂ ਇਹਨੂੰ ਮੜ ਕੇ ਲਾ ਲਈਏ, ਰੋਜ਼ ਇਹਨੂੰ ਦੇਖਿਆ ਕਰੀਏ ਵੀ ਮੇਰਾ ਗੁਰੂ ਆਹ ਕੰਮ ਕਰਨ ਨੂੰ ਕਹਿ ਰਿਹਾ, ਆਹ ਮੇਰਾ ਰੂਟੀਨ ਹੋਣਾ ਚਾਹੀਦਾ ਹੈ। ਮਹਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੈ। ਇੱਥੇ ਗੁਰ ਵੀ ਲਿਖਤਾ ਤੇ ਸਤਿਗੁਰੂ ਵੀ ਲਿਖਤਾ। ਕਿਤੇ ਇਹ ਕਹਿੰਦੇ ਜੀ ਗੁਰ ਜਿਹੜਾ ਛੋਟਾ ਨਿੱਕਾ ਹੈ, ਸਤਿਗੁਰੂ ਵੱਡਾ ਹੈ, ਔਰ ਗੁਰਦੇਵ ਉਸ ਤੋਂ ਵੱਡਾ ਹੈ। ਬਸ ਉਹ ਪੰਬਲ ਪੂਸੇ ਪਾਏ ਜਾਂਦੇ ਆ ਸੰਗਤ ਨੂੰ। ਇੱਕ ਪਰਮਾਤਮਾ ਹੈਗਾ ਤੇ ਦੂਸਰੇ ਜਿਹੜੇ ਹੈਗੇ ਬ੍ਰਹਮ ਗਿਆਨੀ ਹੈਗੇ, ਜਿਨ੍ਹਾਂ ਨੇ ਯਾਤਰਾ ਕਰ ਲਈ ਆ ਭਾਈ, ਉਹ ਵੀ ਇਸ ਤਰ੍ਹਾਂ ਹੀ ਜਿਹੜੇ ਦੁਨੀਆ ਦੇ ਵਿੱਚ ਆਏ ਆ। ਸਾਰੀਆਂ ਔਂਕੜਾਂ ਉਹਨਾਂ ਨੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਈਆਂ ਹੈ, ਔਰ ਉਹਨਾਂ ਨੇ ਸਾਰੇ ਜਿਹੜੇ ਹੈਗੇ ਰਸਤੇ ਦੀਆਂ ਰੁਕਾਵਟਾਂ ਪਾਰ ਕਰਕੇ ਔਰ ਉਹ ਯਾਤਰਾ ਕਰ ਲਈ। ਉਹਨੂੰ ਕਹਿੰਦੇ ਗੁਰੂ ਜਾਂ ਸਤਿਗੁਰੂ, ਬ੍ਰਹਮ ਗਿਆਨੀ, ਜੋ ਮਰਜੀ ਕਹਿ ਲਓ ਭਾਈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਕਿਉਂਕਿ ਸਿੱਖਿਆ ਉੱਥੋਂ ਮਿਲਣੀ ਹੈ। ਪਰਮਾਤਮਾ ਡਾਇਰੈਕਟ ਨਹੀਂ ਬੋਲਦਾ, ਪਰਮਾਤਮਾ ਬੋਲਦਾ ਹੈ ਬ੍ਰਹਮ ਗਿਆਨੀਆਂ ਦੇ ਥਰੂ, ਗੁਰੂ ਦੇ ਥਰੂ, ਸਤਿਗੁਰੂ ਦੇ ਥਰੂ। ਕਹਿੰਦੇ ਜਿਹੜਾ ਵੀ ਉਹਨਾਂ ਗੁਰੂ ਸਤਿਗੁਰੂ ਤੋਂ ਸਿੱਖਿਆ ਲੈ ਰਿਹਾ ਹੈ, ਆਪਣੇ ਆਪ ਨੂੰ ਕਹਿੰਦਾ ਹੈ ਵੀ ਮੈਂ ਗੁਰੂ ਦਾ ਸਤਿਗੁਰੂ ਦਾ ਸਿੱਖ ਹੈਗਾ ਆ, ਜਿਹੜਾ ਅਖਵਾਉਂਦਾ ਆ, ਸੋ ਭਲ ਕੇ ਉਠਿਆਰ ਨਾਮ ਧਿਆਵੈ। ਕਹਿੰਦੇ ਭਲ ਕੇ ਸਵੇਰੇ ਜਦ ਨੀਂਦ ਚੋਂ ਉੱਠਦਾ ਹੈ, ਸੌਂ ਕੇ ਪੂਰਾ ਦਾ ਪੂਰਾ ਤਰੋ ਤਾਜ਼ਾ ਹੁੰਦਾ ਹੈ, ਕਹਿੰਦੇ ਧਿਆਨ ਦੇ ਵਿੱਚ ਜਾਣਾ ਚਾਹੀਦਾ ਉਹਨੂੰ। ਜੇ ਨਹੀਂ ਜਾ ਰਿਹਾ ਤੇ ਸਿੱਖ ਅਖਵਾ ਹੀ ਨਹੀਂ ਸਕਦਾ। ਸਿੱਖ ਹੋਣ ਦੀ ਤਾਂ ਗੱਲ ਹੀ ਵੱਖਰੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠੇ ਹਰ ਨਾਮ ਧਿਆਵੇ। ਕੌਣ ਕਹਿ ਰਿਹਾ? ਚੌਥੀ ਪਾਤਸ਼ਾਹੀ ਕਹਿ ਰਹੀ ਹੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਕਹਿੰਦੇ ਉਦਮ ਕਰਨਾ ਪੈਣਾ ਹੈ। ਨੀਂਦ ਤੋਂ ਜਿਹੜਾ ਹੈਗਾ, ਨੀਂਦ ਨੇ ਨਹੀਂ ਜਿਹੜਾ ਹੈਗਾ, ਮਨ ਨੇ ਜਿਹੜਾ ਹੈਗਾ ਇਸ ਪਾਸੇ ਨੂੰ ਜਿਹੜਾ ਹੈਗਾ ਆਉਣਾ, ਆਸਾਨੀ ਨਾਲ ਆਉਣਾ ਪਸੰਦ ਕਰਨਾ ਸ਼ੁਰੂ 'ਚ। ਭਲਕੇ ਪ੍ਰਭਾਤੀ ਉੱਠਣਾ ਪੈਣਾ ਹੈ ਆਪਾਂ ਨੂੰ, ਕਿਉਂਕਿ ਬਾਅਦ 'ਚ ਦੁਨੀਆ ਜਾਗ ਜਾਂਦੀ ਹੈ, ਸ਼ੋਰ ਸ਼ਰਾਬਾ ਹੋ ਜਾਂਦਾ ਹੈ। ਉਸ ਤਰ੍ਹਾਂ ਇੰਨਾ ਵਧੀਆ ਮੌਸਮ ਹੈਗਾ, ਚਿੜੀ ਚੂਹਕੀ ਪਉ ਫੁੱਟੀ ਵਗਨ ਅਨੰਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਸੰਗ। ਉਹ ਤਾਂ ਸਮਾਂ ਹੀ ਜਿਹੜਾ ਹੈਗਾ ਐਸਾ ਸੋਹਣਾ ਸਮਾਂ ਹੈਗਾ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਇਹ ਜਿਹੜਾ ਧਿਆਨ ਦੇ ਵਿੱਚ ਜਾਂਦਾ ਹੈ, ਇਹੀ ਇਸ਼ਨਾਨ ਹੈਗਾ। ਯਾਤਰਾ ਮਨ ਦੀ ਹੈਗੀ ਆ, ਮਨ ਨੇ ਇਸ਼ਨਾਨ ਕਰਨਾ ਹੈ। ਇਹ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਜਿਹੜਾ ਧਿਆਨ ਦੇ ਵਿੱਚ ਜਾਂਦਾ ਹੈ, ਸਮਝ ਲਓ ਉਹ ਵਾਪਸ ਨਹੀਂ ਆਏਗਾ। ਉਹ ਬੰਦਾ, ਉਹਦੇ ਅੰਦਰ ਕੁਛ ਨਾ ਕੁਛ ਕਾਲ ਮਲੀਨਤਾ ਨਿਕਲ ਗਈ, ਉਹਦੀ ਹਲਕਾ ਹੋ ਗਿਆ, ਘੜ ਗਿਆ ਉਹ। ਉਪਦੇਸ਼ ਸੇ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਕਹਿੰਦੇ ਗੁਰੂ ਦੇ ਉਪਦੇਸ਼, ਜਿਵੇਂ ਗੁਰੂ ਕਹਿ ਰਿਹਾ ਆ ਉਸ ਹਿਸਾਬ ਦੇ ਨਾਲ ਭਗਤੀ ਕਰੇ ਪਰਮਾਤਮਾ ਦੀ। ਹਰ ਹਰ ਜਪ ਜਾਪੇ ਦਾ ਮਤਲਬ ਆ
ਇਹ ਧਿਆਨ ਸਿਮਰਨ ਕਰੇ, ਮਾਲਕ ਨੂੰ ਯਾਦ ਕਰੇ। ਹਰ ਕੌਣ ਆ? ਮਾਲਕ ਆ, ਪਰਮਾਤਮਾ। ਪਰਮਾਤਮਾ ਦਾ ਧਿਆਨ, ਬਾਣੀ ਧਿਆਨ ਵੀ ਉਹੀ ਹੈ, ਸਮਰਨ ਸਿਮਰਨ ਵੀ ਉਹੀ ਹੈ, ਤੇ ਜਪਣਾ ਵੀ ਉਹੀ ਹੈ, ਇੱਕੋ ਹੀ ਗੱਲ ਹੈਗੀ ਆ। ਔਰ ਉਪਦੇਸ਼ ਹੈ ਗੁਰੂ, ਜਿਵੇਂ ਗੁਰੂ ਕਹਿ ਰਿਹਾ ਆ ਕੈਲੰਡਰ ਆ ਗੁਰੂ, ਜਿਵੇਂ ਮਾਂ ਗੁਰਬਾਣੀ 1430 ਅੰਗ ਹੈਗੇ, ਇਹਨਾਂ ਦੇ ਵਿੱਚ ਜੋ ਕੁਛ ਵੀ ਉਪਦੇਸ਼ ਦਿੱਤਾ ਹੈ ਉਹਦੇ ਹਿਸਾਬ ਦੇ ਨਾਲ ਆਪਾਂ ਨੇ ਧਿਆਨ ਸਿਮਰਨ ਕਰਨਾ ਹੈ। ਕਹਿੰਦੇ ਇਹਦੇ ਨਾਲ ਕੀ ਹੋਏਗਾ? ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਆ ਲਓ, ਸਾਰੇ ਦੇ ਸਾਰੇ ਉਹਦੇ ਛਟਨੀ ਹੋ ਜਾਣਗੇ। ਜਿਹੜੀ ਕਾਲਕ ਆ ਸਾਰੀ ਦੀ ਸਾਰੀ ਉਤਰ ਜਾਏਗੀ ਮਨ ਦੇ ਵਿੱਚ। ਇਹ ਸਾਰੇ ਪਾਪ ਵਜਰ ਪਾਪ ਜੋ ਕੀਤਾ ਪਿਛਲਾ ਜਿਹੜਾ ਹੈਗਾ ਸਾਰਾ ਦਾ ਸਾਰਾ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਪਾਸਟ ਔਰ ਜਿਹੜਾ ਹੈਗਾ ਸਾਰਾ ਖਤਮ ਹੋ ਜਾਏਗਾ। ਪਾਏ ਇੱਕਦਮ ਜਿਹੜਾ ਹੈਗਾ ਆਤਮ ਯਾਤਰਾ ਹੋ ਜਾਏਗੀ ਉਹਦੀ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਫਿਰ ਜਦ ਦਿਨ ਚੜ੍ਹ ਗਿਆ ਹੈ ਭਾਈ, ਸ਼ੋਰ ਸ਼ਰਾਬਾ ਹੋ ਗਿਆ ਹੈ, ਉਦੋਂ ਵੀ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਜਿਹੜੀ ਹੈਗੀ ਆ ਇਹਨੂੰ ਲਏ। ਗੁਰੂ ਕੀ ਕਹਿ ਰਿਹਾ, ਬ੍ਰਹਮ ਗਿਆਨ ਕੀ ਕਹਿ ਰਿਹਾ ਹੈ। ਅਤੇ ਫਿਰ ਜਦ ਵੀ ਬਹਿੰਦੇ ਉੱਠਦੇ ਮੌਕਾ ਮਿਲਦਾ ਹੈ, ਫਿਰ ਜਿਹੜਾ ਧਿਆਨ ਦੇ ਵਿੱਚ ਫਿਰ ਨਾਮ ਧਿਆਵੈ, ਫਿਰ ਧਿਆਨ ਦੇ ਵਿੱਚ ਚਲੇ ਜਾਏ। ਜਦ ਵੀ ਮੌਕਾ ਮਿਲ ਗਿਆ, ਦੇ ਜੇ 5 ਮਿੰਟ ਵੀ ਮਿਲੇ ਆ 5 ਮਿੰਟ ਵੀ ਅੱਖਾਂ ਬੰਦ ਕਰਕੇ ਜਿਹੜਾ ਹੈਗਾ ਚੁੱਪ ਹੋ ਜਾਓ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਸੋ ਗੁਰਸਿੱਖ ਗੁਰੂ ਮਨੇ ਭਾਵੈ। ਆਪਾਂ ਨੂੰ ਸਾਹ ਮਿਲੇ ਆ ਪਰਮਾਤਮਾ ਵੱਲੋਂ ਅਤੇ ਆਪਾਂ ਨੂੰ ਭੋਜਨ ਮਿਲਿਆ ਪਾਏ, ਦੇ ਰਿਹਾ ਹੈ ਖਾਣ ਨੂੰ ਮਾਲਕ ਪਰਮਾਤਮਾ। ਕਹਿੰਦੇ ਇਹਦਾ ਜਿਹੜੇ ਜਦ ਤੱਕ ਹੈਗੇ ਆ ਸਾਹਸ ਚੱਲ ਰਹੇ ਆ ਤਦ ਤੱਕ ਚਾਂਸ ਆ ਭਾਈ ਧਿਆਨ ਦੇ ਵਿੱਚ ਇਹ ਕੰਮ ਕਰਦੇ ਰਹਿਣਾ ਆ। ਅਤੇ ਉਹ ਗੁਰਸਿੱਖ ਜਿਹੜਾ ਹੈਗਾ ਗੁਰੂ ਦੇ ਮਨ ਨੂੰ ਪਾ ਜਾਂਦਾ ਹੈ। ਗੁਰੂ ਦੇ ਮਨ ਨੂੰ ਪਾਉਣਾ ਕੀ ਆ? ਪਰਮਾਤਮਾ ਨੂੰ ਪਾ ਜਾਂਦਾ ਹੈ, ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਆ ਭਾਈ ਇਹ ਵੀ ਜਿਹੜਾ ਹੈ ਗੁਰੂ ਨੂੰ ਮਿਲਾਉਣਾ, ਗੁਰੂ ਦੀ ਸਿੱਖਿਆ ਦੇਣੀ, ਇਹ ਗੁਰੂ ਦਾ ਉਪਦੇਸ਼ ਜਿਹੜਾ ਹੈਗਾ ਇਹ ਵੀ ਆਮ ਨਹੀਂ ਮਿਲ ਜਾਂਦਾ ਹਰੇਕ ਨੂੰ। ਜਿਸ 'ਤੇ ਮਾਲਕ ਪਰਮਾਤਮਾ ਦਿਆਲ ਹੋਇਆ ਆ, ਮਾਲਕ ਪਰਮਾਤਮਾ ਉਹ ਵੀ ਅਧਿਕਾਰੀ ਜਿਹੜਾ ਹੈਗਾ, ਜਿਹਦੀ ਇੱਛਾ ਹੈਗੀ ਇਹ ਇਸ ਰਸਤੇ 'ਤੇ ਤੁਰਨ ਦੀ, ਉਹਨੂੰ ਫਿਰ ਗੁਰੂ ਦਾ ਉਪਦੇਸ਼ ਸੁਣਾ ਦਿੰਦਾ ਹੈ ਮਾਲਕ ਪਰਮਾਤਮਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਹੁਣ ਚੌਥੀ ਪਾਤਸ਼ਾਹੀ ਜਨ ਨੂੰ ਵੀ ਔਂਕੜ ਲਗਾ ਕੇ, ਨਾਨਕ ਨੂੰ ਵੀ ਔਂਕੜ ਲਗਾ ਕੇ ਕਹਿੰਦੇ ਆ। ਇਹ ਗੁਰੂ ਰਾਮਦਾਸ ਜੀ ਆਪਣੇ ਆਪ ਕਹਿੰਦੇ ਆ, ਮੈਂ ਐਸੇ ਜਨ ਦੀ ਧੂੜ ਮੰਗਦਾ ਆ ਭਾਈ, ਐਸੇ ਜਨ ਦੀ ਚਰਨ ਧੂੜ, ਐਸੇ ਜਨ ਦੀ ਗਾਈਡੈਂਸ ਕਿ ਜਿਹੜਾ ਗੁਰਸਿੱਖ ਆਪ ਖੁਦ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ ਜਾਂਦਾ ਹੈ ਅਤੇ ਦੂਸਰਿਆਂ ਨੂੰ ਪ੍ਰੇਰਨਾ ਕਰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਅੱਜ ਨਾ ਮੈਨੂੰ ਲੱਗਦਾ ਬਾਬੇ ਸ਼ਹੀਦੀ ਇਹ ਨਾ ਅੱਜ ਆਇਆ ਸੀ, ਅੱਜ ਦਾ ਫਰਮਾਨ ਲਿਖਿਆ, ਏਕਮਕਾਰ ਸਤਿਗੁਰ ਪ੍ਰਸਾਦ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਵੇ, ਇਹ ਜਗਤ ਭਰਮ ਭੁਲਾਇਨ ਵਿਰਲਾ ਬੁਝੇ ਕੋਈ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋਕੋ ਇਹ ਨਿਦਾਨ। ਠੀਕ ਹੈ ਜੀ। ਉਹ ਕਹਿੰਦੇ ਆ ਕਿ ਤੇਰੀਆਂ ਅੱਖਾਂ ਦੇ ਉੱਤੇ ਜਿਹੜੀ ਐਨਕ ਲੱਗੀ ਆ, ਜੇਕਰ ਉਸ ਐਨਕ ਦੇ ਵਿੱਚ ਗੰਦਗੀ ਚਿੰਬੜੀ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਤੈਨੂੰ ਗੰਦ ਹੀ ਨਜ਼ਰ ਆਵੇਗਾ। ਕਿਉਂ? ਕਿਉਂਕਿ ਐਨਕ ਹੀ ਗੰਦੀ ਹੈ। ਤੇ ਫਿਰ ਕੀ ਕਹਿੰਦੇ ਆ ਕਿ ਜੇ ਤੇਰੀਆਂ ਅੱਖਾਂ ਦੀ ਐਨਕ ਗੰਦੀ ਹੈ ਤੇ ਤੂੰ ਸਰੀਰ ਧੋਏਗਾ ਤੇ ਐਨਕ ਨਹੀਂ ਧੋਤੀ ਜਾਣੀ। ਇਹਦਾ ਮਤਲਬ ਕਿ ਐਨਕ ਇੱਕ ਵੱਖਰੀ ਚੀਜ਼ ਆ। ਬਾਣੀ ਚ ਵੀ ਇੱਕ ਲਿਖਿਆ ਹੈ, ਇਹ ਮਨ ਆਰਸੀ ਕੋਈ ਗੁਰਮੁਖ ਦੇਖੇ। ਪਰ ਇਹਦਾ ਗੁਰਮੁਖ ਤੇ ਪਤਾ ਨੀ ਵਿਰਲਾ ਲਿਖਿਆ। ਠੀਕ ਹੈ ਜੀ। ਆਰਸੀ ਦਾ ਮਤਲਬ ਸ਼ੀਸ਼ਾ। ਬਿਲਕੁਲ। ਹੁਣ ਸ਼ੀਸ਼ੇ ਦੇ ਵਿੱਚ ਤੁਸੀਂ ਕੀ ਦੇਖੋਗੇ? ਸਭ ਤੋਂ ਪਹਿਲੀ ਗੱਲ ਤੇ ਤੁਸੀਂ ਸ਼ੀਸ਼ੇ 'ਚ ਆਪਣਾ ਰੂਪ ਦੇਖੋਗੇ। ਆਪਣਾ ਰੂਪ ਜਿੱਦਾਂ ਦਾ ਹੈਗਾ ਹੈ, ਕਾਮ ਆ, ਕ੍ਰੋਧ ਆ, ਲੋਭ ਆ, ਮੋਹ ਆ, ਹੰਕਾਰ ਆ, ਤੁਹਾਨੂੰ ਜਿਹੜਾ ਤਸਵੀਰ ਹੈ, ਜਿਹੜਾ ਪ੍ਰਤੀਬਿੰਬ ਦਿਖਾਈ ਦੇਣਾ ਹੈ, ਉਸੇ ਚੀਜ਼ ਦਾ ਦਿਖਾਈ ਦੇਣਾ ਹੈ। ਆਪ ਜੀ ਇਸ ਚੀਜ਼ ਨੂੰ ਸਮਝੋ ਪਲੀਜ਼। ਠੀਕ ਹੈ ਜੀ। ਹੁਣ ਆਹ ਬਾਣੀ 'ਚ ਆਪਾਂ ਚੱਲਦੇ ਹਾਂ, ਫਿਰ ਵਾਪਸ ਆਉਂਦੇ। ਕਹਿੰਦੇ ਸਤਿਗੁਰ
ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠੇ ਨਾਮ ਤੇ ਆਵੇ। ਉਹ ਕਹਿੰਦੇ ਕਿ ਬਹੁਤ ਛੇਤੀ ਉਹ ਇਸ ਸਫ਼ਰ ਤੇ ਵਧਣਾ ਸ਼ੁਰੂ ਕਰ ਦੇ। ਜੇ ਕੋਈ ਸਿੱਖ ਬਣਨਾ ਚਾਹੁੰਦਾ ਹੈ ਨਾ, ਉਹ ਕਹਿੰਦੇ ਕਿ ਉਹ ਸਭ ਤੋਂ ਸਿੱਖ ਦਾ ਮਤਲਬ, ਅਖਵਾਏ ਦਾ ਮਤਲਬ ਇਹ ਹੈ ਕਿ ਭਗਤੀ ਕਰੇ। ਉਹ ਸਹੀ ਹੈ ਨਾ ਜੀ ਸਭ। ਹਾਂ, ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ, ਅਖਾਏ ਦਾ ਮਤਲਬ ਹੈ ਜਿਹੜਾ ਕਹਿ ਰਿਹਾ ਵੀ ਮੈਂ ਸਿੱਖ ਹੈਗਾ। ਹਾਂ, ਜੋ ਕਹਿੰਦਾ ਨਾ ਕਿ ਮੈਂ ਸਿੱਖ ਹੈਗਾ, ਉਹ ਕਹਿੰਦੇ ਫਿਰ ਭਲਕੇ ਉੱਠ। ਭਲਕੇ ਮਤਲਬ ਸਵੇਰੇ ਉੱਠੇ ਤੇ ਇਹ ਕੰਮ ਤੇ ਉਹ ਹਰ ਦਿਨ ਮਤਲਬ ਉੱਠੇ ਤੇ ਆਪਣੀ ਭਗਤੀ ਵੱਲ ਜੋ ਯਾਤਰਾ ਹੈ ਉਹਨੂੰ ਸ਼ੁਰੂ ਕਰੇ। ਠੀਕ ਹੈ ਜੀ। ਭਗਤੀ ਵੀ ਦੇਖ ਲਓ ਗੁਰਜੀ ਸਾਹਿਬ, ਭਗਤੀ ਡਿਫਾਈਨਡ ਹੈਗੀ, ਨਾਮ ਧਿਆਵਾ ਹੈ, ਧਿਆਨ ਦੇ ਵਿੱਚ ਜਾਣਾ ਹੈ ਉਹਨੇ, ਵਿਚਾਰ ਛੱਡਣੇ ਆ, ਆ ਭਗਤੀ ਹੈ। ਬਿਲਕੁਲ ਭਗਤੀ ਵੀ ਡਿਫਾਈਨਡ ਹੈਗੀ। ਹਾਂ, ਕਿ ਕਨਫਿਊਜ਼ਨ ਕ੍ਰੀਏਟ ਨਾ ਕਰ ਲਿਓ। ਤੇ ਉਹ ਕਹਿੰਦੇ ਨਹੀਂ, ਉਹਨਾਂ ਨੂੰ ਪਤਾ ਹੈ ਕਿ ਬੰਦਾ ਏਦਾਂ ਹੀ ਚਲਾਕ ਬੜਾ ਹੈਗਾ, ਕੋਈ ਨਾ ਕੋਈ ਕਾਢ ਕੱਢ ਸਕਦਾ ਹੈ। ਉਹ ਕਹਿੰਦੇ ਨਾਮ ਤੇ ਆਵੇ। ਕਿਉਂਕਿ ਦੇਖੋ ਇਹ ਤਾਂ ਡਾਇਲੂਟ ਕੀਤਾ ਹੋਇਆ ਨਾ ਕਦੋਂ ਦਾ, ਤਾਂ 400-500 ਸਾਲ ਦਾ ਡਾਇਲੂਟ ਕਰ ਲਿਆ ਉਹਨਾਂ ਨੇ। ਕਹਿੰਦੇ ਸਵੇਰੇ ਉੱਠ ਕੇ ਨਹਾਉਣਾ, ਪਹਿਲਾਂ ਨਹਾਉਣਾ ਹੈ, ਫਿਰ ਜਿਹੜਾ ਹੈਗੇ ਆਪਣੇ ਕਚਹਿਰੇ ਧੋਣ ਦੇ ਵਿੱਚ ਟਾਈਮ ਲਗਾ ਦਿਓ, ਉਸ ਤੋਂ ਬਾਅਦ ਫਿਰ ਜਿਹੜਾ ਨਿਤਨੇਮ ਸ਼ੁਰੂ ਕਰ ਦਿਓ, ਫਿਰ ਸੁਖਮਨੀ ਸਾਹਿਬ ਸ਼ੁਰੂ ਕਰ ਦਿਓ। ਨਾਮ ਨੂੰ ਤਾਂ ਨਾਮ ਵਾਸਤੇ ਤਾਂ ਚੰਗਾ ਚਾਂਸ ਹੀ ਨਹੀਂ ਹੈ, ਜਗ੍ਹਾ ਹੀ ਨਹੀਂ ਹੈ ਨਹੀਂ ਕਿਤੇ ਵੀ। ਜਦ ਕਿ ਨਾਮ ਤੋਂ ਇਲਾਵਾ ਤੇ ਬਾਣੀ 'ਚ ਲਿਖਿਆ ਹੀ ਕੁਝ ਨਹੀਂ ਹੈ। ਹਾਂ, ਤੇ ਫਿਰ ਆਹੀ ਤਾਂ ਗੱਲ ਹੈ ਗੁਰਖ ਸਾਹਿਬ। ਇੱਥੇ ਦੇਖ ਲਓ ਕੈਲੰਡਰ ਤਾਂ ਦੇ ਰਹੇ, ਚੌਥੀ ਪਾਤਸ਼ਾਹੀ ਕੈਲੰਡਰ ਦੇ ਰਹੀ ਹੈ। ਕਿਤੇ ਦੇਖੋ ਕੁਛ ਜੋ ਕਹਿ ਰਹੇ ਆਪਾਂ ਤਾਂ ਉਹੀ ਕਹਿ ਰਹੇ ਹਾਂ, ਆਪਾਂ ਤਾਂ ਕੁਛ ਆਪਣੇ ਵੱਲੋਂ ਤਾਂ ਲਾ ਨਹੀਂ ਰਹੇ। ਨਹੀਂ ਤੇ ਨਹੀਂ, ਹੁਣ 101 ਬੰਦਾ ਵਾ, ਮੈਨੂੰ ਤਾਂ ਨਹੀਂ ਲੱਗਦਾ ਇਹ ਚੋਂ ਜ਼ਿਆਦਾ ਹੋਣਗੇ ਜਿਹੜੇ ਕਹਿਣਗੇ ਨਹੀਂ ਜੀ ਬਾਣੀ ਦੇ ਬਾਰੇ ਕੁਛ ਪੜ੍ਹਨ ਬਾਰੇ ਨਹੀਂ ਏਦਾਂ ਦਾ ਕੋਈ ਸੰਖੇਪ ਚ ਵਰਣਨ ਨਹੀਂ ਕੀਤਾ। ਤੇ ਮੇਰੇ ਹਿਸਾਬ ਨਾਲ ਕਾਫੀ ਤੁਹਾਡੇ ਹੋਣੇ ਜਿਹੜੇ ਚ ਗੁੜਕਾ ਫੜ ਕੇ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ ਤੇ ਭਗਤੀ ਵਾਲੇ ਦੇ ਉਹਨਾਂ ਦਾ ਧਿਆਨ ਹੀ ਨਹੀਂ ਹੋਣਾ। ਨਾ ਬਿਲਕੁਲ ਨਹੀਂ। ਮੇਰੇ ਵਰਗੇ ਨੂੰ ਤਾਂ ਜ਼ਬਾਨੀ ਕਿੰਨੀ ਬਾਣੀ ਯਾਦ ਸੀਗੀ, 2-2 ਘੰਟੇ ਤੱਕ ਨਿਤਨੇਮ ਜਿਹੜਾ ਹੈਗਾ ਜ਼ਬਾਨੀ ਸਾਰਾ ਯਾਦ ਸੀਗਾ। ਗੁਰਕੀ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ, 10ਵੀਂ ਪਾਤਸ਼ਾਹੀ, ਹਾਂਜੀ ਸਾਰੇ। ਨਿੱਜਾ ਸਾਹਿਬ ਉਹ ਤੇ ਸਾਰਾ ਮੈਮਰੀ ਦਾ ਖੇਲ ਸੀ, ਯਾਦ ਸ਼ਕਤੀ ਹੈ। ਉਹ ਕਿਉਂਕਿ ਸਾਡੀ ਮੇਰੇ ਦਿਮਾਗ ਦਾ ਪੁਰਜਾ ਹੈ। ਹੁਣ ਦੇਖੋ 1 ਦੂਣੀ 2 ਦੂਣੀ 4, 3 ਦੂਣੀ 6, 4 ਦੂਣੀ 8, 5 ਦੂਣੀ 10, ਇਹ ਸਾਡੀ ਮੈਮਰੀ 'ਚ ਆ। ਬਿਲਕੁਲ। ਹੁਣ ਇਹਨੂੰ ਪੜ੍ਹਨ ਦੇ ਨਾਲ, ਬੋਲਣ ਦੇ ਨਾਲ ਕੀ ਪ੍ਰਾਪਤੀ? ਅਸਲ 'ਚ ਇਹ ਜਿਹੜਾ ਮੈਂ ਪਹਾੜੇ ਸਿੱਖੇ ਆ, ਇਹ ਕੈਲਕੂਲੇਸ਼ਨ 'ਚ ਇਸਤੇਮਾਲ ਕਰਨੇ ਆ। ਇਹ ਬਾਣੀ ਪੜ੍ਹਨ ਦਾ ਵਿਸ਼ਾ ਨਹੀਂ ਆ, ਇਹਨੂੰ ਪ੍ਰੈਕਟੀਕਲ ਇੰਪਲੀਮੈਂਟ ਕਰੋ ਆਪਣੇ ਜੀਵਨ 'ਚ। ਬਿਲਕੁਲ। ਬਾਣੀ ਕਹਿੰਦੀ ਆ, ਬਾਣੀ ਕਹੇ ਤੇ ਸੇਵਕ ਜਨ ਮਾਣੇ ਤੇ ਪ੍ਰਤੱਖ ਗੁਰ ਨਸਤਾਰੇ। ਉਹ ਇਹ ਨਹੀਂ ਕਹਿੰਦੇ ਬਾਣੀ ਪੜੋ ਤੇ ਗੱਲ ਖਤਮ, ਉਹ ਕਹਿੰਦੇ ਬਾਣੀ ਕਹੇ ਤੇ ਸੇਵਕ ਜਨ ਮਾਣੇ। ਬਾਣੀ ਕਹਿ ਰਹੀ ਆ ਤੇ ਸੇਵਕ ਉਹਨੂੰ ਸੁਣਨ ਵਾਲਾ ਉਹਨੂੰ ਮੰਨੇ, ਉਹਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰੇ ਤੇ ਪ੍ਰਤੱਖ ਕਿਹਨੂੰ? ਪਰਮਾਤਮਾ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਏਗਾ ਜੀ। ਉਹ ਕਹਿੰਦੇ ਨਹੀਂ ਜੀ ਬਾਣੀ 'ਚ ਏਦਾਂ ਦੀ ਕੋਈ ਗੱਲਬਾਤ ਨਹੀਂ ਲਿਖੀ। ਉਹ ਕਹਿੰਦੇ ਜੋਗ ਮਤ ਹੈਗਾ ਜੀ, ਛੱਡੋ ਖੜਾ। ਅੱਛਾ ਜੀ, ਅੱਗੇ ਚਲੋ ਜੀ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾ ਆਏ। ਬਿਲਕੁਲ ਦੇਖ ਲਓ। ਮੇਰੇ ਮਾਤਾ ਜੀ ਆਏ ਹੋਏ ਨੇ ਵੀਰ ਜੀ, ਉਹਨਾਂ ਨੂੰ ਮੈਂ ਕਿਹਾ ਵੀ ਪਾਠ ਘੱਟ ਕਰੋ, ਤੇ ਉਹਨਾਂ ਨੂੰ ਲੱਗਦਾ ਮੈਂ ਤਾਂ ਨਾਸਤਿਕ ਹੋ ਗਈ, ਕਿਸੇ ਹੋਰ ਦੁਨੀਆ ਤੇ ਚਲੀ ਗਈ, ਗਲਤ ਗੱਲ ਬੋਲ ਰਹੀ ਹਾਂ। ਹੁਣ ਉਹ ਹੈ ਨਹੀਂ ਗੇ ਇਸ ਟਾਈਮ ਬੈਠੇ ਤੁਹਾਡੇ ਨਾਲ? ਇਸ ਟਾਈਮ ਹੈ ਨਹੀਂ ਗੇ ਤੁਹਾਡੇ ਨਾਲ? ਹੈਗੇ ਨੇ ਜੀ, ਮੈਂ ਉਹਨਾਂ ਨੂੰ ਲਿੰਕ ਵੀ ਭੇਜਦੀ ਹੁੰਦੀ ਆ, ਕੋਲ ਹੀ ਨੇ, ਮੇਰੇ ਨਾਲ ਹੀ ਨੇ। ਬਸ ਵਧੀਆ ਜੀ, ਵਧੀਆ। ਆ ਦੇਖ ਲਓ, ਆਪਾਂ ਤਾਂ ਜੋ ਗੱਲ ਕਰ ਰਹੇ ਹਾਂ ਇਹ ਤਾਂ ਚੌਥੀ ਪਾਤਸ਼ਾਹੀ ਗੱਲ ਕਰੀ। ਗੁਰੂ ਗ੍ਰੰਥ ਸਾਹਿਬ ਹੀ ਜਿਹੜਾ ਪਾਠ ਉਹ ਕਰ ਰਹੇ ਆ, ਉਹ ਪਾਠ ਹੀ ਤਾਂ ਬੋਲ ਰਿਹਾ ਹੈ। ਪਾਠ ਦੇ ਵਿੱਚ ਤਾਂ ਲਿਖਿਆ ਹੋਇਆ। ਹਾਂਜੀ, ਠੀਕ ਹੈ ਜੀ। ਵੇਖੋ ਆਪਾਂ ਨਹੀਂ ਸਮਝਦੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇੱਕ ਪ੍ਰਚਾਰ ਕੀਤਾ ਗਿਆ ਹੈ। ਉਹਨਾਂ ਨੇ ਇਹਨਾਂ ਦੇ ਦਿਮਾਗ 'ਚ ਪਾ ਦਿੱਤਾ ਹੈ, ਇਹਨਾਂ ਦਾ ਮਾਈਂਡ ਸੈੱਟ ਕਰਤਾ, ਬ੍ਰੇਨ ਵਾਸ਼ ਕੀਤਾ। ਹੁਣ ਮੇਰੀ ਮਾਤਾ ਵੀ ਨਾਲ ਦੇ ਕਮਰੇ 'ਚ ਬੈਠੀ ਆ ਤੇ ਇਹ ਵੀ ਉਸੇ ਬ੍ਰੇਨ ਵਾਸ਼ ਕੀਤਾ ਵਿਚਾਰੀ ਦਾ, ਨਹੀਂ ਪਤਾ ਲੱਗਣ ਦਿਆਂ ਨੂੰ। ਸਾਰਾ ਦਿਨ ਕਥਾ ਸੁਣਦੀ ਆ, ਮੇਰੇ ਸਾਹਮਣੇ ਗੁੜਕਾ ਫੜ ਕੇ ਬਹਿ ਜਾਂਦੀ। ਮੈਂ ਤੇ ਕਹਿੰਦਾ ਮਾਤਾ ਕੀ ਕਰ ਰਹੀ ਹੈ? ਉਹ ਕਹਿੰਦੀ ਨਹੀਂ ਪੁੱਤ ਏਦਾਂ ਵਾ ਏਦਾਂ। ਕਿਉਂਕਿ ਉਹਦੇ ਦਿਮਾਗ 'ਚ ਹੀ ਵਾੜ ਦਿੱਤਾ ਹੈ, ਉਹਦਾ ਬ੍ਰੇਨ ਬਚਪਨ ਤੋਂ ਦਾ ਬ੍ਰੇਨ ਵਾਸ਼ ਕਰਤਾ ਹੈ, ਉਹਨੂੰ ਨਹੀਂ ਪਤਾ ਲੱਗਣ ਦਿਆ ਵਿਚਾਰੀ ਨੂੰ। ਏਦਾਂ ਦੀ ਗੱਲ ਤੇ ਲਿਖੀ ਨਹੀਂ ਗ੍ਰੰਥ ਸਾਹਿਬ 'ਚ, ਕਿਉਂਕਿ ਸਾਰੇ ਵਾਵਾ ਲੋਕ ਕਰਦੇ ਆ ਨਾ। ਪੰਗਾ ਤੇ ਇੱਕ ਦਾ ਤਾਂ ਹੈ ਨਹੀਂ। ਤੇ ਜੇ ਮੇਰੇ ਵਰਗਾ ਇੱਥੇ ਬੋਲ ਵੀ ਦਿੰਦਾ ਤੇ ਉਹ ਕਹਿੰਦੇ ਇਹ ਤੇ ਬਹੁਤ ਥੋੜਾ ਜਿਹਾ, ਤੇ ਕੱਲਾ। ਉਹ ਕਈ ਕਹਿੰਦੇ ਆ 80 ਬੰਦੇ ਹੁੰਦੇ ਆ ਇੱਥੇ। ਹਾਂ, ਉਹਨਾਂ ਨੇ ਕਹਿਣਾ ਇਹ ਕਿਹੜਾ ਨਾਸਤਿਕ ਆ ਗਿਆ। ਹਾਂ ਠੀਕ ਹੈ ਜੀ। ਉਹ ਕਹਿੰਦੇ ਇਹ ਕਿਹੜਾ ਨਾਸਤਿਕ ਹੈ, ਜੱਬ ਪਾਇਆ ਸਾਨੂੰ, ਅਸੀਂ ਉੱਥੇ ਖੁਸ਼ ਹਾਂ। ਕਮ ਸੇ ਕਮ ਭੀੜ 'ਚ ਹੈਗੇ ਆ। ਬੰਦੇ ਨੂੰ ਇਹ ਨਹੀਂ ਪਤਾ ਕਿ ਭੀੜ 'ਚ ਖਲੋਤਾ, ਜੇ ਗਲਤਾਂ ਦੀ ਭੀੜ ਆ ਤੇ ਕੋਈ ਗਲਤ ਹੋ ਜਾਣਾ ਵਾ।
ਕਬੀਰ ਸਾਹਿਬ ਤੇ ਕਹਿ ਨਹੀਂ ਦੇ, ਉਹ ਕਹਿੰਦੇ ਔਕੜ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ, ਉਹ ਤੇ ਕਲੇਮ ਨਹੀਂ ਕਰਦੇ ਕਿ ਮੈਂ ਭੀੜ ਚ ਹੈਗਾ। ਹਾਂਜੀ ਨਿੱਜਰ ਸਾਹਿਬ। ਇੱਕ ਗੱਲ ਦੇਖੋ ਗੋਰਖੀ ਸਾਹਿਬ, ਮੈਂ ਤਾਂ ਇੱਕ ਗੱਲ ਕਹਿਣਾ, ਚਲੋ ਜੇ ਆਪਾਂ ਤਾਂ ਇੱਕ ਗੱਲ ਕਹਿੰਦੇ, ਦੇਖੋ ਆਪਣੇ ਨਾਲ ਝੂਠ ਨਾ ਬੋਲੀਏ, ਆਪਣੇ ਨਾਲ ਸੱਚਾਈ ਤੇ ਰਹੀਏ। ਜੇ ਤਾਂ ਇਹਦੇ ਨਾਲ ਆਪਣੇ ਜੀਵਨ ਦੇ ਵਿੱਚ ਉਚਾਈ ਆ ਰਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਘਟ ਰਹੇ ਆ, ਫਿਰ ਤਾਂ ਭਾਈ ਇਸ ਤੋਂ ਜ਼ਿਆਦਾ ਕਰੋ ਇਹ ਕੰਮ ਨੂੰ। ਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਘਟ ਰਹੇ, ਜੇ ਗੱਡੀ ਉੱਥੇ ਦੀ ਉੱਥੇ ਹੀ ਖੜੀ ਹੋਈ ਆ ਜਾਂ ਪਿੱਛੇ ਜਾ ਰਹੀ ਆ, ਤੇ ਫਿਰ ਭਾਈ ਚੇਂਜ ਕਰਨ ਦੀ ਲੋੜ ਆ। ਜੀਵਨ ਆਪਣਾ ਹੈ, ਮਨੁੱਖੀ ਜੂਨ ਆਪਣੀ ਜਾਣੀ ਹੈ, ਕਿਸੇ ਦਾ ਕੁਝ ਨਹੀਂ ਹੋਣਾ। ਹਾਂਜੀ ਵੀਰ ਜੀ। ਮੈਂ ਤੇ ਇੱਕੋ ਗੱਲ ਕਰਦਾ ਕਿ ਜਿਹੜੀ ਤੁਹਾਡੀ ਖਬਰ ਹੈ, ਕੋਲੂ ਦਾ ਬੈਲ ਹੈ ਨਾ ਵੀਰ ਜੀ, ਕੋਲੂ ਦਾ ਬੈਲ ਉਹ ਇੱਕ ਕੰਡੇ ਤੋਂ ਚੱਲਦਾ, ਉਹ ਐ ਮੈਂ ਤੁਰ ਰਿਹਾ ਚੱਲ ਰਿਹਾ ਮੈਂ, ਪਰ ਉਹ ਉੱਥੇ ਹੀ ਹੈ, ਘੁੰਮ ਕੇ ਉੱਥੇ ਹੀ ਹੈ। ਬਸ ਉਹੀ ਗੱਲ ਹੈ। ਹਾਂਜੀ ਹੁਣ ਦੇਖੋ, ਮੈਂ ਆਪਣੀ ਕਬਰ ਚ ਪੈਣਾ, ਤੁਸੀਂ ਆਪਣੀ ਕਬਰ ਚ ਪੈਣਾ, ਉਹ ਬਾਅਦ ਚ ਕੋਈ ਮੇਰੀਆਂ ਹੱਡੀਆਂ ਨੂੰ ਉੱਥੇ ਤੀਰਥ ਕੀ ਕਹਿੰਦੇ ਉਹਨੂੰ, ਕੀ ਹੈਗਾ ਕੀਰਤਪੁਰ ਸਾਹਿਬ ਜਾਂ ਕਹਿ ਲਓ, ਜਾਂ ਜਿਹੜਾ ਹੈਗੇ ਹਰਿਦੁਆਰ ਕਹਿ ਲਓ, ਹਰਿਦੁਆਰ ਵੀ ਪਹਿਲਾਂ ਲੈ ਜਾਂਦੇ ਸੀ। ਉਹ ਮੇਰੀਆਂ ਹੱਡੀਆਂ ਲੈ ਜਾਓ ਤੀਰਥਪੁਰ ਜਾਂ ਹਰਿਦੁਆਰ, ਤੇ ਕੀ ਆਪ ਸੋਚਦੇ ਕਿ ਸੱਚੀ ਮੈਂ ਸਵਰਗ ਚ ਚੱਲ ਜੂੰਗਾ ਹੱਡੀਆਂ ਉੱਤੇ ਸੁੱਟਣ ਦੇ ਨਾਲ? ਨਾ ਮੁਸ਼ਕਿਲ ਹੋ ਜਾਏਗੀ ਖੇਡ। ਉਹ ਹੱਡੀਆਂ ਤੇ ਮੇਰਾ ਇੱਕ ਛੋਟਾ ਜਿਹਾ ਹਿੱਸਾ ਹੈ, ਤੇ ਬਾਕੀ ਮੇਰਾ ਸਰੀਰ ਉਹ ਕਿੱਧਰ ਲੈ ਜਾਓਗੇ? ਉਹ ਛੋਟਾ ਉਹ ਤੇ ਮੱਛੀਆਂ ਨੇ ਖਾ ਜਾਣਾ, ਉਹ ਤੇ ਨਹੀਂ ਕੋਈ ਸਵਰਗ ਜਾਣ ਵਾਲਾ ਕੰਮ। ਸੋ ਕਹਿਣ ਤੋਂ ਭਾਵ ਆ, ਪਲੀਜ਼ ਆਪ ਅੰਡਰਸਟੈਂਡ ਕਰੋ, ਬਾਣੀ ਚ ਏਦਾਂ ਦੇ ਵਹਿਮ ਭਰਮ ਕੁਛ ਨਹੀਂ ਹੈਗੇ। ਬਾਣੀ ਤੇ ਕਹਿੰਦੀ ਆ ਕਿ ਤੇਰੇ ਅੰਦਰ ਜਿਹੜਾ ਅਗਿਆਨ ਆ ਉਹ ਭਰਮ ਹੈ, ਤੇ ਤੋਂ ਖੋਹ ਲੈਣਾ ਮੈਂ। ਠੀਕ ਹੈ, ਅੱਗੇ ਚਲੀਏ ਨਿੱਜਰ ਸਾਹਿਬ। ਫਿਰ ਕਹਿੰਦੇ ਅਗਲੇ ਬੰਨੇ ਵੇਖੋ ਕੀ ਹੋਊਗਾ ਇਸ਼ਨਾਨ ਕਰਕੇ। ਇੱਥੇ ਪਤਾ ਕੀ ਲਿਖਿਆ, ਟੀਕਾਕਾਰ ਕੀ ਲਿਖਦਾ ਨਿੱਜਰ ਸਾਹਿਬ? ਤੁਸੀਂ ਉਹ ਪੜ੍ਹ ਕੇ ਸੁਣਾ ਦਿਓ ਇਹਨਾਂ ਲੋਕਾਂ ਨੂੰ। ਟੀਕਾਕਾਰ ਤਾਂ ਇਹ ਲਿਖਦੇ ਆ ਵੀ ਅੰਮ੍ਰਿਤਸਰ ਦੇ ਵਿੱਚ ਜਾ ਕੇ ਇਸ਼ਨਾਨ ਕਰ ਲਓਗੇ, ਜਿਹੜਾ ਹਰਮੰਦਰ ਸਾਹਿਬ। ਔਰ ਇਹ ਅੰਮ੍ਰਿਤਸਰ ਦਾ ਆਪਣੇ ਅੰਦਰ ਹੈ, ਆਪਣੇ ਅੰਦਰ ਮਨ ਨੇ ਇਸ਼ਨਾਨ ਕਰਨਾ ਹੈ, ਮਨ ਦੇ ਅੰਦਰ ਹੈ ਅੰਮ੍ਰਿਤ ਸਰੋਵਰ। ਇਹ ਕੋਈ ਪਾਣੀ ਦਾ ਸਰੋਵਰ ਥੋੜੀ ਨਾ ਹੈਗਾ, ਇਹ ਮਨ ਦੀ ਮੈਲ ਲਾਉਣੀ ਆ ਭਾਈ। ਉਹ ਬਾਬਾ ਕੀ ਲਿਖਦੇ ਆ, ਟੀਕਾਕਾਰ ਇਹੋ ਲਿਖ ਕੇ ਬੈਠੇ ਆ ਕਿ ਉੱਥੇ ਇਸ਼ਨਾਨ ਕਰੋ ਜਾ ਕੇ, ਕਿਉਂਕਿ ਕਹਿਣ ਦੀ ਹਿੰਮਤ ਨਹੀਂ ਨਾ ਉਹਨਾਂ ਦੀ। ਹੁਣ ਮੇਰੇ ਵਰਗਾ ਜਿਹੜਾ ਹੈਗਾ ਅੰਮ੍ਰਿਤਸਰ, ਮੇਰੇ ਵਰਗਾ ਇੱਥੋਂ ਕੈਨੇਡਾ ਤੋਂ ਅੰਮ੍ਰਿਤਸਰ ਕਿਵੇਂ ਚਲੇ ਜਾਊਗਾ ਦੱਸੋ? ਵਾਹਿਗੁਰੂ ਜੀ ਬੋਲਤੇ। ਹਾਂਜੀ ਵਾਹਿਗੁਰੂ ਜੀ, ਜਿਹੜਾ ਹੱਡੀਆਂ ਦੀ ਗੱਲ ਦੱਸੀ ਨਾ ਤੁਸੀਂ, ਇਸ ਵੇਲੇ ਪੰਜਾਬ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਚੱਲਣ ਲੱਗੀ ਹੋਈ ਸੀਗੀ ਕਿ ਜਿਹੜਾ ਆਦਮੀ ਮਰ ਗਿਆ ਉਹਦੀਆਂ ਹੱਡੀਆਂ ਨੂੰ ਪਾੜ ਸੁਣਾ ਕੇ ਫੇਰ ਲੈ ਕੇ ਜਾਓ। ਦੱਸੋ, ਮੇਰੇ ਉਹਦੇ ਬ੍ਰਦਰ ਦੇ ਨਾਲ ਦਾ ਸਾਡੇ ਕਰਨ, ਮੈਂ ਕਿਹਾ ਵੀ ਤੁਸੀਂ ਦੱਸੋ ਕਿ ਉਹਦਾ ਹੱਡੀਆਂ ਤਾਂ ਪਈਆਂ ਹੈਗੀਆਂ ਸ਼ਮਸ਼ਾਨ ਘਾਟ ਦੇ ਵਿੱਚ, ਐਡੀ ਦੂਰ ਪਾਠ ਕਿੱਦਾਂ ਸੁਣੂਗਾ? ਜਾਂ ਕੋਈ ਹੱਡੀਆਂ ਲਿਆ ਕੇ ਚੱਕ ਕੇ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਰੱਖ ਦਈਏ ਜੀ, ਜਾਂ ਫਿਰ ਪਾਠ ਹੀ ਸ਼ਮਸ਼ਾਨ ਘਾਟ 'ਚ ਰੱਖ ਦਈਏ। ਕਿਉਂ? ਮੈਂ ਕਿਹਾ ਤੁਸੀਂ ਮੈਨੂੰ ਪੁੱਠੇ ਕੰਮਾਂ 'ਚ ਪਾਉਣ ਲੱਗੇ ਹੈਗੇ ਆ। ਨਹੀਂ ਜੀ, ਕਹਿੰਦੇ ਉੱਥੇ ਲਿਖਿਆ ਹੋਇਆ, ਮੈਂ ਤੇ ਜਾ ਕੇ ਫੋਟੋਆਂ ਖਿੱਚ ਕੇ ਲਿਆ ਕੇ ਦੱਸੀਆਂ ਉੱਥੇ ਲਿਖਿਆ ਕੀ ਆ। ਉਹ ਕਹਿੰਦੇ ਜਦੋਂ ਮਰਜ਼ੀ ਪਾ ਦਿਓ। ਉਹਦਾ ਮੁੰਡਾ ਵਿਚਾਰਾ ਹੇਠੀ ਜੋ ਆ, ਜਿੰਨੀ ਕਾਹਲੀ ਕਰਨਾ ਉਹਨੇ ਹੇਠ ਦੇ ਕਰਨੇ ਹੁਣ। ਇਸ ਕਰਕੇ ਵਹਿਮ ਭਰਮ ਜਿਹੜਾ ਹੈਗਾ ਜੀ, ਹੱਡੀਆਂ ਨੂੰ ਪਾੜ ਸੁਣਾਓ, ਦੱਸੋ ਜੀ। ਉਹ ਜੀਂਦੇ ਜੀ ਵਿਚਾਰੇ ਨੇ, ਜੇ ਜੀਂਦੇ ਜੀ ਨਹੀਂ ਕਿਸੇ ਨੇ ਸੁਣਿਆ ਤੇ ਹੱਡੀਆਂ ਨੇ ਕੀ ਸੁਣਨਾ? ਕਿਉਂਕਿ ਹੱਡੀਆਂ 'ਚ ਸੈਂਸ ਹੀ ਨਹੀਂ ਹੈਗੀ। ਨਹੀਂ ਗੋਰਖੀ ਸਾਹਿਬ, ਇਹ ਸਾਰਾ ਕੁਝ ਹੁੰਦਾ ਕਿਉਂ ਹੈ? ਪਤਾ ਕੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਪਾਠੀ ਉਹਨਾਂ ਨੂੰ ਫਾਇਦਾ ਹੁੰਦਾ ਹੈ ਭਾਈ, ਜਿਹੜੇ ਪਾਠ ਸੁਣਾਉਂਦੇ ਆ। ਗੱਲ ਤਾਂ ਉਹਨਾਂ ਦੀ ਹੈ ਨਾ। ਨਿੱਜਰ ਸਾਹਿਬ ਉਹ ਤੇ ਕਹਿੰਦੇ ਆ ਕਿ ਬਾਬਾ ਤੁਰੇ ਰਹੋ। ਹਾਂ, ਬਸ ਇਹੀ ਗੱਲ। ਮੈਂ ਤੇ ਆਪ ਜੀ ਨੂੰ ਦੱਸਣ ਦਿਆ ਵਾਂ ਕਿ ਕਾਫੀ ਹੱਦ ਤੱਕ ਅੰਮ੍ਰਿਤਸਰ ਦੇ ਵਿੱਚ ਮੈਨੂੰ ਲੱਗਦਾ ਕਿ 25 ਲੋਕ% ਜਿਹੜੇ ਹੈਗੇ ਨਾ ਅੰਮ੍ਰਿਤਸਰ ਦੇ ਵਿੱਚ, ਇਹ ਧਾਰਮਿਕ ਸਥਾਨਾਂ ਤੇ ਉਹਨਾਂ ਦੀ ਰੋਜ਼ਗਾਰ ਦਾ ਸਾਧਨ ਬਣਿਆ ਵਾ। ਬਿਲਕੁਲ ਸਰ ਜੀ, ਇਹ ਇਸੇ ਤਰ੍ਹਾਂ ਮੇਰੇ ਨਾਲ ਬਹੁਤ ਵਾਪਰੀ ਹੋਈ ਹੈ ਗੱਲ ਕਿ ਮੈਨੂੰ ਕਹਿਣ ਜੀ ਕਿ ਗੋਇੰਦਵਾਲ ਸਾਹਿਬ ਵੀ ਲਿਖਿਆ ਹੋਇਆ ਹੈਗਾ ਜੀ ਤੇ ਕੀਰਤਪੁਰ ਸਾਹਿਬ ਵੀ ਲਿਖਿਆ, ਪਹਿਲਾਂ ਹੱਡੀਆਂ ਨੂੰ ਪਾੜ ਸੁਣਾਓ ਫੇਰ ਲੈ ਕੇ ਆਓ। ਮੈਂ ਦੋਨਾਂ ਸਮਾਂ ਤੋਂ ਜਾ ਕੇ ਉਹਨਾਂ ਨੂੰ ਲਿਆ ਕੇ ਦਿਖਾਇਆ, ਮੈਂ ਕਿਹਾ ਦੱਸੋ ਜੀ ਕਿੱਥੇ ਹੈਗਾ? ਫੇਰ ਵੀ ਉਹ ਭਰੋਸਾ ਜਾਂਦਾ, ਚਾਹ ਕਹਿੰਦੇ ਪਹਿਲਾਂ ਲਿਖਿਆ ਹੋਣਾ, ਹੁਣ ਲਾਤਾ ਹੋਣਾ। ਤੇ ਆਹ ਗੱਲ ਨੂੰ ਕੰਮਾਂ ਲਿਆ ਆਵੇ ਏਦਾਂ ਹੀ ਕਰਦੀ ਸੰਸਾਰ 'ਚ ਦੁਨੀਆ ਬਹੁਤ ਚਲਾਕ ਹੈ ਜੀ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ ਆਪਾਂ। ਹਾਂਜੀ, ਕਹਿੰਦੇ ਉਪਦੇਸੇ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਕ ਪਾਪ ਦੋਖ ਲੈ ਜਾਵੇ। ਜਿਵੇਂ ਗੁਰੂ ਨੇ ਉਪਦੇਸ਼ ਕੀਤਾ ਹੈ, ਜਿਵੇਂ ਬਾਣੀ ਕਹਿ ਰਹੀ ਹੈ, ਉਸ ਤਰੀਕੇ ਦੇ ਨਾਲ ਜਿਹੜਾ ਵੀ ਧਿਆਨ ਸਿਮਰਨ ਕਰਦਾ ਹੈ, ਜਿਹੜਾ ਵੀ ਆਪਣੇ ਮਨ ਨੂੰ ਖੜਾ ਕਰਦਾ ਹੈ, ਵਿਚਾਰ ਬੰਦ ਕਰਦਾ ਹੈ, ਉਹ ਕਹਿੰਦੇ ਸਾਰੇ ਦੇ ਸਾਰੇ ਉਹਦੇ ਪਾਪ ਤੇ ਕਿਲਬਿਕ ਜਿਹੜੇ ਹੈਗੇ ਹੈ ਕੀ ਚੀਜ਼? ਇਹ ਤਾਂ ਮਨ ਨੂੰ ਲੱਗੇ ਹੋਏ ਆ ਭਾਈ, ਸੰਸਕਾਰ ਹੈਗੇ ਆ। ਇਹ ਮਨ ਜਿਹੜਾ ਹੈਗਾ ਇਹਦੇ ਅੰਦਰ ਲਹਿਰਾਂ ਉੱਠਦੀਆਂ ਆ ਤੇ ਉਹ ਜਿਹੜਾ ਹੈਗਾ ਉਹ ਸਾਰੀਆਂ ਬੰਦ ਹੋ ਜਾਂਦੀਆਂ। ਜਦ ਆਪਾਂ ਨੇ ਮਨ ਨੂੰ ਵਿਚਾਰ ਹੀ ਬੰਦ ਕਰ ਦਿੱਤੇ
ਤੇ ਆਪਣੇ ਆਪ ਜਿਹੜਾ ਹੈ ਮਨ ਨੇ ਪਵਿੱਤਰ ਹੋ ਜਾਣਾ। ਫਿਰ ਚੜ੍ਹੇ ਦਿਵਸ। ਬਿਲਕੁਲ ਜੀ। ਹਾਂਜੀ ਹਾਂਜੀ ਹਾਂਜੀ, ਨਹੀਂ ਕੋਈ ਨਹੀਂ, ਬੋਲੋ ਜੀ। ਜਿੱਦਾਂ ਬੈਟਰੀ ਚਾਰਜ ਹੁੰਦੀ ਆ, ਹਾਂਜੀ, ਤੇ ਉਹਦੇ ਵਿੱਚ ਕਰੰਟ ਹੈਗਾ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਤੁਹਾਡਾ ਕਾਰਨ ਸਰੀਰ ਚਾਰਜ ਹੈ ਨਾ, ਤੇ ਉਹਨਾਂ ਚਿਰ ਤੱਕ ਤੁਹਾਡੇ ਜੀਵਨ ਚ ਔਗਣ ਰਹਿਣੇ ਆ। ਬਿਲਕੁਲ। ਔਰ ਜਦੋਂ ਚਾਰਜ ਖਤਮ ਹੋ ਜਾਣੀ ਆ, ਕਿਉਂਕਿ ਆਤਮਾ ਚ ਬਹੁਤ ਪਾਵਰ ਹੈ, ਉਹ ਮਲੀਨਤਾ ਖੋਹ ਲੈਂਦੀ ਹੈ ਤੁਹਾਡੀ, ਕਿਉਂਕਿ ਪਵਿੱਤਰ ਵਾਲਾ ਇਹ ਨਹੀਂ ਕਿ ਖੋਣਾ ਚਾਹੁੰਦਾ ਵਾ, ਉਹਨੂੰ ਥੋੜੀ ਪਤਾ ਲੱਗਣ ਦਿਆ ਕਿ ਤੁਸੀਂ ਇੱਥੇ ਮੇਰੇ ਕੋਲ ਆ ਗਏ ਜੋ। ਉਹ ਤੇ ਸੁੰਨ ਸਮਾਧ ਬੈਠਾ ਹੈ, ਉੱਥੇ ਤੁਸੀਂ ਗਏ, ਉੱਥੇ ਨਹਾ ਨੂੰ ਕੇ ਮਲੀਨਤਾ ਝਾੜ ਕੇ ਤੁਸੀਂ ਬਾਹਰ ਆ ਜਾਓ। ਉਹ ਤੇ ਪਵਿੱਤਰ ਹੀ ਬੜਾ ਵਾ, ਉਹ ਤੇ ਪਾਰਸ਼ ਹੈਗਾ। ਉਹਦੇ ਮਲੀਨ ਨੂੰ ਗ੍ਰਹਿਣ ਥੋੜੀ ਕਰਨਾ ਨਿਜਰ ਸਾਹਿਬ, ਮਲੀਨਤਾ ਨੂੰ ਨਹੀਂ, ਬਿਲਕੁਲ ਉਹਨੇ ਤਾਂ ਲਾ ਦੇਣੀ ਹੈ। ਉਹ ਤਾਂ ਬਹੁਤ ਵੱਡਾ ਹੈ, ਏਡਾ ਬਹੁਤ ਜ਼ਿਆਦਾ ਵੱਡਾ ਹੈ, ਕਿੱਡਾ ਕੁ ਵੱਡਾ ਮੈਂ ਵੀ ਨਹੀਂ ਕਹਿ ਸਕਦਾ। ਉਹ ਨਿੱਕਾ ਜਿਹਾ ਤੁਸੀਂ ਉੱਥੇ ਮਾੜਾ ਜਿਹਾ ਛੇਕ ਕੀਤਾ, ਨਿਰਵਿਚਾਰ ਹੋ ਕੇ ਜਾ ਕੇ ਉਹਦੇ ਚ ਵੜ ਗਏ, ਅੱਧਾ ਘੰਟਾ 20 ਮਿੰਟ ਬਹਿ ਕੇ ਬਾਹਰ ਆ ਜਾਓ। ਹੁਣ ਤਾਂ ਪਤਾ ਨਹੀਂ ਲੱਗਣਾ ਕਿ ਇੱਥੇ ਚਰਨਜੀਤ ਵਰਗਾ ਮਲੀਨਤਾ ਝੜ ਕੇ ਲੰਘ ਗਿਆ। ਜਿੱਦਾਂ ਸਮੁੰਦਰ ਚ ਜਾਈਏ, ਮੇਰੇ ਵਰਗਾ 2-4 ਜੇ ਨਹਾਣ ਮਾਰ ਕੇ ਟੁੱਬੀਆਂ ਮਾਰ ਕੇ ਥੋੜੀ ਮੈਲ ਲਾਵੇ ਤੇ ਸਮੁੰਦਰ ਨੂੰ ਕੀ ਪਤਾ ਲੱਗਣਾ, ਉਹ ਤਾਂ ਬਹੁਤ ਵੱਡਾ ਹੈ। ਹਾਂ, ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ, ਮੈਨੂੰ ਕਿਲੋ ਕੁ ਮਿੱਟੀ ਜਮੀ ਹੋਵੇ, ਉੱਥੇ ਮੈਂ ਨਹਾਵਾਂ, ਉਹਨੂੰ ਵਿਚਾਰੇ ਨੂੰ ਕੀ ਪਤਾ ਲੱਗਣਾ, ਉਹ ਤੇ ਬਹੁਤ ਵੱਡਾ ਹੈ। ਉਹਨੂੰ ਕੀ ਤਾਂ ਚਰਨਜੀਤ ਕੀ ਕਰ ਗਿਆ ਇੱਥੇ, ਤੇ ਉਹ ਤੇ ਬਹੁਤ ਵੱਡਾ ਹੈ, ਉਹਨੂੰ ਕੀ ਫਰਕ ਪੈਂਦਾ। ਠੀਕ ਹੈ ਜੀ। ਸੋ ਆਹ ਪਲੀਜ਼ ਅੰਡਰਸਟੈਂਡ ਕਰੋ। ਅਗਲੇ ਬੰਨੇ ਬੋਲੋ ਨਿੱਜਰ ਸਾਹਿਬ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨੇ ਭਾਵੇ। ਆਇਆ ਸਿੱਖ ਪਾਈ, ਗੁਰੂ ਦੇ ਮਨ ਨੂੰ ਪਾ ਜਾਂਦਾ ਹੈ। ਗੁਰੂ ਦੇ ਮਨ ਨੂੰ ਪਾ ਗਿਆ ਤੇ ਪਰਮੇਸ਼ਰ ਨੂੰ ਪਾ ਜਾਂਦਾ ਹੈ। ਬਿਲਕੁਲ ਠੀਕ ਹੈ। ਜਿਹੜਾ ਸਾਸ ਗਰਾਸ, ਦੇਖੋ ਸਾਸ ਗਰਾਸ ਦਾ ਮਤਲਬ ਇਹ ਹੈ ਕਿ ਆਪ ਪਲੀਜ਼ ਅੰਡਰਸਟੈਂਡ ਕਰੋ, ਨਾਮ ਤੁਸੀਂ ਮੂੰਹ ਦੇ ਨਾਲ ਨਹੀਂ ਧਿਆ ਸਕਦੇ। ਨਹੀਂ ਆਪ ਅੰਡਰਸਟੈਂਡ ਕਰੋ। ਗੋਰਖੀ ਸਾਹਿਬ, ਸਾਸ ਗਿਰਾਸ ਦਾ ਮਤਲਬ ਹੈਗਾ ਬਈ ਜਿਹੜੇ ਸਵਾਸ ਦਿੱਤੇ ਆ ਮਾਲਕ ਨੇ, ਸਵਾਸ ਹੀ ਤਾਂ ਹੈ ਆਪਣੇ ਕੋਲ, ਹੋਰ ਹੈ ਕੀ ਆ। ਤੇ ਗਰਾਸ ਜਿਹੜਾ ਮਾਲਕ ਦੇ ਰਿਹਾ, ਖੁਰਾਕ ਦੇ ਰਿਹਾ, ਜਦ ਇਹ ਬੰਦ ਹੋ ਗਿਆ ਤੇ ਚਾਂਸ ਖਤਮ ਹੋ ਗਿਆ। ਇੰਨੀ ਕਹਿੰਦੇ ਇਹਦੇ ਵਿੱਚ ਜਿਹੜਾ ਪਰਮੇਸ਼ਰ ਦਾ ਧਿਆਨ ਕਰਨਾ ਹੈ, ਬਸ ਇਹਨਾਂ ਦੇ ਨਾਲ ਇਹੀ ਕੰਮ ਕਰਨ ਵਾਲਾ। ਪਰ ਨਿੱਜਰ ਸਾਹਿਬ, ਪਰ ਲੋਕੀ ਇਹਦਾ ਸਾਸ ਗਿਰਾਸ ਦਾ ਕੀ ਅਰਥ ਕਰਦੇ, ਉਹ ਵੀ ਥੋੜਾ ਦੱਸ ਦਿਓ। ਉਹ ਤਾਂ ਜਿਹੜੇ ਹੈਗੇ ਸਾਸ ਗਿਰਾਸ, ਜਿਹੜਾ ਉਹ ਕਹਿੰਦੇ ਸਾਹ ਜਿਹੜਾ ਜਾ ਰਿਹਾ, ਸਾਹ ਖਿੱਚਿਆ ਤੇ ਉਸ ਤੋਂ ਬਾਅਦ ਗਿਰਾਇਆ ਸਾਹ ਨੂੰ, ਉਹ ਜਿਹੜਾ ਹੈਗਾ ਜਿਸ ਤਰ੍ਹਾਂ ਜਿਹੜੇ ਵਾਹਿਗੁਰੂ ਵਾਹਿਗੁਰੂ ਅਖੰਡ ਕੀਰਤਨੀ ਵਾਲੇ ਕਰਦੇ ਆ, ਉਸ ਤਰੀਕੇ ਦੇ ਨਾਲ ਉਹ ਸਮਝਦੇ ਆ ਇਸ ਨੂੰ। ਉਹ ਹਾਂ, ਉਹ ਜਿਹੜਾ ਐਕਚੁਅਲੀ ਇਹ ਤਾਂ ਧਿਆਨ ਦੀ ਗੱਲ ਹੈ ਜੀ, ਇਹ ਤਾਂ ਚੁੱਪ ਹੋਣ ਦੀ ਗੱਲ ਹੈ। ਬਾਣੀ ਤਾਂ ਕਹਿੰਦੀ ਹੈ ਚੁੱਪ ਸੁਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਉਹ ਤਾਂ ਬਾਣੀ ਤਾਂ ਕਹਿੰਦੀ ਹੈ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਰ ਸਵਾਰੇ। ਬਾਣੀ ਤਾਂ ਕਹਿੰਦੀ ਚੁੱਪ ਹੋ ਜਾ ਪਾਏ। ਭਗਤੀ ਤਾਂ ਚੁੱਪ ਹੋਣੀ ਹੈ, ਮਨ ਨੂੰ ਚੁੱਪ ਕਰਾਉਣਾ ਹੈ। ਹਾਂ, ਤੇ ਇਹ ਲੋਕ ਪਤਾ ਕਿੱਦਾਂ, ਵੇਖੋ ਇਹ ਆਪ ਸਾਰੇ ਸੰਗਤ ਜਾਣਦੇ ਜੋ। ਮੈਨੂੰ ਹਾਸਾ ਆਉਂਦਾ ਹੈ ਕਿ ਨਿੱਜਰ ਸਾਹਿਬ ਨੇ ਇਹ ਜਿਹੜਾ ਅਰਥ ਕਰਕੇ ਉਹ ਚੀਜ਼ ਨੂੰ ਕਲੀਅਰ ਕਰਤਾ ਕਿ ਸਾਸ ਗਰਾਸ ਦਾ ਮਤਲਬ ਜਦ ਤੱਕ ਤੂੰ ਜਿੰਦਾ ਹੈ ਨਾ, ਉਹਨੂੰ ਸਫਲ ਕਰ ਦੇਣਾ ਆਪਣੇ ਨੂੰ ਹੈ। ਤੇ ਇਹ ਲੋਕੀ ਉਹ ਵੇਲੋ ਕਿੱਧਰ ਘੁਮਾਉਂਦੇ ਸੂਈ ਤੇ ਮੁੜ ਕੇ। ਹੁਣ ਕਿੰਨੀ ਦੁਨੀਆ ਨੂੰ ਇਹਨਾਂ ਨੇ ਉਸੇ ਕੰਮ ਚ ਲਾਇਆ। ਉਹਦੇ ਨਾਲ ਕੀ ਹੁੰਦਾ ਹੈ ਗੋਰਖੀ ਸਾਹਿਬ, ਦੇਖੋ ਉਹਦੇ ਨਾਲ ਮੈਂ ਦੱਸਾਂ ਕਿ ਉਹਦੇ ਨਾਲ ਪ੍ਰੋਬਲਮ ਕੀ ਹੈਗੀ। ਦੇਖੋ ਆਪ ਬੋਲ ਤਾਂ ਵਾਹਿਗੁਰੂ ਦਾ ਨਾ, ਪਰਮੇਸ਼ਰ ਦਾ ਨਾਮ ਬੋਲ ਰਹੇ, ਵਾਹਿਗੁਰੂ ਵਾਹਿਗੁਰੂ ਜਾਣ ਲਓ ਜੋ ਵੀ ਬੋਲ ਰਹੇ ਆ, ਪਰ ਉਹਦੇ ਨਾਲ ਕੀ ਹੈਗਾ ਕਿ ਆਪਾਂ ਜੀਵ ਨੂੰ ਜਿਹੜਾ ਹੈਗਾ ਆਟੋ ਪਾਇਲਟ ਤੇ ਲਾਤਾ ਔਰ ਮਨ ਪਤੰਦਰ ਜਿਹੜਾ ਹੈ ਫ੍ਰੀ ਛੱਡ ਦਿੱਤਾ। ਗੱਲ ਇੱਥੇ ਆ, ਪ੍ਰੋਬਲਮ ਤਾਂ ਆ ਹੈਗੀ। ਉਹਦੇ ਚ ਮਤਲਬ ਜੇ ਤੁਸੀਂ ਮੇਰੀ ਗੱਲ ਸੁਣੋ, ਵਾਹਿਗੁਰੂ ਤੇ ਆਪਾਂ ਵੀ ਜਾਪ ਕਰਦੇ ਆ, ਪਰ ਆਪਾਂ ਆਪਣੇ ਵਾਹਿਗੁਰੂ ਜਾਪ ਕਰਨ ਦਾ ਮਤਲਬ ਇਹ ਹੈ ਕਿ ਸਾਸ ਗਰਾਸ ਨਹੀਂ। ਅਸੀਂ ਚਾਹੁੰਦੇ ਕਿ ਸਾਡਾ ਮਨ ਜਿਹੜਾ ਉਹ ਕੁਛ ਛਣਾ ਲਈ ਉਸ ਸ਼ਬਦ ਦਾ ਸਹਾਰਾ ਲੈ ਕੇ ਵਿਚਾਰ ਮੰਡਲ ਤੋਂ ਅੱਗੇ ਲੰਘ ਜੇ। ਹਾਂ, ਉਹ ਜਿਹੜਾ ਹੈਗਾ ਜਿਹੜਾ ਅਨਹਦ ਸ਼ਬਦ ਹੈ ਉਹਨੂੰ ਫੜ ਲੈ, ਬਸ ਉਨੀ ਕੀ ਹੈਗੀ। ਹਾਂ, ਜਿੱਦਾਂ ਮਤਲਬ ਉਹ ਇੱਕ ਮਦਦ ਲੈ ਰਹੇ ਆ ਸ਼ਬਦ ਦੀ, ਕਿਉਂਕਿ ਇਹ ਜਿਹੜੇ ਸ਼ਬਦ ਹੁੰਦੇ ਨਾ, ਸ਼ਬਦਾਂ 'ਚ ਪਾਵਰ ਹੁੰਦੀ ਆ। ਪਰ ਇਹ ਨਹੀਂ ਕਿ ਹੁਣ ਤੁਸੀਂ ਉਹਨੂੰ ਜਪੀ ਜਾਓ। ਜਿੱਦਾਂ ਸਲਫ ਮਾਰੀ ਆ, ਸਲਫ ਮਾਰ ਕੇ ਗੱਡੀ ਸਟਾਰਟ ਕਰਨੀ ਆ। ਵੀਰ ਜੀ ਸੌਰੀ ਟੂ ਇੰਟਰਪਟ, ਇਹ ਤਾਂ ਇਨੀਸ਼ੀਅਲ ਸਟੇਜਾਂ ਨੇ ਹਨਾ, ਜਦੋਂ ਇਹ ਫਿਰ ਹੀ ਛੱਡ ਦੇਣੀ ਹੈ। ਕੋਈ ਜ਼ਰੂਰਤ ਥੋੜੀ ਹੈ ਇਹਦੀ ਬਾਰ-ਬਾਰ ਉਹੀ ਕੰਮ। ਜਦ ਤੁਹਾਡਾ ਨਾਮ ਪ੍ਰਗਟ ਹੋ ਗਿਆ ਤੇ ਉਹ ਨਾਲੇ ਗੁਰਬਾਣੀ ਤਾਂ ਕਹਿ ਰਹੀ ਹੈ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਕਿਓ, ਕਰ ਬੈਠੋ ਵਿਸ਼ਰਾਮ। ਉਹ ਤਾਂ ਦੌੜ ਭੱਜ, ਜਿਹੜਾ ਧਾਵਨ ਜਿਹੜਾ ਭੱਜ ਰਿਹਾ ਹੈ ਉਹਨੂੰ ਤਾਂ ਰੋਕਣਾ ਹੈ, ਤਾਂ ਹੀ ਵਿਸ਼ਰਾਮ ਜਾਊ ਤੇ ਫੇਰ ਹੀ ਹਰਨਾਮ ਦਾ ਧਨ ਆਣਾ। ਉਹ ਵੀਜ਼ਾ ਲੱਗ ਗਿਆ ਤੇ ਵੀਜ਼ੇ ਤੋਂ ਬਾਅਦ ਫਿਰ ਉਹ ਧਨ ਇਕੱਠਾ ਹੋਇਆ ਤੇ ਫਿਰ ਫਲਾਈਟ ਦੀ ਟਿਕਟ ਲੈਣੀ ਹੈ।
ਗੱਲ ਤਾਂ ਇੰਨੀ ਉਹੀ ਤਾਂ ਗੱਲ ਆ ਨਾ ਸੁਖਵਿੰਦਰ ਜੀ। ਦੇਖੋ ਆਪਾਂ ਨੇ ਇਹ ਥੋੜੀ ਦੇਖੋ ਵਿਚਾਰ ਜ਼ਿਆਦਾ ਹੈਗੇ, ਇਸ ਕਰਕੇ ਆਪਾਂ ਨਾਮ ਦਾ ਸ਼ਬਦ ਦਾ ਸਹਾਰਾ ਲੈਣਾ ਹੈ। ਜਦ ਵਿਚਾਰ ਘਟ ਗਏ, ਮਨ ਚੁੱਪ ਹੋ ਗਿਆ, ਤੇ ਉਸ ਤੋਂ ਬਾਅਦ ਹੁਣ ਉਹਨੇ ਇਹ ਬੋਟ ਨੂੰ ਜਿਹੜਾ ਸਿਰ ਤੇ ਚੁੱਕ ਕੇ ਥੋੜੀ ਨਾ ਰੱਖਣਾ ਹੈ, ਸਿਰ ਤੇ ਰੱਖ ਕੇ ਵੀ ਚੁੱਕੀ ਜਾਣਾ ਇਹਨੂੰ। ਪਰ ਵੀਰ ਜੀ ਨਾਲੇ ਹੋਰ ਅਸੀਂ ਪਾਗਲਪਨ ਵੱਲ ਵੱਧ ਰਹੇ ਹਾਂ। ਦੇਖੋ ਪਿਛਲੇ ਟਾਈਮ 'ਚ ਜਦੋਂ ਜਾਈਏ ਉੱਥੇ ਲੋਕ ਆਪਾਂ ਕਹਿੰਦੇ ਬੜੇ ਸੁਖੀ ਸੀ। ਉਹ ਤਾਂ ਸੀ ਕਿਉਂਕਿ ਉਦੋਂ ਉਹਨਾਂ ਨੇ ਸੁਖ ਨਿਰਮਿਤ ਜੋ ਭੋਗ ਰਹੇ ਆ ਇਹ ਕੀਤੇ ਸੀ। ਹੁਣ ਇੱਥੇ ਆ ਕੇ ਅਸੀਂ ਇਨਫੋਰਮੇਸ਼ਨ ਇੰਨੀ ਜ਼ਿਆਦਾ ਗੈਦਰ ਕਰ ਲਈ, ਡਿਲੀਟ ਮਾਰਨ ਦਾ ਕੋਈ ਸਾਧਨ ਹੀ ਨਹੀਂ ਕੀਤਾ। ਡਿਲੀਟ ਮੈਡੀਟੇਸ਼ਨ ਤੋਂ ਬਿਨਾਂ ਜਾਂ ਇਹ ਧਿਆਨ ਸਿਮਰਨ ਤੋਂ ਬਿਨਾਂ ਬਚਣੀ ਹੀ ਨਹੀਂ। ਉਹ ਮੈਮਰੀ ਇੰਨੀ ਫੁੱਲ ਹੋਈ ਪਈ ਹੈ, ਉਹ ਪਾਗਲਪਨ ਦੀ ਹੱਦ ਹੀ ਹੈ ਸਰ। ਡਿਲੀਟ ਹੀ ਤਾਂ ਜਿਹੜੀ ਹੈ ਮੈਡੀਟੇਸ਼ਨ, ਜਿਹੜੀ ਇਟਸੈਲਫ ਡਿਲੀਟ ਮਾਰਨਾ ਹੀ ਹੈ ਮੈਡੀਟੇਸ਼ਨ ਪਾਈ। ਹਾਂਜੀ ਬਿਲਕੁਲ ਠੀਕ ਹੈ। ਉਹ ਤਾਂ ਹੀ ਨਹੀਂ, ਅਦਰਵਾਈਜ਼ ਮੈਮਰੀ ਇੰਨੀ ਫੁੱਲ ਕਰਕੇ ਬਹਿ ਗਈ, ਉਹਦੀ ਜਗ੍ਹਾ ਹੀ ਨਹੀਂ ਹੈ, ਉਹਦੇ 'ਚ ਜਗ੍ਹਾ ਹੀ ਨਹੀਂ ਹੈ ਇਨਫੋਰਮੇਸ਼ਨ ਵਾਸਤੇ। ਕੀ ਵਾੜੂਗਾ ਉੱਥੇ ਕੋਈ? ਬਿਲਕੁਲ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਨਿਜਰ ਸਾਹਿਬ, ਅੱਗੇ ਚਲੋ। ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਆਇਆ ਗੁਰੂ ਦੇ ਉਪਦੇਸ਼ ਪਾਏ, ਆ ਗੁਰੂ ਦੀ ਮੱਤ ਹੈਗੀ ਆ, ਜੋ ਇਹ ਜਿਸ ਦੇ ਉੱਤੇ ਦਿਆਲ ਹੈ, ਪਰਮਾਤਮਾ ਦਿਆਲ ਹੈਗਾ ਭਾਈ। ਹੁਣ ਤਾਂ ਬਸ ਇਹ ਹੈਗੀ ਭਾਈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਹੁਣ ਤਾਂ ਭਾਈ ਇਹ ਕਮਾਉਣ ਦੀ ਕਸਰ ਹੈਗੀ ਆ ਭਾਈ, ਲੱਗ ਜਾਈਏ ਭਾਈ, ਹੱਥ ਧੋ ਕੇ ਲੱਗ ਜਾਈਏ ਇਸ ਪਾਸੇ। ਜਨ ਨਾਨਕ ਤੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿਹੜਾ ਵੀ ਧਿਆਨ ਸਿਮਰਨ ਕਰਦਾ ਹੈ, ਦੇਖੋ ਆਪਣੇ ਗੁਰੂ ਜਿਹੜੇ ਹੈਗੇ, ਕਿੰਨੀ ਜਿਹੜੀ ਹੈਗੀ ਆ ਆਪਾਂ ਨੂੰ, ਕਿੰਨੀ ਜਿਹੜਾ ਹੈਗਾ ਦੇਖੋ ਕਿੰਨੀ ਉਹਦੀ ਉਚਾਈ ਦੱਸ ਰਹੇ ਭਾਈ। ਉਹ ਕਹਿੰਦੇ ਮੈਂ ਤਾਂ ਉਹਦੇ ਚਰਨਾਂ ਦੀ ਤੋੜ ਮੰਗਦਾ ਹੈ ਭਾਈ, ਜਿਹੜਾ ਆਪ ਜਪਦਾ ਹੈ ਤੇ ਦੂਸਰਿਆਂ ਨੂੰ ਪ੍ਰੇਰਨਾ ਕਰਦਾ ਹੈ। ਹਾਂਜੀ ਵੀਰ ਜੀ ਠੀਕ ਹੈ ਜੀ, ਬਹੁਤ ਵੱਡੀ ਗੱਲ ਹੈ ਜੀ। ਜਿੱਥੇ ਦਿਆਲ ਹੋ ਜਾਂਦਾ ਸੁਆਮੀ ਤੇ ਫਿਰ ਕੀ ਕਰਦਾ ਹੈ? ਉਹ ਕਹਿੰਦਾ ਕਿ ਉਹਨੂੰ ਗੁਰਮੁਖਾਂ ਦੀ ਸੰਗਤ ਦਿੰਦਾ ਹੈ। ਹਾਂ, ਆਪਣੇ ਘਰ ਜਿਹੜਾ ਆਉਣ ਦਾ ਰਸਤਾ ਹੈ, ਜਿੱਦਾਂ ਨਾਨਕ ਤਪੇ ਦਾ ਘਰ। ਬਸ ਬਿਲਕੁਲ ਫਿਰ ਆਪ ਫਿਰ ਕੀ ਕਰਦਾ ਹੈ ਕਿ ਫਿਰ ਐਸੇ ਮਨੁੱਖਾਂ ਦੀ ਸੰਗਤ ਤੁਹਾਨੂੰ ਦਿੰਦਾ, ਕਿਉਂਕਿ ਸੰਗਤ ਆਮ ਅਵੇਲੇਬਲ ਨਹੀਂ ਹੈਗੀ। ਉਹ ਪ੍ਰਮਾਤਮਾ ਦਊਗਾ ਤੇ ਮਿਲੂਗੀ, ਉਦਾਂ ਨਹੀਂ ਮਿਲ ਸਕਦੀ। ਇਟ ਇਜ਼ ਵੈਰੀ ਹਾਰਡ। ਤੁਸੀਂ ਆ ਕੇ ਬਹਿ ਵੀ ਗਏ, ਤੁਸੀਂ ਚੱਲ ਜਾਓਗੇ ਇੱਥੋਂ ਜੇ ਪ੍ਰਮਾਤਮਾ ਨੇ ਨਹੀਂ ਦਿੱਤੀ। ਇਹ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ, ਪਲੀਜ਼ ਨੋਟ ਕਰਿਓ। ਤੇ ਫਿਰ ਕਹਿੰਦੇ ਕਿ ਧੂੜ ਮੰਗੇ ਸਤਿਗੁਰ ਕੀ। ਉਹ ਫਿਰ ਪ੍ਰਮਾਤਮਾ ਕਹਿੰਦੇ ਕਿ ਬਹੁਤ ਪ੍ਰਮਾਤਮਾ ਦੇ ਵਿੱਚ ਜੇ ਕੋਈ ਮਿਲਾਉਣ ਦੇ ਲਈ ਭਗਤੀ ਕਰਨੀ ਸਿਖਾਉਂਦਾ ਹੈ, ਉਹ ਕਹਿੰਦੇ ਬਹੁਤ ਵਧੀਆ ਹੈ ਉਹ ਮਨੁੱਖ ਜਿਹੜਾ ਆਪ ਵੀ ਜਪ ਰਿਹਾ ਤੇ ਆਪ ਚੱਲ ਰਿਹਾ। ਇਹ ਪਹਿਲਾਂ ਜ਼ਰੂਰੀ ਆਪ ਵੀ ਜਪਦਾ ਹੈ ਤੇ ਫਿਰ ਦੂਜੇ ਨੂੰ ਵੀ ਕਹਿੰਦੇ ਤੁਸੀਂ ਵੀ ਜਪੋ। ਉਹ ਇਹ ਨਹੀਂ ਕਹਿ ਰਹੇ ਕਿ ਜਿਹੜਾ ਦੂਜੇ ਨੂੰ ਕਹਿੰਦਾ ਕਿ ਤੁਸੀਂ ਜਪੋ। ਨਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਆਪ ਪਹਿਲਾਂ ਹੈ ਨੁਕਤੇ ਦੀ ਫੇਰ ਕੁੰਡੀ ਹੈਗੀ ਜੋ। ਇਹ ਨਹੀਂ ਕਿ ਜਿਹੜਾ ਤੁਹਾਨੂੰ ਕਵੇ ਕਿ ਤੁਸੀਂ ਜਪੋ, ਉਹ ਕਹਿੰਦੇ ਕਿ ਆਪ ਪਹਿਲਾਂ ਜਪਦਾ। ਨਾਲ ਆਪ ਵੀ ਜਪਦਾ ਤੇ ਨਾਲ ਤੁਹਾਨੂੰ ਵੀ ਕਹਿੰਦਾ ਜਪੋ। ਉਹ ਕਹਿੰਦੇ ਉਹ ਸਹੀ ਆ। ਤੇ ਜਿਹੜੇ ਵਿਚਾਰੇ ਮੇਰੇ ਵਰਗੇ ਕਹੀ ਜਾਂਦੇ ਕਿ ਤੁਸੀਂ ਜਪੋ ਤੁਸੀਂ ਜਪੋ, ਉਹ ਕਹਿੰਦੇ ਉਹ ਨਹੀਂ ਗੱਲ ਬਣਦੀ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਅੱਗੇ ਪੌੜੀ ਆ ਗਈ ਗੋਰਖੀ ਸਾਹਿਬ, ਜਿਹਦੇ ਵਾਸਤੇ ਆ ਸ਼ਲੋਕ ਸੀਗੇ। ਦੇਖੋ ਹੁਣ ਪੌੜੀ ਕੀ ਕਹਿੰਦੀ ਆ। ਪੌੜੀ ਜੋ ਤੁਧ ਸੱਚ। ਮੇਰੀ ਆਵਾਜ਼ ਬੰਦ ਹੋ ਗਈ ਸੀ? ਨਹੀਂ ਆ ਰਹੀ ਸੀ, ਬੰਦ ਨਹੀਂ ਹੋਈ ਸੀ, ਬਿਲਕੁਲ ਆਖਰੀ ਤੱਕ ਆਈ ਹੈ ਤੁਹਾਡੀ ਆਵਾਜ਼। ਜੋ ਹਾਂਜੀ ਉਹ ਮੇਰੀ ਆਵਾਜ਼ ਹੀ ਬੰਦ ਹੋ ਗਈ। ਹੁਣ ਠੀਕ ਹੈ? ਹਾਂਜੀ ਬਿਲਕੁਲ ਸਹੀ ਹੈ। ਹਾਂਜੀ ਪਹਿਲਾਂ ਆਈ ਸੀ ਕਿ ਨਹੀਂ ਆਈ? ਆਈ ਸੀ ਗੋਰਖੀ ਸਾਹਿਬ, ਸਾਰੀਆਂ ਹਮੇਸ਼ਾ ਹੀ ਆਈ ਹੈ। ਠੀਕ ਹੈ ਜੀ, ਉਹ ਮਾਈਕ ਦੀ ਤਾਰ ਢਿੱਲੀ ਹੋ ਗਈ। ਹਾਂਜੀ ਠੀਕ ਹੈ ਨਿਜਰ ਸਾਹਿਬ, ਅੱਗੇ ਚਲੋ ਜੀ। ਪੌੜੀ ਜੋ ਤੁਧ ਸੱਚ ਧਿਆਇਂਦੇ ਸੇ ਵਿਰਲੇ ਥੋੜੇ। ਦੇਖੋ ਕੀ ਕਹਿ ਰਹੇ, ਬਾਣੀ ਕਹਿ ਰਹੀ ਹੈ, ਦੇਖੋ ਚੌਥੀ ਪਾਤਸ਼ਾਹੀ ਕਹਿ ਰਹੀ ਹੈ। ਕਹਿੰਦੇ ਸੱਚ ਪਰਮਾਤਮਾ ਹੈਗਾ, ਕਹਿੰਦੇ ਜਿਹੜੇ ਧਿਆਨ 'ਚ ਜਾਂਦੇ ਆ ਨਾ, ਕਹਿੰਦੇ ਬਹੁਤ ਥੋੜੇ ਆ, ਵਿਰਲੇ ਹੈਗੇ, ਥੋੜੇ ਹੈਗੇ, ਕਹਿੰਦੇ ਬਹੁਤ ਥੋੜੇ ਹੈਗੇ। ਜੋ ਤੁਧ ਸੱਚ ਧਿਆਇਂਦੇ, ਹੇ ਮਾਲਕਾ ਜਿਹੜੇ ਤੈਨੂੰ ਧਿਆਉਂਦੇ ਆ, ਤੈਨੂੰ ਸੱਚ ਨੂੰ ਧਿਆਉਂਦੇ ਆ, ਧਿਆਨ ਕਰਦੇ ਤੇਰਾ, ਕਹਿੰਦੇ ਉਹ ਤਾਂ ਬਹੁਤ ਥੋੜੇ ਹੈਗੇ। ਜੋ ਮਨ ਚਿੱਤ ਇੱਕ ਅਰਾਧੇ, ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਕਹਿੰਦੇ ਜਿਹੜੇ ਮਨ ਔਰ ਚਿੱਤ ਜਿਨ੍ਹਾਂ ਨੇ ਲਗਾ ਲਿਆ, ਜਿਨ੍ਹਾਂ ਦੇ ਵਿਚਾਰ ਬੰਦ ਹੋ ਗਏ, ਜਿਹੜੇ ਧਿਆਨ ਦੇ ਵਿੱਚ ਚਲੇ ਗਏ, ਇੱਕ ਅਰਾਧੇ, ਜਿਹੜੇ ਇੱਕ ਨੂੰ ਅਰਾਧ ਰਹੇ, ਤੈਨੂੰ ਅਰਾਧ ਰਹੇ, ਤੈਨੂੰ ਯਾਦ ਕਰ ਰਹੇ ਮਾਲਕਾ, ਉਹਨਾਂ ਦੀ ਬਰਕਤ ਦੇ ਨਾਲ ਤਾਂ ਅਸੰਖਾਂ ਹੀ ਜਿਹੜੇ ਤਰ ਜਾਂਦੇ ਆ ਭਾਈ। ਉਹਨਾਂ ਦੀ ਖੱਟੀ ਅਸੰਖ ਨਿਕਲ ਜਾਂਦੇ ਆ, ਅਸੰਖੀ ਜਿਹੜੇ ਹੈਗੇ ਤਰ ਜਾਂਦੇ ਆ। ਜੋ ਮਨ ਚਿਤ ਇੱਕ ਅਰਾਧੇ, ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਔਰ ਇਹ ਵੀ ਦੇਖ ਲਓ
ਕਿ ਜਿਹੜਾ ਹੈਗਾ ਪਰਮਾਤਮਾ ਨੇ ਆ ਸ੍ਰਿਸ਼ਟੀ ਬਣਾਈ ਹੋਈ ਹੈ, ਇਹ ਬ੍ਰਹਮ ਗਿਆਨੀਆਂ ਵਾਸਤੇ ਬਣਾਈ ਹੋਈ ਹੈ, ਇਹ ਨਿਕਲਣ ਵਾਸਤੇ ਬਣਾਈ ਹੋਈ ਹੈ। ਜੇ ਕੋਈ ਨਿਕਲੇ ਹੀ ਨਾ ਤੇ ਬਾਕੀਆਂ ਨੂੰ ਕਿਉਂ ਦਊਗਾ ਮਾਲਕ ਪਰਮਾਤਮਾ? ਕਾਹਦੇ ਵਾਸਤੇ ਜਿਹੜਾ ਹੈਗਾ ਮਾਲਕ ਨੇ ਜਿਹੜਾ ਹੈਗਾ ਆ ਪੂਰਾ ਜਿਹੜਾ ਲੰਗਰ ਲਾ ਕੇ ਰੱਖਿਆ ਹੋਇਆ। ਜੋ ਮਨ ਚਿਤ ਇੱਕ ਅਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ, ਤੁਧ ਨੂੰ ਸਭ ਧਿਆਇਂਦੀ ਸੇ ਥਾਏ ਪਏ ਜੋ ਸਾਹਿਬ ਲੋੜੇ। ਕਹਿੰਦੇ ਸਾਰੇ ਦੇ ਸਾਰੇ ਭਾਈ ਤੈਨੂੰ ਧਿਆਨ ਕਰਦੇ ਆ, ਤੇਰਾ ਧਿਆਨ ਕਰਦੇ ਆ, ਪਰ ਕੀ ਪਤਾ ਕੀ ਉਹਨਾਂ ਦੀਆਂ ਡਿਮਾਂਡਾਂ ਕੀ ਹੁੰਦੀਆਂ। ਕੋਈ ਪੁੱਤ ਮੰਗਦਾ ਹੈ, ਕੋਈ ਧੀ ਮੰਗਦਾ ਹੈ, ਕੋਈ ਕਾਰ ਮੰਗਦਾ ਹੈ, ਕੋਈ ਘਰ ਮੰਗਦਾ ਹੈ, ਕੋਈ ਜ਼ਮੀਨ ਮੰਗਦਾ ਹੈ। ਪਰ ਜਿਹੜੇ ਤੈਨੂੰ ਲੋੜਦੇ ਆ, ਜਿਹੜੇ ਤੈਨੂੰ ਮੰਗਦੇ ਆ ਭਾਈ, ਸੇ ਥਾਂ ਪਏ ਜੋ ਸਾਹਿਬ ਲੋੜੇ। ਜਿਹੜੇ ਤੈਨੂੰ ਮੰਗਦੇ ਆ ਉਹ ਥਾਂ ਤੇ ਪੈਂਦੇ ਆ ਭਾਈ, ਉਹਨਾਂ ਨੂੰ ਕੱਢ ਲੈਣਾ ਹੈ ਤੂੰ। ਜੋ ਬਿਨ ਸਤਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ। ਕਹਿੰਦੇ ਜਿਹੜੇ ਬਗੈਰ ਧਿਆਨ ਸਿਮਰਨ ਦੇ, ਬਗੈਰ ਗੁਰੂ ਦੇ ਦੱਸੇ ਰਸਤੇ ਤੇ ਚੱਲੇ, ਬਗੈਰ ਦੁਨੀਆ ਦੇ ਵਿੱਚ ਖਾਲੀ ਪਦਾਰਥ, ਖਾਲੀ ਭੋਗ ਰਹੇ ਆ, ਕਹਿੰਦੇ ਉਹ ਤਾਂ ਪਾਏ, ਉਹ ਤਾਂ ਆਤਮਿਕ ਮੌਤ ਮਰੇ ਹੋਏ ਆ। ਜਿਵੇਂ ਕੋੜੀ ਹੈ, ਕੋੜੀ ਇਨਸਾਨ ਹੁੰਦਾ, ਕਹਿੰਦੇ ਉਹ ਉਸ ਤਰੀਕੇ ਦੇ ਨਾਲ ਪਾਏ, ਉਹ ਤਾਂ ਮਰੇ ਹੋਏ ਆ ਭਾਈ। ਸੇ ਮੂਏ ਮਰ ਜੰਮੇ, ਉਹ ਔਰ ਮਰ ਕੇ ਜੰਮੇ ਵੀ ਹੈਗੇ ਤੇ ਮਰਨ ਤੱਕ ਕਹਿੰਦੇ ਆ ਕੁਛ ਨਹੀਂ ਕਰਨਾ, ਉਹ ਮੁਰਦਾ ਹੀ ਰਹੇ। ਮੂਏ ਮਰ ਜੰਮੇ ਕੋੜੇ, ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਘੋਲੇ। ਔਰ ਕਹਿੰਦੇ ਆ ਹਾਜ਼ਰ ਜਿਹੜਾ ਹੈਗਾ ਮੂੰਹ ਦੇ ਉੱਤੇ ਮਿੱਠਾ ਬੋਲਣਗੇ, ਔਰ ਅੰਦਰ ਉਹਨਾਂ ਦੇ ਪਤਾ ਨਹੀਂ ਕੀ ਖੁਰਾਫਾਤਾਂ ਪਈਆਂ, ਕਿਸ ਤਰ੍ਹਾਂ ਦੀ ਲੁੱਟਮਾਰ ਪਈ ਹੋਈ ਆ। ਔਰ ਬਾਹਰ ਫਿਰ ਜਿਹੜਾ ਹੈਗਾ ਵਿਸ ਕੱਢਦੇ ਆ ਮੂੰਹ ਤੋਂ ਮਿੱਠੇ, ਤੇ ਫਿਰ ਅੰਦਰ ਉਹਨਾਂ ਦੇ ਜਿਹੜਾ ਹੈਗਾ ਪੂਰਾ ਜ਼ਹਿਰ ਭਰਿਆ ਹੁੰਦਾ। ਮਨੇ ਖੋਟੇ ਦਈ ਵਿਛੋੜੇ, ਮਨ ਦੇ ਵਿੱਚ ਖੋਟ ਹੈਗੀ, ਇਸ ਕਰਕੇ ਦਈ ਕਹਿੰਦੇ ਪਰਮਾਤਮਾ ਜਿਹੜਾ ਹੈਗਾ ਉਸ ਤੋਂ ਵਿਛੜੇ ਹੀ ਰਹਿੰਦੇ ਆ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਦੇਖ ਲਓ ਸੰਗਤ ਜੀ, ਉਹਨਾਂ ਨੇ ਕਿਹਾ ਹੈ ਇੱਕ ਦੇਖੋ ਉੱਪਰ ਉਹ ਕਹਿ ਰਹੇ ਨੇ, ਟਾਈਮ ਕਾਫੀ ਹੋ ਗਿਆ, 9:13। ਠੀਕ ਹੈ। ਜੋ ਤੁਧ ਸੱਚ ਧਿਆਈਂਦੇ ਸੇ ਵੇਲੇ ਥੋੜੇ। ਜੋ ਅਸਲ ਚ ਕਹਿੰਦੇ ਸੱਚ ਨੂੰ ਧਿਆਉਂਦੇ ਆ, ਜੋ ਪ੍ਰਮਾਤਮਾ ਦੀ ਭਗਤੀ ਕਰਦੇ ਆ, ਪਹਿਲੀ ਗੱਲ ਤੇ ਵਿਰਲੇ ਆ, ਤੇ ਫਿਰ ਥੋੜੇ ਵੀ ਆ। ਬਿਲਕੁਲ ਵਿਰਲੇ ਦਾ ਪਤਾ ਹੀ ਹੈ ਨਾ ਸਾਧ ਸੰਗਤ ਜੀ, ਵਿਰਲੀ ਚੀਜ਼ ਬੜੀ ਵਿਰਲੀ ਹੋ ਗਈ, ਬਹੁਤ ਘੱਟ। ਫਿਰ ਕਹਿੰਦੇ ਵਿਰਲੇ ਵੀ ਹੈਗੇ, ਥੋੜੇ ਵੀ ਆ, ਬਹੁਤ ਘੱਟ, ਥੋੜੇ, ਭੀੜ ਨਹੀਂ ਹੈਗੀ। ਠੀਕ ਹੈ ਜੀ, ਜ਼ਿਆਦਾ ਨਹੀਂ ਹੈਗੇ। ਕਹਿੰਦੇ ਜੋ ਮਨ ਚਿਤ ਇੱਕ ਅਰਾਧੇ ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਜਿਹੜੇ ਮਨ ਤੇ ਚਿੱਤ ਦੇ ਨਾਲ, ਇੱਕ ਮਨ ਨੂੰ ਤੇ ਚਿੱਤ ਨੂੰ ਇਕੱਠਾ ਕਰਕੇ, ਉਹਨੂੰ ਨਿਰਵਿਚਾਰ ਕਰਕੇ, ਉਹਨੂੰ ਅਕਿਰਿਆ ਅਵਸਥਾ ਚ ਕਰਕੇ ਜਿਹੜੇ ਉਹਦੀ ਭਗਤੀ ਕਰਦੇ ਆ, ਆਰਾਧਨਾ ਕਰਦੇ ਆ, ਉਹ ਕਹਿੰਦੇ ਕੋਈ ਨਾ ਕੋਈ ਇੰਨੀ ਕੁ ਕਮਾਈ ਆ ਜਾਂਦੀ ਹੈ, ਤੇ ਕਹਿੰਦੇ ਕਿ ਕਰੋੜਾਂ ਲੋਕ ਖਾ ਕੇ ਉੱਥੋਂ ਆਪਣਾ ਜੀਵਨ ਮੁਕਤ ਕਰ ਸਕਦੇ। ਬਿਲਕੁਲ, ਕਿਉਂਕਿ ਉਹਨਾਂ ਕੋਲ ਗੁਣ ਹੈਗਾ ਨਾ, ਮਨ ਨੂੰ ਤੇ ਚਿੱਤ ਨੂੰ ਇੱਕ ਕਰਕੇ ਆਰਾਧਨ ਦਾ। ਬਿਲਕੁਲ। ਔਰ ਉਹ ਕੁੰਡੀ ਉਹ ਦੱਸ ਕੇ ਦੂਜਿਆਂ ਨੂੰ ਵੀ, ਕਰੋੜਾਂ ਨੂੰ ਰਸਤਾ ਦੱਸ ਸਕਦੇ। ਠੀਕ ਹੈ ਜੀ, ਬਿਲਕੁਲ। ਇਹ ਨਾ ਸੋਚਿਓ ਕਿ ਉਹ ਕਰੋੜ ਜਿਹੜੇ ਹੈਗੇ ਆ ਉਹ ਉਹਨਾਂ ਦੇ ਕਹਿਣ ਤੇ ਨਿਕਲ ਜਾਣਗੇ। ਇਹ ਨਹੀਂ ਕਿਹਾ ਉਹਨਾਂ ਨੇ, ਕਿਉਂਕਿ ਉਹਨਾਂ ਕੋਲ ਹੈਗਾ ਹੈ ਭੇਦ, ਉਹ ਦੱਸਣਗੇ ਤੇ ਕਰੋੜਾਂ ਲੋਕ ਉਸ ਭੇਦ ਦੇ ਰਾਹੀਂ ਇਸ ਸੰਸਾਰ ਤੋਂ ਨਿਕਲ ਸਕਦੇ। ਠੀਕ ਹੈ ਜੀ, ਸਹੀ ਨੇ ਜੱਜ ਸਾਹਿਬ? ਬਿਲਕੁਲ। ਕਿਉਂਕਿ ਆਰਾਧਨਾ ਕਰਨ ਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਨ ਨੂੰ ਕਿੱਦਾਂ ਇਕਾਗਰ ਕਰਨਾ, ਚਿੱਤ ਨੂੰ ਕਿੱਦਾਂ ਨਿਸ਼ਕਿਰਿਆ ਕਰਨਾ, ਤੇ ਉਹ ਦੱਸ ਸਕਦੇ ਆ, ਤੇ ਤੁਸੀਂ ਵੀ ਕਰੋਗੇ ਤੇ ਬਣ ਜਾਏਗਾ। ਜਿੱਦਾਂ ਇੱਕ ਇੰਜੀਨੀਅਰ ਹੈ, ਉਹ ਤੁਹਾਨੂੰ ਦੱਸ ਦੇਗਾ ਕਿੱਦਾਂ ਮੈਂ ਇੰਜੀਨੀਅਰ ਬਣਿਆ, ਤੇ ਉਹਦਾ ਫਾਰਮੂਲਾ ਤੁਸੀਂ ਕਾਪੀ ਕਰਕੇ ਤੁਸੀਂ ਵੀ ਬਣ ਸਕਦੇ। ਠੀਕ ਹੈ ਜੀ, ਇੰਨੀ ਗੱਲ ਹੋਈ ਹੈ। ਬਿਲਕੁਲ। ਅੱਛਾ, ਕਹਿੰਦੇ ਤੁਧ ਨੂੰ ਸਭ ਧਿਆਈਂਦੇ ਸੇ ਥਾਈ ਪਏ ਸੋ ਸਾਹਿਬ ਜੋ ਸਾਹਿਬ ਲੋੜੇ। ਹਾਂ, ਕਹਿੰਦੇ ਤੇਰਾ ਧਿਆਨ ਤਾਂ ਬਥੇਰੇ ਕਰ ਰਹੇ ਆ, ਪਰ ਉਹਨਾਂ ਦਾ ਮਨੋਰਥ ਕੁਛ ਦਾ ਕੁਛ, ਕਿਸੇ ਦਾ ਕੁਛ ਹੈਗਾ। ਪਰ ਜਿਨ੍ਹਾਂ ਦਾ ਮਨੋਰਥ ਤੂੰ ਹੈਗਾ, ਉਹ ਥਾਂ ਤੇ ਪੈ ਜਾਂਦੇ ਆ ਭਾਈ, ਜਿੱਤ ਜਾਂਦੇ। ਵੇਖ ਲਓ ਸਾਧ ਸੰਗਤ ਜੀ, ਇੱਥੇ ਪ੍ਰਮਾਤਮਾ ਨੂੰ ਹੀ ਆਰਾਧਨ ਦੀ ਗੱਲ ਹੋਈ। ਜੇ ਉਹ ਕਿਸੇ ਤੀਰਥ ਸਥਾਨ, ਕਿਸੇ ਗੁਰੂ, ਕਿਸੇ ਦੇਵੀ ਦੇਵਤੇ, ਕਿਸੇ ਸੂਰਜ, ਕਿਸੇ ਪਿੱਪਲ ਬੋੜ, ਕਿਸੇ ਚੰਦਰਮਾ, ਕਿਸੇ ਹਵਾ, ਕਿਸੇ ਅਗਨ, ਕਿਸੇ ਸਮੁੰਦਰ ਨੂੰ ਆਰਾਧਨ ਦੀ ਗੱਲ ਨਹੀਂ ਹੋਈ। ਪਲੀਜ਼ ਆਪ ਅੰਡਰਸਟੈਂਡ ਕਰੋ। ਬਹੁਤ ਬਾਣੀ ਚ ਕਲੀਅਰਲੀ ਦੱਸਿਆ, ਤੇ ਸਿੱਖ ਇਸ ਚੀਜ਼ ਤੇ ਕਿਤੇ ਵੀ ਪੈਰਾ ਨਹੀਂ ਦਿੰਦੇ ਪਏ, ਕਮੀ ਹੈ। ਠੀਕ ਹੈ ਜੀ, ਪਲੀਜ਼ ਨੋਟ ਕਰਿਓ। ਪਰਮਾਤਮਾ ਨੂੰ ਆਰਾਧਨ ਦੀ ਗੱਲ ਚੱਲੀ ਜੇ, ਬਾਣੀ ਚ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਦੀ ਭਗਤੀ ਕਰਨ ਬਾਰੇ ਨਹੀਂ ਕਿਹਾ ਗਿਆ ਜੀ। ਤੇ ਜੇ ਤੁਹਾਨੂੰ ਕੋਈ ਕਹਿੰਦਾ ਕਿ ਆਪਣੇ ਅੰਦਰ
ਸਾਡੇ ਬਾਬੇ ਦੀ ਫੋਟੋ ਲਿਆਓ, ਉਹਨੂੰ ਧਿਆਨ ਚ ਇਕਾਗਰ ਕਰੋ ਤੇ ਆਪ ਸੋਚੋ ਕਿ ਬਾਣੀ ਚ ਏਦਾਂ ਦੀ ਕੋਈ ਗੱਲ ਨਹੀਂ ਲਿਖੀ। ਠੀਕ ਹੈ ਜੀ। ਜੋ ਤੇ ਸਤਿਗੁਰ ਅਗਲੀ ਤੋਂ ਕੋਲੋਂ ਨੇ ਜੈਸਾ ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਂਦੇ ਸੇ ਮੂਏ ਮਰ ਜੰਮੇ ਕੋੜੇ। ਜਿਨ੍ਹਾਂ ਨੇ ਧਿਆਨ ਸਿਮਰਨ ਹੈ ਨੀਗਾ ਜਿਨ੍ਹਾਂ ਦੇ ਜੀਵਨ ਦੇ ਵਿੱਚ, ਉਹ ਤਾਂ ਪਾਈ ਜਿਵੇਂ ਕੋੜੀ ਹੁੰਦਾ ਹੈ ਬੰਦਾ, ਕੁਛ ਕਿਤੇ ਵੀ ਨਹੀਂ ਤੁਰ ਸਕਦਾ ਵਿਚਾਰਾ, ਯਾਤਰਾ ਕਰ ਹੀ ਨਹੀਂ ਸਕਦਾ। ਕਹਿੰਦੇ ਉਹ ਤਾਂ ਜੰਮੇ ਤੇ ਮਰਨ ਤੱਕ ਕਹਿੰਦੇ ਆ ਮੁਰਦਾ ਹੀ ਪੈਦਾ ਹੋਇਆ, ਮੁਰਦਾ ਹੀ ਚਲਾ ਗਿਆ। ਹਾਂ, ਕਹਿਣ ਤੋਂ ਭਾਵ ਹੈ ਕਿ ਜਿਸ ਇਨਸਾਨ ਨੇ ਕੇਵਲ ਘਰ-ਬਾਰ ਬਣਾਇਆ, ਬਾਲ ਬੱਚੇ ਪਾਲੇ ਤੇ ਆਪਣਾ ਹੀ ਸੁੱਖ ਵੇਖਿਆ, ਆਪਣਾ ਜੀਵਨ ਹੀ ਉੱਚਾ ਕੀਤਾ ਹੈ, ਤੇ ਉਹ ਫਿਰ ਕੋਈ ਜਾਨਵਰ ਹੀ ਆ, ਉਹ ਕੋਈ ਬੰਦਾ ਥੋੜੀ ਆ। ਉਹ ਸਾਡੇ ਤੋਂ ਵਧੀਆ ਤੇ ਜਾਨਵਰਾਂ ਦਾ ਜੀਵਨ ਹੈ। ਤਾਂ ਉਹ ਕਹਿੰਦੇ ਕਿ ਜੇਕਰ ਤੂੰ ਭਗਤੀ ਨਹੀਂ ਕੀਤੀ ਤੇ ਫਿਰ ਬਾਕੀ ਤੇਰਾ ਜੋ ਵੀ ਤੂੰ ਕਰ ਰਿਹਾ ਸਭ ਮਿੱਟੀ ਆ। ਬਿਲਕੁਲ ਨਜ਼ਰ ਸਾਹਿਬ, ਬਿਲਕੁਲ ਕੋਈ ਆਊਟਪੁੱਟ ਨਹੀਂ ਨਿਕਲਿਆ। ਤੂੰ ਇੰਨੇ ਸੁੱਖ ਮਿਲੇ ਸੀ, ਤੇਰਾ ਫਰਜ਼ ਬਣਦਾ ਸੀ ਉੱਥੇ ਉਹਨਾਂ ਸੁੱਖਾਂ ਦਾ ਕੋਈ ਬੈਨੀਫਿਟ ਲੈਂਦਾ। ਚਲੋ ਗਰੀਬ ਬੰਦਾ, ਚਲੋ ਉਹਦੇ ਕੋਲ ਟਾਈਮ ਨਹੀਂ ਹੈਗਾ, ਉਹ ਕੰਮ 'ਚ ਬਿਜੀ ਸੀ, ਪਰ ਤੇਰੇ ਕੋਲ ਤਾਂ ਸੁੱਖ ਬੜੇ ਸੀ। ਹੁਣ ਤੂੰ ਕਹਿੰਦਾ ਕਿ ਮੈਨੂੰ ਸਾਹ ਲੈਣ ਜੋਗਾ ਟਾਈਮ ਨਹੀਂ ਆ। ਉਹ ਕਹਿੰਦੇ ਤੂੰ ਕੋਈ ਵਧੀਆ ਬੰਦਾ ਨਹੀਂ ਹੈਗਾ। ਅੱਗੇ ਚਲੀ ਨਜ਼ਰ ਸਾਹਿਬ। ਹਾਂਜੀ, ਦੇਖ ਲਓ ਜੀ, ਬਾਣੀ ਕਹਿ ਰਹੀ ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਂਦੇ ਸੇ ਮੂਏ ਮਰ ਜੰਮੇ ਕੋੜੇ। ਜਿਹੜੇ ਇਹੋ ਜਿਹੇ ਬੰਦੇ ਹੈਗੇ ਉਹਨਾਂ ਦੇ ਅੱਗੇ, ਉਹਨਾਂ ਦੇ ਵਾਸਤੇ ਆਹ 2 ਲਾਈਨਾਂ ਹੋਰ ਲਗਾਈਆਂ ਮਹਾਰਾਜ ਨੇ। ਕਹਿੰਦੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਘੋਲੇ। ਕਹਿੰਦੇ ਹਾਜ਼ਰ ਮੂੰਹ ਦੇ ਉੱਤੇ ਤਾਂ ਮਿੱਠਾ ਬੋਲਣਗੇ, ਬਾਅਦ ਵਿੱਚ ਜਿਹੜੀ ਹੈਗੀ ਪੂਰੀ ਚੰਗੀ ਤਰ੍ਹਾਂ ਨਿੰਦਾ ਚੁਗਲੀ ਈਰਖਾ ਤੇ ਉਹਦੀ ਇਨਸਾਨ ਦੀ ਕਰਨਗੇ। ਬਾਹਰ ਉਹ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਘੋਲੇ। ਉਹਦੇ ਮੂੰਹ ਦੇ ਉੱਤੇ ਤਾਂ ਮਿੱਠਾ ਬੋਲਣਗੇ, ਬਾਹਰ ਜਾ ਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜੇ ਹੈਗੇ ਪੂਰਾ ਦਾ ਪੂਰਾ ਜ਼ਹਿਰ ਮੂੰਹ ਦੇ ਵਿੱਚੋਂ ਘੋਲ ਕੇ ਕੱਢਣਗੇ। ਮਨੇ ਖੋਟੇ ਦਈ ਵਿਛੋੜੇ। ਕਹਿੰਦੇ ਮਨ ਦੇ ਵਿੱਚ ਖੋਟਿਆ ਪਾਏ, ਮਾਲਕ ਪਰਮਾਤਮਾ ਵੱਲੋਂ, ਮਾਲਕ ਵੱਲੋਂ ਵਿਛੜੇ ਹੋਏ ਆ ਪਾਏ, ਉਹ ਦੂਸਰੇ ਰਸਤੇ ਤੇ ਚੱਲ ਰਹੇ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ। ਕਹਿੰਦੇ ਮੂੰਹ ਦੇ ਬੜੇ ਮਿੱਠੇ ਹੁੰਦੇ ਆ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਉਹ ਕਹਿੰਦੇ ਜਿਹੜੇ ਮਨ ਖੋਟੇ ਇਹਨਾਂ ਦੇ, ਇਹ ਕਹਿੰਦੇ ਕਿ ਮਤਲਬ ਕੋਈ ਵਧੀਆ ਜੀਵਨ ਨਹੀਂ ਬਤੀਤ ਕਰ ਰਹੇ, ਬਹੁਤ ਮਾੜਾ ਜੀਵਨ ਹੈ। ਕਈ ਲੋਕ ਮੂੰਹ ਤੇ ਬੜੇ ਮਿੱਠੇ ਹੁੰਦੇ, ਅੰਦਰੋਂ ਬੜੇ ਖੋਟੇ ਹੁੰਦੇ ਨੇ ਬੰਦੇ, ਕਈ ਕਿਸਮ ਦੇ ਬੰਦੇ ਹੁੰਦੇ। ਤੇ ਜੇਕਰ ਆਪਣੇ ਅੰਦਰ ਵੀ ਉਹ ਅਵਸਥਾ ਹੈਗੀ, ਅੰਦਰੋਂ ਹੀ ਮਾੜੀ ਸੋਚ ਰੱਖਦੇ ਆ ਤੇ ਮੂੰਹ ਦੇ ਰਾਹੀਂ ਬੜਾ ਵਧੀਆ ਹੀ ਚੰਗੇ ਇਨਸਾਨ ਦੇ ਤੌਰ ਤੇ ਅਸੀਂ ਲੋਕਾਂ ਤੇ ਪ੍ਰਭਾਵ ਪਾਉਂਦੇ ਆ, ਤੇ ਫਿਰ ਆਪਾਂ ਇਹ ਕੈਟਾਗਰੀ ਚ ਆਉਂਦੇ ਆ ਕਿ ਸਾਨੂੰ ਭਗਤੀ ਕਰਨ ਦੀ ਲੋੜ ਹੈ। ਠੀਕ ਹੈ ਨਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਤਾਂ ਜੋ ਪ੍ਰਮਾਤਮਾ ਸਾਡਾ ਅੰਦਰ ਤੇ ਬਾਹਰ ਇੱਕ ਕਰ ਦੇ, ਜੋ ਅਸੀਂ ਬਾਹਰੋਂ ਆ ਅਸੀਂ ਅੰਦਰੋਂ ਵੀ ਓਦਾਂ ਹੋ ਜਾਈਏ। ਹੋਰ ਕੋਈ ਸਾਧਨ ਨਹੀਂ ਜਾਏਗਾ। ਦੇਖੋ, ਡਾਕਟਰ ਇਲਾਜ ਉਸੇ ਮਰੀਜ਼ ਦਾ ਕਰ ਸਕਦਾ ਹੈ ਜਿਹੜਾ ਮਰੀਜ਼ ਆਪਣੇ ਦੁੱਖ ਨੂੰ ਡਾਕਟਰ ਨੂੰ ਦੱਸਦਾ ਹੈ ਕਿ ਮੈਨੂੰ ਆਹ ਬਿਮਾਰੀ ਹੈ, ਔਰ ਜਿਹੜਾ ਠੀਕ ਹੋਣਾ ਚਾਹੁੰਦਾ ਹੈ ਡਾਕਟਰ ਕੋਲ ਆਉਂਦਾ ਹੈ। ਹਾਂ, ਦਵਾਈ ਵੀ ਰੋਜ਼ 3 ਟਾਈਮ ਕਹਿੰਦਾ ਖਾਣੀ ਹੈ। ਤੇ ਫਿਰ ਡਾਕਟਰ ਦਾ ਕਹਿਣਾ ਜਿਹੜਾ ਮੰਨਦਾ ਹੈ, ਉਹ ਕਹਿੰਦਾ ਇਹ ਚੀਜ਼ ਦਾ ਪਰਹੇਜ਼ ਵੀ ਕਰਨਾ। ਦਿਲ ਤੇਰਾ ਕਰੂਗਾ ਕਿ ਉੱਥੇ ਸਮੋਸੇ ਖਾ ਲਾਂ, ਕਚੋਰੀਆਂ ਖਾ ਲਾਂ, ਉਹ ਪਕੌੜੇ ਖਾ ਲਾਂ, ਜਲੇਬੀਆਂ ਖਾ ਲਾਂ, ਪਰ ਤੂੰ ਖਾਵੀਂ ਨਾ। ਦਿਲ ਤੇਰਾ ਕਰੂ, ਪਰਹੇਜ਼ ਕਰ। ਕਿਉਂ ਪਰਹੇਜ਼ ਕਰ? ਉਹ ਨਹੀਂ ਕਹਿੰਦੇ ਕਿ ਤੇਰੇ ਅੰਦਰੋਂ ਆਵਾਜ਼ ਬੰਦ ਹੋ ਜਾਊਗੀ। ਉਹ ਕਹਿੰਦੇ ਨਹੀਂ, ਆਵਾਜ਼ ਸਾਨੂੰ ਪਤਾ ਆਵੇਗੀ, ਪਰ ਤੂੰ ਆਪਣੇ ਮਨ ਨੂੰ ਕਮੀ ਨਹੀਂ, ਮੈਂ ਠੀਕ ਨਹੀਂ ਹੈਗਾ, ਮੈਂ ਤੰਦਰੁਸਤ ਹੋਵਾਂਗਾ ਤੇ ਫਿਰ ਖਾ ਸਕਦਾ ਵਾਂ, ਹੁਣ ਮੈਂ ਨਹੀਂ ਖਾਵਾਂਗਾ, ਮੈਂ ਹੋਰ ਬਿਮਾਰ ਹੋ ਜਾਵਾਂਗਾ, ਇਸ ਕਰਕੇ ਤੂੰ ਤਿਆਗ ਕਰ। ਸੋ ਇਹ ਗੱਲ ਹੈ ਜੀ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਹੁੰਦੀ ਹੈ। ਅੱਜ ਦੀ ਵਿਚਾਰ ਬਹੁਤ ਜੀ ਸਾਧ ਸੰਗਤ ਜੀ, ਬਹੁਤ ਜਿਹੜਾ ਹੈਗਾ ਗਿਆਨਵਰਧਕ ਹੈ। ਇਹਨੂੰ ਜਿਹੜਾ ਹੈਗਾ ਮਤਲਬ ਬਹੁਤ ਗੌਰ ਦੇ ਨਾਲ ਔਰ ਧਿਆਨ ਲਗਾ ਕੇ ਇਹਨੂੰ ਆਪਣੇ ਅੰਦਰ ਗ੍ਰਹਿਣ ਕਰਨ ਦੀ ਲੋੜ ਆ ਭਾਈ, ਬਹੁਤ ਕੀਮਤੀ ਹੈਗੀ। ਹਾਂਜੀ ਵੀਰ ਜੀ। ਬਾਹਰੀ ਪੂਜਾ ਦਾ ਥੋੜਾ ਹੋਰ ਬਰੀਫ ਕਰ ਦਿਓ ਜੀ। ਹਾਂ, ਬਾਹਰੀ ਪੂਜਾ ਜਿਹੜੀ ਹੁੰਦੀ ਹੈ, ਦੇਖੋ ਬਾਹਰ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਠੀਕ ਹੈ ਸ਼ੁਰੂ ਚ ਕਰ ਲਓ, ਕੋਈ ਗੱਲ ਨਹੀਂ, ਕੁਝ ਆਖਰੀ ਮੰਜ਼ਿਲ ਨਹੀਂ ਜੀ ਹੈਗੀ। ਆਖਰੀ ਮੰਜ਼ਿਲ ਜਿਹੜੀ ਆ ਉਹ ਤੁਹਾਨੂੰ ਆਪਣੀ ਸੁਰਤੀ ਨੂੰ ਆਤਮਾ ਤੱਤ ਚ ਲੀਨ ਹੀ ਕਰਨਾ ਪਊਗਾ, ਕਿਉਂਕਿ ਉਹਦੀ ਮਲੀਨਤਾ ਜਿਹੜੀ ਆ ਉਹਨਾਂ ਚ ਦੂਰ ਹੀ ਨਹੀਂ ਹੋਣੀ। ਜਿਹੜਾ ਮਨ ਹੈ ਨਾ, ਮਨ ਤੁਹਾਨੂੰ 3 ਤਰੀਕਿਆਂ ਨਾਲ ਗਿਆਨ ਪ੍ਰਾਪਤ ਕਰਾਉਂਦਾ ਹੈ। ਮਨ ਦਾ ਕੰਮ ਹੈ ਗਿਆਨ ਪ੍ਰਾਪਤ ਕਰਨਾ। ਕੁਝ ਗਿਆਨ ਜਿਹੜਾ ਤੁਸੀਂ ਵੇਖ ਕੇ ਪ੍ਰਾਪਤ ਕਰਦੇ ਜੋ ਆਪਣੀਆਂ ਅੱਖਾਂ ਦੇ ਰਾਹੀਂ, ਤੇ ਕੁਝ ਤੁਸੀਂ ਸੁਣ ਕੇ, ਕੁਝ ਤੁਸੀਂ ਪੜ੍ਹ ਕੇ ਜਾਂ ਬੋਲ ਕੇ।
ਇਹ ਸਭ ਗਿਆਨ ਪ੍ਰਾਪਤ ਕਰਨ ਦੇ ਸਾਧਨ ਹਨ। ਹੁਣ ਤੁਸੀਂ ਇਹ ਸੁਣਦੇ ਪਏ ਜੋ, ਇਹ ਵੀ ਗਿਆਨ ਪ੍ਰਾਪਤ ਕਰਨ ਦਾ ਇੱਕ ਸਾਧਨ ਹੈ। ਪਰ ਜੇਕਰ ਤੁਸੀਂ ਸੋਚੋ ਕਿ ਕੇਵਲ ਕਰਮਕਾਂਡ ਕਰਨ ਦੇ ਨਾਲ ਹੀ ਜੀਵਨ ਦੇ ਵਿੱਚ ਉਚਾਈ ਆ ਜਾਏਗੀ, ਤੇ ਬਾਣੀ 'ਚ ਏਦਾਂ ਦਾ ਕੋਈ ਲਫ਼ਜ਼ ਨਹੀਂ ਲਿਖਿਆ। ਕਰਮਕਾਂਡ ਦਾ ਮਤਲਬ ਕੇਵਲ ਕਰਮਕਾਂਡ ਕਰਨੇ। ਬਾਣੀ ਕਹਿੰਦੀ ਹੈ ਕਿ ਜੇ ਤੂੰ ਅੰਦਰੋਂ ਚੰਗਾ ਨਹੀਂ ਆ ਤੇ ਬਾਹਰੋਂ ਜੇ ਤੂੰ ਚੰਗਾ ਬੋਲਦਾ ਵੀ ਪਿਆ ਹੈ ਨਾ, ਉਹ 'ਚ ਕੋਈ ਵੈਲਿਊ ਨਹੀਂ ਹੈ। ਬਿਲਕੁਲ ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਕਰਮਕਾਂਡ ਦਾ ਮਤਲਬ ਬਾਣੀ ਕਹਿੰਦੀ ਹੈ ਕਿ ਜੇ ਤੂੰ ਦਾਨ ਕਰ ਰਿਹਾ ਹੈ, ਅੰਦਰੋਂ ਤੇਰੇ ਅੰਦਰ ਚੋਰੀ ਦੀ ਭਾਵਨਾ ਹੈ, ਅੰਦਰੋਂ ਤੂੰ ਰਿਸ਼ਵਤ ਲੈਣਾ, ਮਾੜੇ ਕੰਮ ਕਰਦਾ ਹੈ, ਤੇ ਕਹਿੰਦੇ ਉਹ ਦਾਨ ਕਰਨ ਦਾ ਤੇਰਾ ਫਾਇਦਾ ਨਹੀਂ ਆ। ਨਹੀਂ, ਬਿਲਕੁਲ ਨਹੀਂ। ਕਰਮਕਾਂਡ ਆ। ਹੁਣ ਤੂੰ ਕਿਸੇ ਦੇ ਕੱਪੜੇ ਪਾਤੇ ਨੇ, ਕਿਸੇ ਨੂੰ 2-4 ਕੰਬਲ ਲੈ ਕੇ ਦੇ ਦਿੱਤੇ ਆ, ਪਰ ਕਹਿੰਦੇ ਦੂਜਿਆਂ ਦੇ ਕੰਬਲ ਤੂੰ ਖੋਲੇ ਆ, ਇਹ ਵੀ ਕਰਮਕਾਂਡ ਆ। ਮਤਲਬ ਤੂੰ ਏਦਾਂ ਦਾ ਕੰਮ ਕਰ ਰਿਹਾ ਜਿਹੜਾ ਤੇਰੇ ਅੰਦਰ ਹੈ ਹੀ ਨਹੀਂ, ਜਿਹੜਾ ਤੇਰੇ ਅੰਦਰ ਗੁਣ ਹੀ ਨਹੀਂ ਹੈਗਾ, ਪਰ ਤੂੰ ਸ਼ੋਅ ਕਰ ਰਿਹਾ ਕਿ ਮੇਰੇ 'ਚ ਹੈਗਾ, ਉਹ ਕਰਮਕਾਂਡ ਹੈ। ਪਰ ਠੀਕ ਹੈ ਨਾ ਚਲ ਸਾਹਿਬ? ਬਿਲਕੁਲ। ਦੇਖੋ ਕਰਮਕਾਂਡ, ਦੇਖੋ ਹੁਣ ਜੇ ਆਪਾਂ ਜੇ ਹੁਣ ਬਾਣੀ ਪੜ੍ਹ ਰਹੇ ਹਾਂ, ਜੋ ਰਹਿ-ਰਸ ਕਰ ਰਹੇ ਹਾਂ, ਦੇਖੋ ਰਹਿ-ਰਸ ਆਉਂਦਾ ਆਖਾਂ ਜੀਵਾਂ ਵਿਸਰੈ ਮਰ ਜਾਉ, ਫਿਰ ਅੱਗੇ ਆਉਂਦਾ ਆਖਣ ਔਖਾ ਸਾਚਾ ਨਾਉ। ਹੁਣ ਆਪਾਂ ਇਹਦਾ ਪਾਠ ਕਰੀ ਜਾ ਰਹੇ ਹਾਂ ਤੇ ਉਹ ਬਾਣੀ ਤਾਂ ਕਹਿ ਰਹੀ ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾਉ। ਉਹ ਤਾਂ ਨਾਮ ਦੀ ਗੱਲ ਕਰ ਰਹੀ ਸੀ, ਉਹ ਤਾਂ ਧਿਆਨ ਦੀ ਗੱਲ ਕਰ ਰਹੀ ਹੈ ਬਾਣੀ। ਉਹ ਕੰਮ ਆਪਾਂ ਕਰ ਨਹੀਂ ਰਹੇ। ਫਿਰ ਦੇਖੋ ਇੱਕ ਭਈ ਪ੍ਰਾਪਤ ਮਨੁੱਖ ਦੇ ਉਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਸ਼ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਆ ਦੇਖੋ ਕੇਵਲ ਨਾਮ, ਕੇਵਲ ਲਗਾਇਆ ਮਹਾਰਾਜ ਨੇ। ਫਿਰ ਆ ਭਜਨ ਹੈਗਾ ਭਾਈ। ਇੱਥੇ ਆਪਾਂ ਜਿਹੜੇ ਫਿਰ ਪਹਿਲੀ ਪਾਤਸ਼ਾਹ ਕਹਿੰਦੀ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਫਿਰ ਪਹਿਲੀ ਪਾਤਸ਼ਾਹ ਵੀ ਇਹੀ ਗੱਲ ਕਰ ਰਹੇ, ਸਾਰੀਆਂ ਪਾਤਸ਼ਾਹੀਆਂ ਇਹੀ ਕੁਛ ਕਹਿ ਰਹੀਆਂ, ਪੂਰੇ 36 ਬ੍ਰਹਮ ਗਿਆਨੀ ਹੈਗੇ, ਇੱਕੋ ਹੀ ਗੱਲ ਕਹਿ ਰਹੇ ਆ ਭਾਈ। ਦੇਖ ਲਓ ਸਾਰਿਆਂ ਦੀ ਇੱਕ ਰਾਏ ਹੈਗੀ ਆ, ਔਰ ਜਿਹੜੀ ਭਗਤੀ ਹੈ ਹੀ ਆ ਚੀਜ਼। ਬਾਕੀ ਜੇ ਆਪਾਂ ਇਹ ਨਹੀਂ ਬਾਕੀ ਗਿਆਨ ਲੈਣਾ ਹੈ, ਗਿਆਨ ਲਓ ਭਾਈ। ਗਿਆਨ ਲੈ ਕੇ ਗਿਆਨ ਨੇ ਘੁਮਾ ਕੇ ਫਿਰ ਵਾਪਸ ਜਿਹੜਾ ਹੈਗਾ ਇਹ ਧਿਆਨ ਵੱਲ ਲੈ ਕੇ ਜਾਣਾ ਹੈ ਭਾਈ। ਆਹੀ ਗਿਆਨ ਹੈਗਾ। ਬਾਕੀ ਗਿਆਨ ਤਾਂ ਫਿਰ ਕਰਮ ਕਾਂਡਾਂ ਦੇ ਵਿੱਚ ਚਲੇ ਜਾਏਗਾ ਭਾਈ। ਬਾਕੀ ਕਿਤੇ ਨਹਾ ਰਹੇ ਧੋ ਰਹੇ, ਦੇਖੋ ਜੋ ਵੀ ਕਰ ਰਹੇ, ਤੀਰਥਾਂ ਤੇ ਜਾ ਰਹੇ ਆ ਜਾਂ ਜੋ ਮਰਜ਼ੀ ਕਰ ਰਹੇ ਭਾਈ, ਉਹਦੇ ਨਾਲ ਜਿਹੜਾ ਹੈਗਾ ਆਪਣਾ ਮਨ ਜਿਹੜਾ ਹੈਗਾ, ਉਹ ਮਨ ਦੀ ਕਾਲਕ ਕਿਵੇਂ ਲੈ ਜਾਏਗੀ ਭਾਈ। ਮਨ ਦੇ ਵਿੱਚ ਜਿਹੜੇ ਸੰਸਕਾਰ ਬਣੇ ਹੋਏ ਆ ਆਪਣੇ, ਜਿਹੜੇ ਹੈਗੇ ਇਹ ਮਾਇਆ ਨੂੰ ਭੋਗਣ ਦੇ, ਇਹ ਚੋਗੇ ਖਾਣ ਦੇ, ਉਹ ਠੱਗੀ ਮਾਰਨ ਦੇ, ਸਾਰੇ ਇਹ ਕਿਵੇਂ ਲੈ ਸਕਦੇ ਆ? ਇਹ ਨਹੀਂ ਜਾਣਗੇ ਭਾਈ। ਹਾਂਜੀ ਗੋਰਖੀ ਸਾਹਿਬ। ਠੀਕ ਹੈ ਜੀ ਸਾਧ ਸੰਗਤ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸਮੱਤ ਬਖਸ਼ਣੀ, ਦੇਹ ਨਿਰੋਗਤਾ ਤੰਦਰੁਸਤੀ ਬਖਸ਼ਣੀ ਮੇਰੇ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀ, ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।